ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਪਹੁੰਚ ਚੁੱਕੇ ਹਾਂ ਮਾਨਸਾ ਸਿਵਲ ਹਸਪੀਟਲ ਦੇ ਬਾਹਰ। ਇਸ ਵੇਲੇ ਅਸੀਂ ਖੜੇ ਹਾਂ। ਤੁਸੀਂ ਇੱਥੋਂ ਦੀਆਂ ਤਸਵੀਰਾਂ ਜਿਹੜੀਆਂ ਆ ਉਹ ਦੇਖ ਸਕਦੇ ਹੋ, ਜਿੱਥੇ ਸਿੱਧੂ ਮੂਸੇਵਾਲਾ ਦੀ ਡੈੱਡ ਬੋਡੀ ਜਿਹੜੀ ਆ ਇੱਥੇ ਹੀ ਮੋਰਚਰੀ ਦੇ ਵਿੱਚ ਜਿਹੜੀ ਆ ਉਹ ਰੱਖੀ ਹੋਈ ਆ। ਤੇ ਇਸ ਵੇਲੇ ਦੀਆਂ ਤੁਸੀਂ ਤਸਵੀਰਾਂ ਇੱਥੇ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਆ ਉਹ ਇੱਥੇ ਮੌਜੂਦ ਹੈ। ਇਸ ਦੇ ਇਲਾਵਾ ਗੱਲ ਕਰੀਏ ਤਾਂ ਇੱਥੋਂ ਥੋੜ੍ਹੀ ਹੀ ਦੂਰੀ ਦੇ ਉੱਤੇ ਜਿਹੜਾ ਆ ਉਹ ਕੁਝ ਨੌਜਵਾਨ ਜਿਹੜੇ ਆ ਉਹ ਬੈਠੇ ਹੋਏ ਆ। ਉਹ ਸਰਕਾਰ ਦੇ ਖਿਲਾਫ ਜਿਹੜੀ ਨਾਅਰੇਬਾਜ਼ੀ ਆ ਉਹ ਵੀ ਕੀਤੀ ਜਾ ਰਹੀ ਆ ਉਹਨਾਂ ਦੇ ਵੱਲੋਂ ਕਿ ਜਿਹੜਾ ਆ ਉਹ ਜਿਹੜੇ ਕਾਤਲ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਹੋਰ ਜਿਹੜੀ ਸਿਕਿਉਰਿਟੀ ਖੋਈ ਗਈ ਆ ਉਹਦੇ ਸੰਬੰਧ ਦੇ ਵਿੱਚ ਜਿਹੜੀ ਆ ਉਹ ਨਾਅਰੇਬਾਜ਼ੀ ਜਿਹੜੀ ਆ ਉਹ ਲਗਾਤਾਰ ਇੱਥੇ ਕੀਤੀ ਜਾ ਰਹੀ ਆ। ਸੋ ਇਸ ਤੇ ਅੱਗੇ ਜਿਹੜਾ ਆ ਉਹ ਬੈਰੀਗੇਟਿੰਗ ਜਿਹੜੀ ਆ ਉਹ ਕੀਤੀ ਗਈ ਆ। ਸੋ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਇੱਥੇ ਕਿਵੇਂ ਨਾਅਰੇਬਾਜ਼ੀ ਜਿਹੜੀ ਆ ਉਹ ਹੋ ਰਹੀ ਆ। ਉਹ ਤੁਹਾਨੂੰ ਵੀ ਸੁਣਾਉਂਦੇ ਆ ਨਾਅਰੇਬਾਜ਼ੀ ਜਿਹੜੀ ਹੋ ਰਹੀ ਇੱਥੇ। ਸੋ ਬਿਲਕੁਲ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਥੇ ਜਿਹੜੀ ਆ ਉਹ ਨਾਅਰੇਬਾਜ਼ੀ ਹੋ ਰਹੀ ਆ। ਪੁਲਿਸ ਨੇ ਇੱਥੇ ਬੈਰੀਗੇਟਿੰਗ ਜਿਹੜੀ ਆ ਉਹ ਪਹਿਲਾਂ ਨਾਲੋਂ ਵੀ ਸਖਤ ਜਿਹੜੀ ਆ ਉਹ ਕਰ ਦਿੱਤੀ ਆ, ਕਿਉਂਕਿ ਲੋਕਾਂ ਦੇ ਵਿੱਚ ਰੋਸ ਜਿਹੜਾ ਆ ਉਹ ਵੱਧ ਰਿਹਾ ਇਸ ਚੀਜ਼ ਨੂੰ ਲੈ ਕੇ ਕਿ ਕਿਵੇਂ ਦਿਨ ਦਿਹਾੜੇ ਹੀ ਇਹ ਘਟਨਾ ਜਿਹੜੀ ਆ ਉਹ ਵਾਪਰ ਗਈ। ਸੋ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਇਸ ਵੇਲੇ ਦੀਆਂ ਜਿਹੜੀਆਂ ਆ ਉਹ ਤਸਵੀਰਾਂ ਕਿ ਕਿਵੇਂ ਇੱਥੇ ਨੌਜਵਾਨ ਜਿਹੜੇ ਆ ਉਹ ਇਕੱਠੇ ਹੋ ਕੇ ਜਿਹੜੇ ਆ ਉਹ ਨਾਅਰੇਬਾਜ਼ੀ ਜਿਹੜੀ ਆ ਉਹ ਕਰ ਰਹੇ ਆ। ਅਤੇ ਗੱਲ ਕਰੀਏ ਜੇਕਰ ਸਿੱਧੂ ਮੂਸੇਵਾਲਾ ਦੀ ਡੈੱਡ ਬੋਡੀ ਦੀ, ਤਾਂ ਪਰਿਵਾਰ ਨੇ ਜਿਹੜਾ ਆ ਉਹ ਕਹਿ ਦਿੱਤਾ ਆ ਕਿ ਅਸੀਂ ਜਿਹੜਾ ਆ ਉਹ ਪੋਸਟਮਾਰਟਮ ਨਹੀਂ ਕਰਾਵਾਂਗੇ। ਉਹਨਾਂ ਨੇ NAI ਜਿਹੜੀ ਜਾਂਚ ਏਜੰਸੀ ਆ, ਨੈਸ਼ਨਲ ਇਨਵੈਸਟੀਗੇਸ਼ਨ ਜਾਂਚ ਏਜੰਸੀ ਜਿਹੜੀ ਆ ਉਹਦੇ ਕੋਲੋਂ ਜਿਹੜਾ ਆ ਉਹ ਜਾਂਚ ਕਰਾਉਣ ਦੀ ਮੰਗ ਜਿਹੜੀ ਆ ਉਹ ਕੀਤੀ ਆ। ਸੋ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਇੱਥੇ ਨਾਅਰੇਬਾਜ਼ੀ ਜਿਹੜੀ ਆ ਉਹ ਹੋ ਰਹੀ ਆ ਤੇ ਲੋਕ ਜਿਹੜੇ ਆ ਇਨਸਾਫ ਦੀ ਮੰਗ ਜਿਹੜੀ ਆ ਉਹ ਕਰ ਰਹੇ। ਉੱਥੇ ਪਰਿਵਾਰ ਦਾ ਜਿਹੜਾ ਆ ਉਹ ਰੋ ਰੋ ਕੇ ਬੁਰਾ ਹਾਲ ਹੈ ਕਿ ਇਹ ਕਿਵੇਂ ਜਿਹੜਾ ਆ ਉਹ ਸਾਰਾ ਕੁਝ ਹੋ ਗਿਆ। ਅਚਾਨਕ ਹੀ ਜਿਹੜਾ ਆ ਉਹ ਇਸ ਤਰੀਕੇ ਦੇ ਨਾਲ ਇਹ ਘਟਨਾ ਵਾਪਰਦੀ ਹੈ ਅਤੇ ਪਰਿਵਾਰ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੇ ਪੁੱਤ ਨੂੰ ਯਾਨੀ ਕਿ ਸਿੱਧੂ ਮੂਸੇਵਾਲੇ ਨੂੰ ਜਿਹੜਾ ਆ ਉਹ ਮੌਤ ਦੇ ਘਾਟ ਕੁਝ ਹਮਲਾਵਰਾਂ ਨੇ ਜਿਹੜਾ ਆ ਉਹ ਉਤਾਰ ਦਿੱਤਾ। ਸੋ ਪੰਜਾਬ ਦੇ ਵਿੱਚ ਨਿੱਤ ਹੀ ਅਜਿਹੀਆਂ ਘਟਨਾਵਾਂ ਜਿਹੜੀਆਂ ਉਹ ਵਾਪਰ ਰਹੀਆਂ ਨੇ ਅਤੇ ਇਸ ਘਟਨਾ ਨੂੰ ਵੀ ਗੈਂਗਵਾਰ ਦੇ ਨਾਲ ਹੀ ਜੋੜ ਕੇ ਦੇਖਿਆ ਜਾ ਰਿਹਾ ਆ। ਸੋ ਇਸ ਵੇਲੇ ਦੀਆਂ ਤਸਵੀਰਾਂ ਜਿਹੜੀਆਂ ਆ ਉਹ ਮਾਨਸਾ ਹਸਪੀਟਲ ਜਿਹੜਾ ਸਿਵਲ ਹਸਪੀਟਲ ਆ ਉੱਥੋਂ ਇਹ ਤਸਵੀਰਾਂ ਜਿਹੜੀਆਂ ਵਾ ਇਸ ਵੇਲੇ ਦੀਆਂ, ਉਹਦੇ ਬਾਹਰ ਇਹ ਲੋਕ ਜਿਹੜੇ ਆ ਉਹ ਪ੍ਰਦਰਸ਼ਨ ਕਰ ਰਹੇ ਆ।
ਸੋ ਬਿਲਕੁਲ ਜਿੱਥੇ ਅਸੀਂ ਸਿਵਲ ਹਸਪੀਟਲ ਤੁਹਾਨੂੰ ਉਧਰਲੇ ਪਾਸਿਓਂ ਜਿਹੜਾ ਆ ਉਹ ਦਿਖਾਇਆ ਤੇ ਜਿੱਥੇ ਸਿੱਧੂ ਮੂਸੇਵਾਲੇ ਦੀ ਡੈੱਡ ਬੋਡੀ ਜਿਹੜੀ ਆ ਉਹ ਰੱਖੀ ਗਈ ਆ, ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਉੱਥੇ ਪੁਲਿਸ ਜਿਹੜੀ ਆ ਉਹ ਪੂਰੀ ਤਰ੍ਹਾਂ ਦੇ ਨਾਲ ਜਿਹੜੀ ਇੱਥੇ ਆ ਉਹ ਤੈਨਾਤ ਆ। ਇੱਥੇ ਸਾਰੀਆਂ ਹੀ ਗੱਡੀਆਂ ਜਿਹੜੀਆਂ ਆ ਉਹ ਪੁਲਿਸ ਪ੍ਰਸ਼ਾਸਨ ਦੀਆਂ ਜਿਹੜੀਆਂ ਆ ਉਹ ਲੱਗੀਆਂ ਹੋਈਆਂ ਨੇ। ਸੋ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇਸੇ ਹੀ ਬਿਲਡਿੰਗ ਦਾ ਜਿਹੜਾ ਪਿਛਲਾ ਪਾਸਾ ਆ ਉਧਰਲੇ ਪਾਸੇ ਜਿਹੜੀ ਆ ਉਹ ਸਿੱਧੂ ਮੂਸੇਵਾਲੇ ਦੀ ਡੈੱਡ ਬੋਡੀ, ਅਤੇ ਇਹੀ ਉਹ ਹਸਪੀਟਲ ਜਿੱਥੇ ਸਿੱਧੂ ਮੂਸੇਵਾਲੇ ਨੂੰ ਕੱਲ੍ਹ ਇਹ ਘਟਨਾ ਜਦੋਂ ਜਾਨਲੇਵਾ ਹਮਲਾ ਜਿਹੜਾ ਹੁੰਦਾ ਉਸ ਤੋਂ ਬਾਅਦ ਦੇ ਵਿੱਚ ਲੈ ਕੇ ਆਂਦਾ ਜਾਂਦਾ ਆ। ਫਿਰ ਉਸ ਤੋਂ ਬਾਅਦ ਦੇ ਵਿੱਚ ਡਾਕਟਰਸ ਜਿਹੜੇ ਆ ਉਹਨਾਂ ਨੂੰ ਇੱਥੇ ਮ੍ਰਿਤਕ ਘੋਸ਼ਿਤ ਜਿਹੜਾ ਆ ਉਹ ਕਰ ਦਿੰਦੇ ਆ, ਅਤੇ ਉਸ ਤੋਂ ਬਾਅਦ ਦੇ ਵਿੱਚ SSP ਮਾਨਸਾ ਜਿਹੜੇ ਆ ਉਹਨਾਂ ਦੇ ਵੱਲੋਂ ਮੀਡੀਆ ਤੱਕ ਇਹ ਗੱਲ ਦੱਸੀ ਜਾਂਦੀ ਆ ਕਿ ਉਹਨਾਂ ਦੀ ਸਿੱਧੂ ਮੂਸੇਵਾਲਾ ਦੀ ਗੋਲੀਆਂ ਲੱਗਣ ਨਾਲ ਮੌਤ ਹੋ ਗਈ ਸੀ। ਉਹਨਾਂ ਦੀ ਗੱਡੀ ਦੇ ਉੱਤੇ ਜਿਹੜਾ ਆ ਉਹ ਅਟੈਕ ਬਿਲਕੁਲ ਸਾਹਮਣੇ ਤੋਂ ਹੋਇਆ ਸੀ। ਅਤੇ ਇਸ ਵੇਲੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜਿਹੜੀ ਆ ਉਹ ਪੁਲਿਸ ਕੱਲ੍ਹ ਤੋਂ ਹੀ ਜਦੋਂ ਇਹ ਘਟਨਾ ਵਾਪਰੀ ਆ ਉਸ ਤੋਂ ਬਾਅਦ ਤੋਂ ਲੈ ਕੇ ਲਗਾਤਾਰ ਪੁਲਿਸ ਪ੍ਰਸ਼ਾਸਨ ਜਿਹੜਾ ਆ ਉਹ ਇੱਥੇ ਜਿਹੜਾ ਆ ਉਹ ਤੈਨਾਤ ਆ, ਅਤੇ ਪਰਿਵਾਰ ਦੇ ਵੱਲੋਂ ਪੋਸਟਮਾਰਟਮ ਜਿਹੜਾ ਆ ਉਹ ਕਰਾਉਣ ਤੋਂ ਨਾ ਜਿਹੜੀ ਆ ਉਹ ਕਰ ਦਿੱਤੀ ਗਈ ਆ ਕਿ ਪੋਸਟਮਾਰਟਮ ਨਹੀਂ ਕਰਵਾਇਆ ਜਾਏਗਾ, ਕਿਉਂਕਿ ਇਹਦੀ ਜਾਂਚ ਜਿਹੜੀ ਆ ਉਹ NIA ਨੂੰ ਦਿੱਤੀ ਜਾਵੇ। ਸੋ ਪਤਾ ਲੱਗ ਸਕੇ ਕਿ ਘਟਨਾ ਕਿਉਂ ਵਾਪਰੀ, ਕਿੱਦਾਂ ਵਾਪਰੀ ਅਤੇ ਕਿਹਨਾਂ ਦੁਆਰਾ ਇਹ ਸਾਰਾ ਕੁਛ ਜਿਹੜਾ ਆ ਉਹ ਕੀਤਾ ਗਿਆ। ਸੋ ਇਹ ਇਸ ਵੇਲੇ ਜਿਹੜਾ ਆ ਉਹ ਮਾਨਸਾ ਵਿਖੇ ਪਹੁੰਚੇ ਹਾਂ ਅਸੀਂ, ਅਤੇ ਇਹ ਬਿਲਡਿੰਗ ਜਿਹੜੀ ਤੁਸੀਂ ਇੱਥੇ ਦੇਖ ਰਹੇ ਹੋ ਇਹਦੇ ਦੂਸਰੇ ਪਾਸੇ ਜਿਹੜਾ ਆ ਉਹ ਜਿਹੜੀ ਡੈੱਡ ਬੋਡੀ ਆ ਸਿੱਧੂ ਮੂਸੇਵਾਲੇ ਦੀ ਉਹ ਰੱਖੀ ਗਈ ਆ। ਅਤੇ ਇੱਥੇ ਇਸ ਜਗ੍ਹਾ ਦੇ ਉੱਤੇ ਹੀ ਗੋਲੀਆਂ ਲੱਗਣ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਲੈ ਕੇ ਆਂਦਾ ਗਿਆ, ਅਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਜਿਹੜਾ ਆ ਉਹ ਘਟਨਾ ਜਿਹੜੀ ਆ ਉਹ ਵਾਪਰਦੀ ਆ, ਅਤੇ ਫਿਰ ਡੈੱਡ ਬੋਡੀ ਨੂੰ ਇੱਧਰ ਜਿਹੜਾ ਮੋਰਚਰੀ ਆ ਉਹਦੇ ਵਿੱਚ ਸ਼ਿਫਟ ਕਰ ਦਿੱਤਾ ਜਾਂਦਾ। ਸੋ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਆ ਉਹ ਵਾਪਰੀ ਆ, ਚਾਹੇ ਕਿ ਇਹਦੇ ਉੱਤੇ ਵੱਖ-ਵੱਖ ਲੀਡਰਾਂ ਦੇ, ਵੱਖ-ਵੱਖ ਸੈਲੀਬ੍ਰਿਟੀਜ਼ ਅਤੇ ਵੱਖ-ਵੱਖ ਪੰਜਾਬੀ ਕਲਾਕਾਰਾਂ ਦੇ ਪ੍ਰਤੀਕਰਮ ਜਿਹੜੇ ਆ ਉਹ ਜ਼ਰੂਰ ਆਏ ਆ, ਪਰ ਜਾਣ ਵਾਲਾ ਇਸ ਦੁਨੀਆ ਤੋਂ ਜਾ ਚੁੱਕਿਆ ਆ। ਸੋ ਪਰਿਵਾਰ ਵਾਸਤੇ ਬੜੀ ਦੁੱਖ ਦੀ ਘੜੀ ਆ, ਅਤੇ ਪਰਿਵਾਰ ਜਿਹੜਾ ਆ ਉਹ ਇਸ ਵੇਲੇ ਬੜਾ ਸਦਮੇ ਦੇ ਵਿੱਚ ਆ। ਬੜੇ ਚਾਵਾਂ ਦੇ ਨਾਲ ਜਿਹੜੀ ਕੋਠੀ ਬਣਾਈ ਸੀਗੀ, ਅਤੇ ਅਗਲੇ ਮਹੀਨੇ ਸਿੱਧੂ ਮੂਸੇਵਾਲੇ ਦਾ ਵਿਆਹ ਸੀਗਾ, ਅਤੇ ਉਹਦੇ ਵਾਸਤੇ ਤਿਆਰੀਆਂ ਜਿਹੜੀਆਂ ਉਹ ਚੱਲ ਰਹੀਆਂ ਸੀ, ਪਰ ਇਹ ਘਟਨਾ ਜਿਹੜੀ ਆ ਉਸਨੇ ਪਰਿਵਾਰ ਨੂੰ ਇੱਕ ਵਾਰ ਝੰਜੋੜ ਕੇ ਜਿਹੜਾ ਉਹ ਰੱਖ ਦਿੱਤਾ, ਕਿਉਂਕਿ ਮਾਪਿਆਂ ਦਾ ਇਕੱਲਾ ਪੁੱਤ ਸੀਗਾ ਜਿਸ ਦੇ ਨਾਲ ਇਹ ਘਟਨਾ ਜਿਹੜੀ ਆ ਉਹ ਵਾਪਰੀ ਆ। ਸੋ ਇਸ ਵੇਲੇ ਜਿਹੜਾ ਆ ਉਹ ਸਰਕਾਰ ਚਾਹੇ ਕਹਿ ਰਹੀ ਹੈ ਕਿ ਪਰਿਵਾਰ ਜਿਹੜਾ ਉਹਦੇ ਨਾਲ ਸਾਨੂੰ ਹਮਦਰਦੀ ਆ ਅਤੇ ਉਹ ਆਪਣੇ ਆਪ ਨੂੰ ਸੰਭਾਲੇ, ਪਰ ਜਿਸ ਦਾ ਪੁੱਤ ਚਲਾ ਜਾਂਦਾ ਹੈ ਉਹਦੇ ਵਾਸਤੇ ਬੜਾ ਔਖਾ। ਸੋ ਇਸ ਵੇਲੇ ਸਿਵਲ ਹਸਪਤਾਲ ਮਾਨਸਾ ਦੀਆਂ ਤਸਵੀਰਾਂ ਜਿੱਥੇ ਇਸ ਵੇਲੇ ਸਿੱਧੂ ਮੂਸੇਵਾਲੇ ਦੀ ਡੈੱਡ ਬੋਡੀ ਰੱਖੀ ਗਈ ਆ, ਪਰਿਵਾਰ ਦੇ ਵੱਲੋਂ ਪੋਸਟਮਾਰਟਮ ਤੋਂ ਇਨਕਾਰ ਕੀਤਾ ਗਿਆ। ਹੁਣ ਦੇਖਣਾ ਹੋਏਗਾ ਕਿ ਅੱਗੇ ਦੀ ਕੀ ਅਪਡੇਟ ਜਿਹੜੀ ਆ ਉਹ ਨਵੀਂ ਆਉਂਦੀ ਆ। ਸੋ ਬਿਲਕੁਲ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਇੱਕ ਜਿਹੜਾ ਆ ਉਹ ਬੋਰਡ ਜਿਹੜਾ ਆ ਉਹ ਲੱਗਿਆ ਹੋਇਆ ਆ, ਜਿਹੜਾ ਕਿ ਇਸ ਬਿਲਡਿੰਗ ਦੀ ਰੈਨੋਵੇਸ਼ਨ ਵਾਸਤੇ ਨੀਂਹ ਪੱਥਰ ਜਿਹੜਾ ਆ ਉਹ ਰੱਖਿਆ ਗਿਆ ਸੀ। ਸ਼ੁਭਦੀਪ ਸਿੰਘ ਮੂਸੇਵਾਲਾ ਯਾਨੀ ਕਿ ਮੂਸੇਵਾਲਾ ਸਿੱਧੂ ਮੂਸੇਵਾਲਾ ਨੇ ਹੀ ਇਹਦਾ ਜਿਹੜਾ ਆ ਉਹ ਇਸ ਬਿਲਡਿੰਗ ਦੀ ਰੈਨੋਵੇਸ਼ਨ ਵਾਸਤੇ ਜਿਹੜਾ ਉਹ ਨੀਂਹ ਪੱਥਰ ਰੱਖਿਆ ਸੀ। ਹਲਕਾ ਸੇਵਾਦਾਰ ਮਾਨਸਾ ਜਿਹੜਾ ਆ ਮਾਣਯੋਗ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਦੀ ਦੂਰਅੰਦੇਸ਼ੀ ਸਦਕਾ। ਸੋ ਜਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਨ ਉਸ ਸਮੇਂ ਜਿਹੜਾ ਆ ਉਹ ਇਹ ਨੀਂਹ ਪੱਥਰ ਜਿਹੜਾ ਉਹ ਰੱਖਿਆ ਗਿਆ ਸੀਗਾ, ਅਤੇ ਇਸ ਬਿਲਡਿੰਗ ਦਾ ਸਾਰਾ ਕੰਮਕਾਜ ਜਿਹੜਾ ਉਹਨਾਂ ਵੱਲੋਂ ਹੀ ਪੈਸੇ ਦੇ ਕੇ ਜਿਹੜਾ ਆ ਉਹ ਲਗਭਗ ਕਿਹਾ ਜਾਂਦਾ ਕਿ 40 ਲੱਖ ਰੁਪਇਆ ਜਿਹੜਾ ਆ ਉਹ ਦਿੱਤਾ ਗਿਆ ਸੀਗਾ। ਸੋ ਇੱਥੇ ਮੁੱਖ ਮੰਤਰੀ ਜਿਹੜੇ ਆ ਉਹ ਵੀ ਪਹੁੰਚੇ ਸੀ, ਉਹਨਾਂ ਦੇ ਵੱਲੋਂ ਇਸ ਬਿਲਡਿੰਗ ਦਾ ਜਿਹੜਾ ਆ ਉਹ ਰੱਖਿਆ ਗਿਆ ਸੀਗਾ। ਸੋ ਇਹ ਇੱਕ ਬੜੀਆਂ ਤਸਵੀਰਾਂ ਜਿਹੜੀਆਂ ਆ ਉਹ ਭਾਵੁਕ ਕਰਨ ਵਾਲੀਆਂ ਕਿ ਕਦੇ ਇਸ ਚੀਜ਼ ਨੂੰ ਜਿਹੜਾ ਆ ਉਹ ਸੋਚਿਆ ਹੀ ਨਹੀਂ ਹੋਵੇਗਾ ਉਹਨਾਂ ਨੇ ਕਿ ਇਵੇਂ ਜਿਹੜਾ ਆ ਉਹ ਉਹਨਾਂ ਦੇ ਨਾਲ ਹੋ ਜਾਏਗਾ, ਅਤੇ ਇਹ ਘਟਨਾ ਜਿਹੜੀ ਆ ਉਹ ਵਾਪਰ ਜਾਏਗੀ, ਜਿਹਦਾ ਨੀਂਹ ਪੱਥਰ ਜਿਹੜਾ ਆ ਉਹ ਇੱਥੇ ਆਪ ਰੱਖ ਕੇ ਗਏ ਸਨ। ਇਹਦਾ ਰੈਨੋਵੇਸ਼ਨ ਵਾਸਤੇ ਜਿਹੜੀ ਆ ਉਹ ਸਟਾਰਟਿੰਗ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਸਨ ਉਦੋਂ ਜਿਹੜਾ ਆਏ ਸੀ, ਕਿਉਂਕਿ ਕਾਂਗਰਸ ਪਾਰਟੀ ਦੇ ਨਾਲ ਸੰਬੰਧ ਰੱਖਦੇ ਸੀਗੇ। ਉਹਨਾਂ ਦੇ ਮਦਰ ਜਿਹੜੇ ਆ ਉਹ ਵੀ ਪਿੰਡ ਮੂਸੇ ਤੋਂ ਜਿਹੜਾ ਆ ਉਹ ਸਰਪੰਚ ਨੇ ਕਾਂਗਰਸ ਪਾਰਟੀ ਦੇ ਵੱਲੋਂ ਹੀ। ਸੋ ਇਹ ਇੱਕ ਆਪਣੇ ਆਪ ਦੇ ਵਿੱਚ ਬੜਾ ਭਾਵੁਕ ਕਰਦੇ ਆ, ਕਿਉਂਕਿ ਪੂਰਾ ਨਾਮ ਜਿਹੜਾ ਸ਼ੁਭਦੀਪ ਸਿੰਘ ਸੀਗਾ, ਅਤੇ ਸਿੱਧੂ ਮੂਸੇਵਾਲਾ ਕਰਕੇ ਜਿਹੜਾ ਆ ਉਹਨਾਂ ਨੂੰ ਇੰਡਸਟਰੀ ਦੇ ਵਿੱਚ ਜਾਣਿਆ ਜਾਂਦਾ ਸੀਗਾ। ਸੋ ਇਸ ਵੇਲੇ ਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ, ਅਗਲੀਆਂ ਤਸਵੀਰਾਂ ਅਸੀਂ ਤੁਹਾਨੂੰ ਅਗਾਂਹ ਵੀ ਦਿਖਾਵਾਂਗੇ, ਅਤੇ ਪਿੰਡ ਵੀ ਜਾ ਕੇ ਜਿਹੜਾ ਆ ਉੱਥੇ ਦਾ ਵੀ ਹਾਲ ਦਿਖਾਵਾਂਗੇ ਕਿ ਪਿੰਡ ਕਿਵੇਂ ਲੋਕ ਪਹੁੰਚ ਰਿਹਾ। ਸਿਆਸੀ ਆਗੂ ਜਿਹੜੇ ਸਵੇਰ ਤੋਂ ਹੀ ਪਹੁੰਚ ਰਿਹਾ, ਰਾਜਾ ਵੜਿੰਗ ਵੀ ਉੱਥੇ ਪਹੁੰਚੇ ਸਨ, ਹੋਰ ਵੀ ਸਿਆਸੀ ਆਗੂ ਜਿਹੜੇ ਆ ਉਹ ਵੀ ਪਹੁੰਚੇ ਸਨ, ਅਤੇ ਉਹਨਾਂ ਦੇ ਕਲਾਕਾਰ ਮਿੱਤਰ ਵੀ ਜਿਹੜੇ ਆ ਉਹ ਵੀ ਪਹੁੰਚ ਰਹੇ ਆ। ਸੋ ਉਹ ਵੀ ਤਸਵੀਰਾਂ ਤੁਹਾਨੂੰ ਜਿਹੜੀਆਂ ਆ ਉਹ ਵੀ ਦਿਖਾਉਂਦੇ ਹਾਂ।
ਸੋ ਇੱਕ ਵਾਰ ਮੈਂ ਫੇਰ ਦਿਖਾ ਦੇਵਾਂ ਕਿ ਜਿੰਨੀ ਵੀ ਬਿਲਡਿੰਗ ਇਸ ਵੇਲੇ ਨਜ਼ਰ ਆ ਰਹੀ ਹੈ ਰੈੱਡ ਕਲਰ ਦੀ ਤੇ ਵਾਈਟ ਜਿਹੜਾ ਇਹਦੇ ਉੱਤੇ ਪੇਂਟ ਜਿਹੜਾ ਆ ਉਹ ਹੋਇਆ ਆ। ਸੋ ਇਹ ਸਾਰਾ ਹੀ ਕੰਮ ਕਹਿੰਦੇ ਆ ਕਿ ਸਿੱਧੂ ਮੂਸੇਵਾਲ ਹੋਰਾਂ ਨੇ ਜਿਹੜਾ ਆ ਉਹ ਆਪ ਕਰਵਾਇਆ ਸੀਗਾ ਇਸ ਬਿਲਡਿੰਗ ਵਾਸਤੇ। ਇਸ ਵਾਸਤੇ 40 ਲੱਖ ਰੁਪਏ ਦੀ ਉਦੋਂ ਜਿਹੜਾ ਆ ਉਹ ਪੈਸੇ ਇੱਥੇ ਪਹੁੰਚਾਏ ਸੀਗੇ। ਹੁਣੇ ਮੇਰੀ ਇੱਥੇ ਗੱਲ ਅੰਦਰ ਹੋ ਰਹੀ ਕਿਉਂਕਿ ਉਹ ਡਿਊਟੀ ਤੇ ਉਹ ਮਾਈਕ ਤੇ ਆ ਕੇ ਬੋਲ ਨਹੀਂ ਸਕਦੇ। ਉਹਨਾਂ ਨੇ ਦੱਸਿਆ ਕਿ ਇੱਥੇ ਪਹਿਲਾਂ ਬਹੁਤ ਬੁਰਾ ਹਾਲ ਸੀਗਾ ਬਿਲਡਿੰਗ ਦਾ, ਕੁਛ ਵੀ ਜਿਹੜਾ ਆ ਉਹ ਦਿਲ ਨਹੀਂ ਸੀ ਕਰਦਾ ਇੱਥੇ ਦੇਖਣ ਨੂੰ ਕਿ ਬਹੁਤ ਜ਼ਿਆਦਾ ਜਿਵੇਂ ਅਸੀਂ ਦੇਖਦੇ ਹਾਂ ਸਰਕਾਰੀ ਹਸਪੀਟਲਾਂ ਦੇ ਵਿੱਚ ਹੁੰਦਾ ਆ ਗੰਦ ਪਿਆ ਹੁੰਦਾ ਆ ਉਵੇਂ ਦਾ ਸਥਿਤੀ ਸੀਗੀ। ਪਰ ਉਸ ਤੋਂ ਬਾਅਦ ਦੇ ਵਿੱਚ ਇਹਦੇ ਅੰਦਰ ਵੀ ਜੇਕਰ ਅਸੀਂ ਦੇਖਾਂਗੇ ਤਾਂ ਟਾਇਲ ਜਿਹੜੀ ਆ ਉਹ ਲੱਗੀ ਹੋਈ ਆ। ਉਹ ਸਾਰਾ ਜਿਹੜਾ ਰੰਗ ਰੋਗਨ ਪੇਂਟ ਦਰਵਾਜ਼ੇ ਜੋ ਵੀ ਇੱਥੇ ਅੰਦਰ ਬਣਿਆ ਵਾ ਉਹ ਸਾਰਾ ਕੁਛ ਹੀ ਉਹਨਾਂ ਦੇ ਵੱਲੋਂ ਜਿਹੜਾ ਆ ਉਹ ਕਰਾਇਆ ਗਿਆ ਆ। ਸੋ ਅੱਗੇ ਅਸੀਂ ਗੱਲ ਕਰੀਏ ਤਾਂ ਹੁਣ ਉਹਨਾਂ ਦੀ ਡੈੱਡ ਬੋਡੀ ਜਿਹੜੀ ਆ ਇਸੇ ਹੀ ਬਿਲਡਿੰਗ ਦੇ ਵਿੱਚ ਦੂਸਰੇ ਪਾਸੇ ਜਿਹੜੀ ਮੋਰਚਰੀ ਆ ਉੱਥੇ ਜਿਹੜੀ ਆ ਉਹ ਡੈੱਡ ਬੋਡੀ ਉਹਨਾਂ ਦੀ ਪਈ ਹੋਈ ਆ। ਜਦੋਂ ਪਰਿਵਾਰ ਨੇ ਹੁਣ ਮਨਾ ਕਰ ਦਿੱਤਾ ਕਿ ਪੋਸਟਮਾਰਟਮ ਜਿਹੜਾ ਹੈ ਉਹ ਅਸੀਂ ਨਹੀਂ ਕਰਾਵਾਂਗੇ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ NIA ਨੂੰ ਜਿਹੜਾ ਆ ਉਹ ਕਿਹਾ ਗਿਆ ਆ ਕਿ ਉਸ ਤੋਂ ਜਾਂਚ ਕਰਵਾਈ ਜਾਵੇ, ਪਤਾ ਲੱਗ ਸਕੇ ਕਿ ਕੀ ਜਿਹੜਾ ਆ ਉਹ ਵਾਪਰਿਆ, ਕਿਉਂ ਇਹ ਸਾਰਾ ਕੁਝ ਹੋਇਆ। ਕਿਉਂਕਿ ਪਰਿਵਾਰ ਵਾਸਤੇ ਇਸ ਵੇਲੇ ਜਿਹੜਾ ਆ ਉਹ ਬਹੁਤ ਦੁੱਖ ਦੀ ਘੜੀ ਆ, ਬਹੁਤ ਵੱਡਾ ਦੁੱਖਾਂ ਦਾ ਪਹਾੜ ਉਹਨਾਂ ਦੇ ਉੱਤੇ ਆ ਕੇ ਜਿਹੜਾ ਆ ਉਹ ਟੁੱਟਿਆ। ਸੋ ਇਸ ਕਰਕੇ ਇਹ ਬਿਲਡਿੰਗ ਦਾ ਕੰਮ ਜਿਹੜਾ ਉਹਨਾਂ ਨੇ ਕੁਝ ਹੀ ਮਹੀਨੇ ਪਹਿਲਾਂ ਆਪ ਹੀ ਜਿਹੜਾ ਆ ਉਹ ਕਰਵਾਇਆ ਸੀਗਾ ਤੇ ਇਸ ਵਾਸਤੇ 40 ਲੱਖ ਰੁਪਇਆ ਵੀ ਜਿਹੜਾ ਆਪਣੇ ਕੋਲੋਂ ਦਿੱਤਾ ਸੀਗਾ। ਸੋ ਇਸ ਵੇਲੇ ਦੀਆਂ ਇਹ ਤਸਵੀਰਾਂ ਇਸ ਬਿਲਡਿੰਗ ਤੋਂ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਉਹਨਾਂ ਦੀ ਜਿਹੜੀ ਆ ਕੱਲ੍ਹ ਡੈਥ ਹੁੰਦੀ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਆ ਉਹ ਇੱਥੇ ਜਿਹੜਾ ਆ ਉਹਨਾਂ ਦੀ ਡੈੱਡ ਬੋਡੀ ਹੁਣ ਇੱਥੇ ਪਈ ਆ। ਜਦੋਂ ਹੁਣ ਪਰਿਵਾਰ ਨੇ ਮਨਾ ਕਰ ਦਿੱਤਾ, ਨਹੀਂ ਤਾਂ ਪੋਸਟਮਾਰਟਮ ਤੋਂ ਬਾਅਦ ਦੇ ਵਿੱਚ ਜਿਹੜੀ ਉਹਨਾਂ ਦੀ ਡੈੱਡ ਬੋਡੀ ਸੀਗੀ ਉਹ ਉਹਨਾਂ ਦੇ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ ਜਿਹੜੀ ਆ ਉਹ ਸੌਂਪ ਦਿੱਤੀ ਜਾਣੀ ਸੀਗੀ। ਤੇ ਹੁਣ ਜਿਹੜੀ ਆ ਉਹ ਅਜੇ ਇਸ ਚੀਜ਼ ਦਾ ਵੇਟ ਕੀਤਾ ਜਾਏਗਾ ਕਿ ਅਗਲੀਆਂ ਇੰਸਟਰਕਸ਼ਨਸ ਕੀ ਹੁੰਦੀਆਂ, ਕਿਉਂਕਿ ਪੁਲਿਸ ਪ੍ਰਸ਼ਾਸਨ ਸਰਕਾਰ ਵੀ ਇਹ ਚਾਹੇਗੀ ਕਿ ਜਲਦੀ ਹੀ ਜਿਹੜਾ ਆ ਉਹ ਸੰਸਕਾਰ ਵੀ ਹੋ ਜਾਵੇ। ਕਿਉਂਕਿ ਮਾਮਲਾ ਜਿਹੜਾ ਆ ਉਸ ਨੂੰ ਜ਼ਿਆਦਾ ਜਿਹੜਾ ਕੱਲ੍ਹ ਵੀ ਜਿਵੇਂ ਟਵੀਟ ਭਗਵੰਤ ਮਾਨ ਹੋਰਾਂ ਦਾ ਆਇਆ ਸੀਗਾ ਕਿ ਜਿਹੜਾ ਲੋਕ ਆ ਉਹ ਸ਼ਾਂਤੀ ਬਣਾ ਕੇ ਰੱਖਣ। ਸੋ ਇਸ ਕਰਕੇ ਹੁਣ ਦੇਖਣਾ ਹੋਵੇਗਾ ਕਿ ਹੁਣ ਲੋਕ ਕਿਸ ਤਰੀਕੇ ਨਾਲ, ਜਿਵੇਂ ਬਾਹਰ ਨਾਅਰੇਬਾਜ਼ੀ ਹੋ ਰਹੀ ਉੱਥੇ ਬੈਰੀਗੇਟਿੰਗ ਜਿਹੜੀ ਆ ਉਹ ਕੀਤੀ ਗਈ ਆ। ਤੇ ਹੁਣ ਇੱਥੇ ਦੀ ਗੱਲ ਕਰੀਏ ਤਾਂ ਇੱਥੇ ਵੀ ਜਿਹੜਾ ਲੋਕ ਹੌਲੀ ਹੌਲੀ ਦੂਰੋਂ ਨੇੜੋਂ ਚੱਲ ਕੇ ਇਕੱਠੇ ਜਿਹੜੇ ਆ ਉਹ ਹੋ ਰਹੇ ਆ ਅਤੇ ਇਸੇ ਹੀ ਬਿਲਡਿੰਗ ਦਾ ਸਾਰਾ ਕੰਮ ਜਿਹੜਾ ਉਹ ਉਹਨਾਂ ਨੇ ਆਪ ਸਿੱਧੂ ਮੂਸੇਵਾਲਾ ਹੋਰਾਂ ਨੇ ਆਪ ਜਿਹੜਾ ਆ ਉਹ ਕਰਵਾਇਆ ਸੀਗਾ। ਸੋ ਇਸ ਵੇਲੇ ਅਸੀਂ ਪਹੁੰਚ ਚੁੱਕੇ ਹਾਂ ਮੂਸੇ ਪਿੰਡ ਤੇ ਇਸ ਵੇਲੇ ਸਿੱਧੂ ਮੂਸੇਵਾਲਾ ਦੀ ਜਿਹੜੀ ਹਵੇਲੀ ਆ, ਜਿਹੜੀ ਇੱਕ ਬਹੁਤ ਆਲੀਸ਼ਾਨ ਹਵੇਲੀ ਬਣਾਈ ਗਈ ਆ, ਉਸ ਦੇ ਇਸ ਵੇਲੇ ਅਸੀਂ ਬਾਹਰ ਜਿਹੜਾ ਆ ਉਹ ਖੜ੍ਹੇ ਆ। ਇੱਥੋਂ ਤੁਸੀਂ ਜਿਹੜਾ ਆ ਉਹ ਦੇਖ ਸਕਦੇ ਹੋ ਕਿ ਸਾਰਾ ਕੁਛ ਜਿਹੜਾ ਆ ਉਹ ਕਲੀਅਰ ਜਿਹੜਾ ਆ ਉਹ ਨਜ਼ਰ ਆ ਰਿਹਾ ਬਾਹਰਲੇ ਪਾਸੋਂ। ਇਸ ਹਵੇਲੀ ਦਾ ਵਿਊ ਆ ਜਿਹੜਾ ਉਹ ਨਜ਼ਰ ਆ ਰਿਹਾ ਵਾ। ਸੋ ਇੱਥੇ ਦੀਆਂ ਇਹ ਜਿਹੜੀਆਂ ਤਸਵੀਰਾਂ ਆ ਉਹ ਤੁਸੀਂ ਦੇਖ ਸਕਦੇ ਹੋ। ਇੱਥੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਜਿਹੜੇ ਆ ਉਹ ਵੀ ਪਹੁੰਚ ਰਹੇ ਆ। ਸਵੇਰੇ ਇੱਥੇ ਰਾਜਾ ਵੜਿੰਗ ਅਤੇ ਹੋਰ ਲੀਡਰ ਜਿਹੜੇ ਆ ਉਹ ਪਹੁੰਚੇ ਸੀਗੇ। ਉਸ ਤੋਂ ਬਾਅਦ ਦੀ ਗੱਲ ਕਰੀਏ ਤਾਂ ਹੁਣ ਵੀ ਜਿਹੜੇ ਆ ਉਹ ਪਾਰਟੀ ਦੇ ਜਿਹੜੇ ਆ ਉਹ ਨੁਮਾਇੰਦੇ ਪਹੁੰਚੇ ਆ ਇੱਥੇ ਸਿੱਧੂ ਮੂਸੇਵਾਲਾ ਦੇ ਘਰ ਕੋਠੀ ਦੇ ਜਿਹੜਾ ਆ ਉਹ ਕੋਸ਼ਿਸ਼ ਕਰਾਂਗੇ ਕਿ ਜੇਕਰ ਅੰਦਰ ਤੱਕ ਜਿਹੜਾ ਆ ਉਹ ਜਾਇਆ ਜਾਵੇ, ਕਿਉਂਕਿ ਮਾਹੌਲ ਜਿਹੜਾ ਆ ਉਹ ਇਸ ਤਰ੍ਹਾਂ ਦਾ ਵਾ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਆ ਉਹ ਅੰਦਰ ਦੀਆਂ ਤਸਵੀਰਾਂ ਜਿਹੜੀਆਂ ਉਹ ਦਿਖਾਉਣ ਤੋਂ ਜਿਹੜਾ ਆ ਉਹ ਮਨਾ ਕੀਤਾ ਗਿਆ ਆ। ਸੋ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਬਾਹਰ ਦਾ ਵਿਊ ਜਿਹੜਾ ਆ ਉਹ ਤੁਸੀਂ ਦੇਖ ਸਕਦੇ ਹੋ ਕਿ ਬਾਹਰ ਦਾ ਉੱਥੋਂ ਪੁਲਿਸ ਪ੍ਰਸ਼ਾਸਨ ਜਿਹੜਾ ਆ ਉਹ ਅੰਦਰ ਨਹੀਂ ਜਾਣ ਦੇ ਰਿਹਾ ਮੀਡੀਆ ਨੂੰ, ਇੱਥੋਂ ਹੀ ਜਿਹੜਾ ਆ ਉਹ ਰੋਕਿਆ ਜਾ ਰਿਹਾ ਵਾ। ਇਹ ਪਤਾ ਨਹੀਂ ਹੁਣ ਪੁਲਿਸ ਦੇ ਮਾਈਂਡ ਦੇ ਵਿੱਚ ਕੀ ਚੱਲ ਰਿਹਾ ਆ ਕਿ ਕਿਉਂ ਜਿਹੜਾ ਆ ਉਹ ਰੋਕਿਆ ਜਾ ਰਿਹਾ ਆ। ਅਤੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਸਾਰਾ ਮੀਡੀਆ ਜਿਹੜਾ ਆ ਉਹ ਇੱਥੇ ਪਹੁੰਚਿਆ ਹੋਇਆ ਆ ਅਤੇ ਇਹ ਸਾਰਾ ਕੁਛ ਜਿਹੜਾ ਜੋ ਕੁਛ ਵੀ ਇੱਥੇ ਘਟਨਾਕ੍ਰਮ ਜਿਹੜਾ ਆ ਉਹ ਵਾਪਰਿਆ ਇਹ ਕੱਲ੍ਹ ਦੀ ਗੱਲ ਹੈ ਕਿ ਜਦੋਂ ਸ਼ਾਮ ਨੂੰ ਸਿੱਧੂ ਮੂਸੇਵਾਲਾ ਜਿਹੜਾ ਆ ਉਹ ਆਪਣੇ ਘਰ ਤੋਂ ਜਿਹੜਾ ਆ ਉਹ ਮਾਨਸਾ ਦੀ ਤਰਫ ਜਿਹੜਾ ਆ ਉਹ ਜਾਂਦੇ ਆ ਤਾਂ ਉੱਥੋਂ ਜਿਹੜਾ ਆ ਉਹ ਥੋੜ੍ਹੀ ਹੀ ਦੂਰੀ ਦੇ ਉੱਤੇ 4 ਕਿਲੋਮੀਟਰ ਦਾ ਸਫ਼ਰ ਜਿਹੜਾ ਆ ਉਹ ਜਦੋਂ ਤੈਅ ਕਰਦੇ ਆ ਤਾਂ ਉਹਨਾਂ ਨੂੰ ਜਿਹੜਾ ਆ ਉਹ ਕੁਝ ਗੈਂਗਸਟਰਾਂ ਦੇ ਵੱਲੋਂ ਜਿਹੜਾ ਆ ਉਹ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ। ਚਾਹੇ ਕਿ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਹਸਪੀਟਲ ਜ਼ਰੂਰ ਪਹੁੰਚਾਇਆ ਜਾਂਦਾ ਆ, ਪਰ
ਹਸਪੀਟਲ ਵੀ ਅਸੀਂ ਗਏ ਸੀਗੇ ਪਹਿਲਾਂ ਤਾਂ ਦੱਸਿਆ ਉਹਨਾਂ ਨੇ ਕਿ ਡੈਥ ਜਿਹੜੀ ਆ ਉਹ ਔਨ ਦੀ ਸਪੌਟ ਹੀ ਹੋ ਗਈ ਸੀਗੀ, ਪਰ ਫਿਰ ਵੀ ਉਹਨਾਂ ਨੂੰ ਹਸਪੀਟਲ ਜਿਹੜਾ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਜਦੋਂ ਚੈੱਕ ਕੀਤਾ ਤਾਂ ਉਹਨਾਂ ਨੂੰ ਮ੍ਰਿਤਕ ਜਿਹੜਾ ਆ ਉਹ ਘੋਸ਼ਿਤ ਕਰ ਦਿੱਤਾ। ਇਸ ਵੇਲੇ ਤੁਸੀਂ ਕੀ ਵੇਖ ਸਕਦੇ ਹੋ, ਕੋਠੀ ਜਿਹੜੀ ਆਮ ਹਰ ਇੱਕ ਵੀਡੀਓ ਦੇ ਵਿੱਚ ਜਾਂ ਕਿਸੇ ਲੰਘਦੇ ਆਉਂਦੇ ਵੱਲੋਂ ਜਿਹੜੀ ਆ ਉਹ ਵੀਡੀਓ ਬਣਾਈ ਜਾਂਦੀ ਸੀ, ਤੇ ਇਹ ਕੋਠੀ ਜਿਹੜੀ ਆ ਉਹ ਨਜ਼ਰ ਜਿਹੜੀ ਆ ਉਹ ਆਉਂਦੀ ਸੀਗੀ। ਸੋ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਦੀਆਂ ਇਹ ਕੋਠੀ ਦੀਆਂ ਬਾਹਰ ਦੀਆਂ ਜਿਹੜੀਆਂ ਆ ਉਹ ਤਸਵੀਰਾਂ ਇੱਥੇ ਨਜ਼ਰ ਆ ਰਹੀਆਂ। ਉੱਤੇ ਕਾਂਗਰਸ ਦਾ ਜਿਹੜਾ ਆ ਉਹ ਝੰਡਾ ਵੀ ਜਿਹੜਾ ਆ ਉਹ ਲੱਗਿਆ ਨਜ਼ਰ ਆ ਰਿਹਾ, ਤੇ ਇਹ ਵੀ ਦੱਸਿਆ ਜਾ ਰਿਹਾ ਸੀ ਕਿ ਅਗਲੇ ਮਹੀਨੇ ਸਿੱਧੂ ਮੂਸੇਵਾਲੇ ਦਾ ਜਿਹੜਾ ਆ ਉਹ ਵਿਆਹ ਸੀਗਾ, ਅਤੇ ਇਸ ਘਰ ਦੇ ਵਿੱਚ ਪ੍ਰਵੇਸ਼ ਵੀ ਕਰਨਾ ਸੀ, ਗ੍ਰਹਿ ਪ੍ਰਵੇਸ਼ ਵੀ, ਕਿਉਂਕਿ ਪਿੰਡ ਦੇ ਵਿੱਚ ਜਿਹੜਾ ਉਹਨਾਂ ਦਾ ਘਰ ਆ ਪੁਰਾਣਾ ਉਹਦੇ ਵਿੱਚ ਹੀ ਅਜੇ ਜਿਹੜਾ ਆ ਉਹ ਰਹਿੰਦੇ ਸੀਗੇ, ਤੇ ਇੱਥੇ ਇਸ ਕੋਠੀ ਦੇ ਵਿੱਚ ਜਿਹੜਾ ਆ ਉਹ ਉਹਨਾਂ ਨੇ ਆ ਕੇ ਅਜੇ ਵਿਆਹ 'ਤੇ ਜਾਂ ਉਸ ਤੋਂ ਪਹਿਲਾਂ ਥੋੜ੍ਹਾ ਚਿਰ ਜਿਹੜਾ ਆ ਉਹ ਇੱਥੇ ਸ਼ਿਫਟ ਹੋਣਾ ਸੀਗਾ, ਪਰ ਉਸ ਤੋਂ ਪਹਿਲਾਂ ਇੱਕ ਵੱਡੀ ਘਟਨਾ ਵਾਪਰੀ, ਗੈਂਗਵਾਰ ਜਿਹੜੀ ਆ ਉਹ ਹੋਈ, ਤੇ ਉਹਨਾਂ ਦੇ ਨਾਲ ਦੇ ਸਾਥੀ ਜਿਹੜੇ ਗੱਡੀ ਦੇ ਵਿੱਚ ਸੀ ਉਹਨਾਂ ਦੀ ਵੀ ਮੌਤ ਜਿਹੜੀ ਆ ਉਹ ਹੋ ਗਈ ਆ। ਤੇ ਸਿੱਧੂ ਮੂਸੇਵਾਲੇ ਦੀ ਮੌਤ ਜਿਹੜੀ ਆ ਉਹ ਔਨ ਦੀ ਸਪੌਟ ਕੱਲ੍ਹ ਹੀ ਜਿਹੜੀ ਆ ਉਹ ਹੋ ਗਈ ਸੀਗੀ। ਚਾਹੇ ਕਿ ਮੈਂ ਜਿਵੇਂ ਪਹਿਲਾਂ ਦੱਸਿਆ ਕਿ ਉਹਨਾਂ ਨੂੰ ਹਸਪੀਟਲ ਤਾਂ ਲਿਜਾਇਆ ਗਿਆ, ਪਰ ਉੱਥੇ ਉਹਨਾਂ ਦੇ ਜਿਹੜਾ ਆ ਡਾਕਟਰਾਂ ਦੇ ਵੱਲੋਂ ਜਿਹੜਾ ਆ ਉਹ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਉਸ ਤੋਂ ਬਾਅਦ ਦੇ ਵਿੱਚ ਐਸਐਸਪੀ ਮਾਨਸਾ ਨੇ ਜਿਹੜਾ ਆ ਉਹ ਮੀਡੀਆ ਨੂੰ ਇਨਫੋਰਮੇਸ਼ਨ ਜਿਹੜੀ ਆ ਉਹ ਸਾਂਝੀ ਕੀਤੀ ਕਿ ਕਿਵੇਂ ਜਿਹੜਾ ਆ ਉਹ ਇਹ ਘਟਨਾ ਜਿਹੜੀ ਆ ਉਹ ਸਾਰੀ ਵਾਪਰੀ ਆ। ਸੋ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਇਹ ਕੋਠੀ ਦੇ ਬਾਹਰ ਦੀਆਂ ਤਸਵੀਰਾਂ, ਤੇ ਅੱਜ ਦੀਆਂ ਜਿਹੜੀਆਂ ਗੱਲਾਂ ਉਹ ਸਾਹਮਣੇ ਆ ਰਹੀਆਂ ਕਿ ਉਹਨਾਂ ਦੇ ਪਿਤਾ ਜੀ ਜਿਹੜੇ ਆ ਉਹਨਾਂ ਨੇ ਵੀ ਕਿਹਾ ਕਿ ਕੁਝ ਦਿਨ ਪਹਿਲਾਂ ਤੋਂ ਵੀ ਲਗਾਤਾਰ ਇੱਥੇ ਦਿੱਲੀ ਨੰਬਰ ਦੀਆਂ ਕੁਝ ਗੱਡੀਆਂ ਜਿਹੜੀਆਂ ਆ ਉਹ ਦੇਖੀਆਂ ਗਈਆਂ ਨੇ, ਕਿਉਂਕਿ ਜਿਵੇਂ ਕਿਹਾ ਜਾ ਰਿਹਾ ਕਿ ਰੈਕੀ ਜਿਹੜੀ ਆ ਉਹ ਕੀਤੀ ਗਈ ਆ, ਰੈਕੀ ਕਰਦੇ ਹੋਏ ਜਿਹੜੇ ਆ ਉਹ ਨਜ਼ਰ ਆਏ ਸੀ ਕਿ ਕੁਝ ਲੋਕ ਜਿਨ੍ਹਾਂ ਨੇ ਪੂਰੀ ਸ਼ਹਿ ਲਗਾ ਕੇ ਜਿਹੜਾ ਆ ਉਹ ਕੱਲ੍ਹ ਸਿੱਧੂ ਮੂਸੇਵਾਲੇ ਨੂੰ ਜਿਹੜਾ ਆ ਉਹ ਗੋਲੀਆਂ ਮਾਰ ਕੇ ਜਿਹੜਾ ਆ ਮੌਤ ਦੇ ਘਾਟ ਉਤਾਰਿਆ। ਤੇ ਇਹ ਪੰਜਾਬ ਸਰਕਾਰ ਵਾਸਤੇ ਵੀ ਇੱਕ ਬੜੀ ਚੈਲੰਜ ਵਾਲੀ ਗੱਲ ਆ, ਕਿਉਂਕਿ ਇੱਕ ਗਰੁੱਪ ਜਿਸ ਨੇ ਇਹ ਜ਼ਿੰਮੇਵਾਰੀ ਚੁੱਕੀ ਸੀ ਕਿ ਅਸੀਂ ਜਿਹੜਾ ਆ ਉਹ ਇਹ ਜਿਹੜਾ ਹਮਲਾ ਆ ਉਹ ਕਰਵਾਇਆ, ਅਸੀਂ ਜ਼ਿੰਮੇਵਾਰੀ ਚੁੱਕਦੇ ਹਾਂ। ਉਸ ਤੋਂ ਬਾਅਦ ਦੀ ਗੱਲ ਕਰੀਏ ਤਾਂ ਜਿਹੜਾ ਹੁਣ ਕਈ ਗਰੁੱਪ ਨੇ ਉਹ ਆਪਸ ਦੇ ਵਿੱਚ ਕਹਿ ਰਹੇ ਕਿ ਅਸੀਂ ਬਦਲਾ ਲਵਾਂਗੇ, ਜਾਂ ਐਵੇਂ ਦੀਆਂ ਘਟਨਾਵਾਂ ਜੇਕਰ ਲਗਾਤਾਰ ਵਾਪਰਦੀਆਂ ਨੇ ਤਾਂ ਇਹ ਸਰਕਾਰ ਵਾਸਤੇ ਵੀ ਬੜੀ ਜਿਹੜੀ ਆ ਉਹ ਚੈਲੰਜ ਵਾਲੀ ਗੱਲ ਜਿਹੜੀ ਆ ਉਹ ਬਣ ਜਾਏਗੀ ਕਿ ਇਹ ਘਟਨਾ ਜਿਹੜੀਆਂ ਵਾ ਉਹ ਕਿਉਂ ਵਾਪਰ ਰਹੀਆਂ ਨੇ। ਇੱਕ ਨਾਮੀ ਸ਼ਖਸੀਅਤ ਸਿੱਧੂ ਮੂਸੇਵਾਲਾ ਜਿਨ੍ਹਾਂ ਦਾ ਜਿਹੜਾ ਆ ਉਹ ਕੱਲ੍ਹ ਦਿਨ ਦਿਹਾੜੇ ਕਤਲ ਜਿਹੜਾ ਆ ਉਹ ਕਰ ਦਿੱਤਾ ਗਿਆ, ਤੇ ਇੱਥੇ ਇਸ ਵੇਲੇ ਇੰਨੀ ਗਰਮੀ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਆ ਉਹ ਇੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚਿਆ। 3-4 ਜਗ੍ਹਾ ਦੇ ਉੱਤੇ ਤਾਂ ਗੱਡੀਆਂ ਲਗਾਉਣ ਵਾਸਤੇ ਹੀ ਜਿਹੜੀ ਆ ਉਹ ਜਗ੍ਹਾ ਬਣਾਈ ਗਈ ਆ, ਤੇ ਇੱਥੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੇ ਲੋਕ ਜਿਹੜੇ ਆ ਉਹ ਉਹਨਾਂ ਨੂੰ ਚਾਹੁਣ ਵਾਲੇ ਸੀਗੇ ਜਿਹੜੇ ਇਸ ਵੇਲੇ ਇੱਥੇ ਪਹੁੰਚੇ ਹੋਏ ਆ। ਤੇ ਇੱਥੇ ਲਗਾਤਾਰ ਸਵੇਰ ਤੋਂ ਲੀਡਰ, ਪੁਲਿਸ ਪ੍ਰਸ਼ਾਸਨ ਅਤੇ ਹੋਰ ਜਿਹੜੇ ਅਧਿਕਾਰੀ ਨੇ ਉਹ ਪਹੁੰਚ ਕੇ ਜਿਹੜਾ ਆ ਉਹ ਮਿਲ ਰਹੇ ਨੇ ਪਰਿਵਾਰ ਨੂੰ, ਪਰਿਵਾਰ ਦੇ ਨਾਲ ਦੁੱਖ ਜਿਹੜਾ ਵੰਡਾ ਰਹੇ ਨੇ। ਪਰ ਇਸ ਵੇਲੇ ਪਰਿਵਾਰ ਜਿਹੜਾ ਆ ਉਹ ਬੇਹੱਦ ਦੁੱਖ ਦੀ ਘੜੀ ਦੇ ਵਿੱਚ ਕਿ ਇਸ ਵੇਲੇ ਜੋ ਕੁਛ ਉਹਨਾਂ ਦੇ ਨਾਲ ਵਾਪਰਿਆ, ਇਕੱਲਾ ਕਹਿਰਾ ਮਾਪਿਆਂ ਦਾ ਜਿਹੜਾ ਆ ਉਹ ਪੁੱਤ ਸੀਗਾ ਜਿਸ ਦੀ ਮੌਤ ਜਿਹੜੀ ਆ ਉਹ ਕੱਲ੍ਹ ਗੈਂਗਸਟਰਾਂ ਦੇ ਵੱਲੋਂ ਜਿਹੜਾ ਆ ਉਹ ਅਟੈਕ ਕਰਨ ਦੇ ਨਾਲ ਜਿਹੜੀ ਆ ਉਹ ਹੋਈ ਆ। ਸੋ ਇੱਥੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਆ ਕੇ ਜਿਹੜਾ ਆ ਉਹ ਪਹੁੰਚੇ ਨੇ, ਉਹਨਾਂ ਦੇ ਘਰ ਦੇ ਬਾਹਰ ਜਿਹੜੇ ਆ ਉਹ ਖੜ੍ਹੇ ਨੇ। ਪਹਿਲਾਂ ਵੀ ਬਹੁਤ ਸਾਰੇ ਲੋਕ ਜਿਹੜੇ ਆ ਉਹ ਜਿਹੜੇ ਇੱਥੇ ਪਹੁੰਚਦੇ ਸਨ, ਤੇ ਹੁਣ ਵੀ ਜਿਹੜੇ ਆ ਉਹ ਲੋਕ ਜਿਹੜੇ ਆ ਉਹ ਇੱਥੇ ਪਹੁੰਚ ਕੇ ਜਿਹੜਾ ਆ ਉਹ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਗੱਲ ਕਰ ਰਹੇ। ਇਹਨਾਂ ਨਾਲ ਗੱਲਬਾਤ ਜਿਹੜੀ ਆ ਉਹ ਵੀ ਕਰ ਲੈਂਦੇ ਆ। ਸਤਿ ਸ਼੍ਰੀ ਅਕਾਲ ਜੀ ਵੀਰ ਜੀ। ਸਤਿ ਸ਼੍ਰੀ ਅਕਾਲ। ਕੀ ਕਹਿਣਾ ਚਾਹੋਗੇ ਜੀ, ਜਿਹੜੀ ਇਹ ਘਟਨਾ ਵਾਪਰੀ ਆ, ਬੜੀ ਮਾੜੀ ਇੱਕ ਘਟਨਾ ਵਾਪਰੀ, ਤੇ ਲਗਾਤਾਰ ਅਜਿਹੀਆਂ ਘਟਨਾਵਾਂ ਜਿਹੜੀਆਂ ਉਹ ਵਾਪਰ ਰਹੀਆਂ ਪਿਛਲੇ ਦਿਨਾਂ ਤੋਂ? ਬਾਈ ਬਹੁਤ ਜ਼ਿਆਦਾ ਮਾਹੌਲ ਖਰਾਬ ਹੋ ਰਿਹਾ ਪੰਜਾਬ ਦਾ, ਠੀਕ ਹੈ ਜੀ। ਸਾਰਿਆਂ ਨੂੰ ਪਤਾ ਪਿੱਛੇ ਸੰਦੀਪ ਨੰਗਲੰਬੀਆਂ ਦੇ ਗੋਲੀਆਂ ਮਾਰੀਆਂ, ਠੀਕ ਹੈ। ਸ਼ਰੇਆਮ ਗੈਂਗਸਟਰ ਨੰਗੇ ਘੁੰਮ ਰਹੇ ਆ, ਠੀਕ ਹੈ। ਤੇ ਮਾਨ ਸਾਹਿਬ ਆਪਦੀ ਫੋਕੀ ਜਿਹੜੀ ਪਬਲਿਕਸਿਟੀ ਆ ਉਹਦੇ ਵਾਸਤੇ ਲੱਗੇ ਪਏ ਆ, ਠੀਕ ਹੈ। ਤੁਸੀਂ ਵੀ ਦੇਖ ਰਹੇ ਹੋ ਅੱਜ ਇੱਥੇ ਵੱਡੇ ਵੱਡੇ ਲੀਡਰ ਆਈ ਜਾਂਦੇ ਆ, ਠੀਕ ਹੈ। ਸਾਰੇ ਆ ਜਾਣਗੇ ਇੱਥੇ, ਪਰ ਜਦੋਂ ਬਾਈ ਦੀ ਸਿਕਿਉਰਿਟੀ ਵਾਪਸ ਹੋਈ ਸੀ ਕਿਸੇ ਚੈਨਲ ਨੇ ਇਹ ਨਹੀਂ ਕਿਹਾ ਵੀ ਮੂਸੇ ਵਾਲੇ ਨੂੰ ਸਿਕਿਉਰਿਟੀ ਦੀ ਲੋੜ ਆ, ਪਰ ਹੁੱਬ ਕੇ ਦਿਖਾਇਆ ਗਿਆ ਵੀ ਹਾਂ ਬਈ ਮੂਸੇ ਵਾਲਾ ਵਿਹਲਾ, ਉਹਨੂੰ ਮਾਰ ਦਿਓ ਜਿਹਨੇ ਮਾਰਨਾ। ਤੇ ਜਿਹੜੀ ਕੱਲ੍ਹ ਘਟਨਾ ਜਿਵੇਂ ਵਾਪਰੀ ਹੈ, ਐਡੀ ਵੱਡੀ ਸ਼ਖਸੀਅਤ ਤੇ ਸਿਕਿਉਰਿਟੀ ਵਾਪਸ ਜਿਹੜੀ ਆ ਹੋਈ ਆ, ਉਹ ਵੀ ਮੰਦਭਾਗੀ। ਸਰਕਾਰ ਲਗਾਤਾਰ ਜਦੋਂ ਸਿਕਿਉਰਿਟੀ ਵਾਪਸ ਹੁੰਦੀ ਆ ਉਹਦਾ ਬਿਆਨ ਦਿੱਤਾ ਜਾਂਦਾ ਕਿ ਸਿਕਿਉਰਿਟੀ ਵਾਪਸ ਹੋ ਗਈ। ਇਹ ਗੱਲ ਤਾਂ ਦੱਸਣ ਵਾਲੀ ਨਹੀਂ ਹੈਗੀ ਕਿ ਸਿਕਿਉਰਿਟੀ ਜਿਹੜੀ। ਤੇ ਮੈਂ ਇਹ ਪੁੱਛਦਾ ਵੀ ਜਿੰਨੇ ਬੰਦੇ ਸਿਕਿਉਰਿਟੀ ਦੇ ਵਾਪਸ ਲਏ ਆ, ਠੀਕ ਹੈ, 1000 ਬੰਦਾ ਕਹਿੰਦੇ ਹੁਣ ਤੱਕ ਕਰ ਲਿਆ ਉਹਨਾਂ ਨੇ ਵਾਪਸ, ਕਿੱਥੇ ਉਹ ਸੜਕਾਂ ਤੇ ਖੜੇ ਆ, ਹਨਾ? ਜਨਤਾ ਦੀ ਰਾਖੀ ਕਰਦੇ ਆ ਉਹ,
ਉਹ ਤਾਂ ਮਾਨ ਸਾਹਿਬ ਦੀ ਫੈਮਿਲੀ ਦੀ ਰਾਖੀ ਕਰਦੇ ਆ ਜੀ, ਉੱਥੇ ਲਾਈ ਹੋਈ ਆ ਉਹਨਾਂ ਨੇ। ਕੋਈ 100 ਬੰਦਾ ਉਹ ਲਈ ਫਿਰਦਾ, 100 ਬੰਦਾ ਉਹ ਲਈ ਫਿਰਦਾ, ਠੀਕ ਹੈ ਨਾ। ਪਬਲਿਕ ਦੀ ਰਾਖੀ ਕਰਨ ਵਾਸਤੇ ਕੋਈ ਨਹੀਂ। ਐਡੀ ਦੂਰੋਂ ਗੱਡੀਆਂ ਚੱਲ ਕੇ ਆ ਗਈਆਂ 47 ਲੈ ਕੇ, ਠੀਕ ਹੈ। ਅੱਤਵਾਦੀਆਂ ਤੋਂ ਘੱਟ ਥੋੜਾ ਇਹ। ਤੇ ਸਾਡੇ ਵਰਗਾ ਜੇ ਕੋਈ ਅਸਲੇ ਨੂੰ ਹੱਥ ਪਾ ਲੈਂਦਾ, ਉਹਦੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਹੋ ਜਾਂਦਾ। ਤੁਹਾਨੂੰ ਲੱਗਦਾ ਕਿ ਇਸ ਘਟਨਾ ਦੇ ਵਿੱਚ ਕੋਈ ਇਨਸਾਫ ਜਿਹੜਾ ਮਿਲ ਪਾਊਗਾ, ਕੋਈ ਪਤਾ ਲੱਗ ਸਕੂਗਾ ਕਿ ਕਿਉਂ ਇਹ ਘਟਨਾ ਵਾਪਰੀ ਤੇ ਕੌਣ ਲੋਕ ਸੀਗੇ ਜਿਨ੍ਹਾਂ ਨੇ? ਇੱਥੇ ਇਨਸਾਫ ਲੈਣ ਵਾਸਤੇ 35 40 ਸਾਲ ਗਾਲਣੇ ਪੈਂਦੇ ਆ। ਇੰਨੀ ਤਾਂ ਬੇਬੇ ਬਾਪੂ ਦੀ ਉਮਰ ਹੀ ਨਹੀਂ ਹੋਣੀ। ਮਗਰ ਕੌਣ ਆ ਬਾਈ ਦੇ ਜਾਣ ਵਾਲਾ, ਤੁਸੀਂ ਇਹ ਸੋਚੋ, ਠੀਕ ਹੈ ਨਾ। ਤੇ ਦੂਜੀ ਗੱਲ ਇਹ ਹੈ, ਇਨਸਾਫ ਵਾਲੀ ਜਿਹੜੀ ਆਪਾਂ ਗੱਲ ਕਰਦੇ ਆ ਵੀ ਇਨਸਾਫ ਮਿਲੂਗਾ, ਕਾਹਦਾ ਇਨਸਾਫ ਮਿਲਣਾ? ਬੰਦਾ ਤਾਂ ਵਗ ਗਿਆ, ਕਿਸੇ ਨੇ ਕੀ ਦੇਖਣਾ? ਕਾਹਦਾ ਇਨਸਾਫ ਆ? ਜਿਹੜੇ ਬੰਦਿਆਂ ਨੂੰ ਜੇਲ੍ਹਾਂ 'ਚ ਡੱਕਣਾ ਉਹ ਤਾਂ ਆਲਰੇਡੀ ਜੇਲ੍ਹਾਂ 'ਚ ਰਹਿੰਦੇ ਆ ਬਾਈ। ਜਿਹੜੇ ਬੰਦੇ ਦਾਅਵੇ ਕਰਦੇ ਅਸੀਂ ਮਾਰਿਆ ਨਾ, ਅੱਧੇ ਘੰਟੇ ਬਾਅਦ ਬੰਦੇ ਨੇ ਪੋਸਟ ਪਾ ਦੇਣੀ ਮੈਂ ਮਾਰਿਆ, ਉਹ ਤਾਂ ਬੈਠੀ ਜੇਲ੍ਹ 'ਚ ਆ। ਉਹਨੂੰ ਫਿਰ ਇਦੋਂ ਉੱਤੇ ਟੰਗਣਗੇ ਕੀ? ਇਹ ਥੋੜੀ ਆ ਵੀ JCB ਨਾਲ ਇੱਥੇ ਚੱਕ ਕੇ ਲਿਫਟ ਫਾਹਾ ਲਾ ਦੇਣਗੇ ਉਹਨੂੰ ਸਾਰਿਆਂ ਸਾਹਮਣੇ। ਇਹ ਨਹੀਂ ਹੁੰਦਾ। ਤੁਹਾਡਾ ਇਹੀ ਪਿੰਡ ਹੈ? ਨਹੀਂ ਬਾਈ, ਮੇਰਾ ਪਿੰਡ ਪਖੜਿਆਲ। ਅੱਛਾ ਜੀ। ਇੱਥੇ ਉਦੋਂ ਪਹੁੰਚੇ ਹੋ? ਬਾਈ ਮੈਂ ਬਾਈ ਦੇ ਦੱਸਾਂ ਵੀ ਕਲੋਜੀਆਂ ਦੇ ਵਿੱਚੋਂ ਇੱਕ ਸੀਗਾ, ਠੀਕ ਹੈ, ਜਿਹੜੇ ਸਪੋਰਟ ਕਰਦੇ ਸੀ। ਅਸੀਂ ਬਾਈ ਨੂੰ 15 ਘੰਟੇ ਪਹਿਲਾਂ ਮਿਲ ਕੇ ਗਏ ਹਾਂ ਇੱਥੇ ਕੋਠੀ ਦੇ ਵਿੱਚ। ਰਾਤ ਨੂੰ ਅਸੀਂ ਸੀਗੇ 10 ਵਜੇ ਇੱਥੇ। ਤੁਸੀਂ ਸੋਚ ਕੇ ਦੇਖੋ ਵੀ ਸਾਡੇ ਤਾਂ WhatsApp ਸਟੇਟਸ ਲੱਗੇ, ਉਹ ਵੀ ਨਹੀਂ ਹਲੇ ਅਪਡੇਟ ਹੋਏ ਸੀਗੇ। ਤੇ ਏਡੀ ਵੱਡੀ ਘਟਨਾ ਵਾਪਰ ਜੇ ਬੰਦਾ ਹੋਰ ਕੀ ਕਰੂਗਾ? ਇੱਥੇ ਬਹੁਤ ਬੰਦੇ ਹੁਣ ਬਾਈ ਦੱਸੀ ਜਾਂਦੇ ਵੀ ਹੈਪਰ ਨਾ ਹੋ ਜਾਵੇ, ਵੀ ਉਹਨਾਂ ਪਰਾਂ ਕੋਈ ਸ਼ਬਦ ਨਿਕਲ ਜਾਂਦਾ ਹੁੰਦਾ ਹਨਾ। ਨਿਕਲ ਜੇ ਯਾਰ, ਫਿਰ ਕੀ ਹੈ? ਇੱਕ ਬੰਦਾ ਉਹ ਵੀ ਤਾਂ ਮਰ ਗਿਆ, ਠੀਕ ਹੈ। ਜਦੋਂ ਐਡੇ ਵੱਡੇ ਬੰਦੇ ਨੇ ਰਿਹਾ, ਆਪਣੀ ਤਾਂ ਕਾਤ ਹੀ ਕੀ ਹੈ? ਨਾਲੇ ਬਾਈ ਇੱਕ ਦਿਨ ਮਰਨਾ ਹੀ ਹੈ ਯਾਰ, ਗੱਲ ਤਾਂ ਸਿੱਧੀ ਇਹ ਆ, ਠੀਕ ਹੈ। ਮਰਨਾ ਹੀ ਹੈ, ਫਿਰ ਪਹਿਲਾਂ ਕੀ ਤੇ ਮਗਰੋਂ ਕੀ? ਇਹੋ ਜਿਹੇ ਸਿਸਟਮ 'ਚ ਰਹਿ ਕੇ ਕਰਨਾ ਵੀ ਕੀ ਹੈ ਬਾਈ, ਜਿੱਥੇ ਸੇਫਟੀ ਹੈ ਨਹੀਂ। ਅੱਜ ਤਾਂ ਸਾਰਾ ਪਿੰਡ ਇਹ ਸੋਚਦਾ ਹੋਣਾ ਹਨਾ, ਯਾਰ ਦੋਸਤ ਸਾਡੇ ਵਰਗੇ ਵੀ ਇਦੋਂ ਕਿਸੇ ਨਾਲ ਦਿਹਾੜੀਆਂ ਲਾ ਲੈਂਦਾ ਬਾਈ। ਜਿਉਂਦਾ ਤਾਂ ਹੁੰਦਾ ਯਾਰ, ਆਪਦੇ ਮਾਂ-ਬਾਪ ਕੋਲੇ ਤਾਂ ਹੁੰਦਾ, ਠੀਕ ਹੈ। ਕੀ ਸਹਾਰਾ ਲੱਗਿਆ ਉਹਨਾਂ ਨੂੰ ਪਾਲੇ ਪਲੋਸੇ ਦਾ, ਜਾਂ ਦਿਨ ਦੇਖਣੇ ਸੀਗੇ। ਤੁਹਾਨੂੰ ਕੀ ਲੱਗਦਾ ਵਜ੍ਹਾ ਕੀ ਰਹੀ, ਕਿਉਂ ਅਟੈਕ ਜਿਹੜਾ ਆ ਹੋਇਆ? ਕਾਰਨ ਉਹਦੇ ਪਿੱਛੇ ਕੀ ਹੋ ਸਕਦਾ? ਕਾਰਨ ਬਾਈ ਉਹਦੇ ਪਿੱਛੇ ਤਰੱਕੀ ਆ, ਜਰੀ ਨਹੀਂ ਗਈ, ਠੀਕ ਹੈ ਜੀ। ਜਦੋਂ ਕੋਈ ਮੁਕਾਬਲਾ ਨਹੀਂ ਨਾ ਕਰ ਸਕਦਾ, ਬਰਾਬਰ ਦਾ ਨਹੀਂ ਬਣ ਸਕਦਾ, ਉਦੋਂ ਫਿਰ ਇੰਜਾਂ ਜਾਂ ਕਰਤੂਤਾਂ ਹੀ ਕਰ ਸਕਦਾ ਬੰਦਾ, ਠੀਕ ਹੈ ਨਾ। ਤਰੱਕੀ ਹੈ ਜਿਹੜੀ ਬਾਈ ਦੇ ਉੱਤੇ ਜ਼ਿਆਦਾ ਹੈਵੀ ਹੋਊਗੀ ਬਸ। ਜੀ ਕੀ ਕਹਿਣਾ ਚਾਹੋਗੇ? ਕੀ ਕਹਿਣਾ ਚਾਹੋਗੇ ਜੀ ਤੁਸੀਂ? ਕਿੱਥੋਂ ਆਏ ਹੋ? ਕਿਹੜਾ ਪਿੰਡ? ਬਰਨਾਲੇ ਤੋਂ ਆਏ। ਤੁਸੀਂ ਅੱਜ ਇੱਥੇ ਮਤਲਬ ਪਹੁੰਚੇ ਹੋ ਵੈਸੇ ਦੇਖਣ ਵਾਸਤੇ ਕਿ ਕੀ ਹੋਇਆ, ਕਿਵੇਂ ਘਟਨਾ ਵਾਪਰੀ? ਮੈਂ ਬਾਈ ਜੀ ਦੇ ਕਰਕੇ ਆਏ ਸੀ। ਹਾਂਜੀ। ਬਿਲਕੁਲ, ਬਹੁਤ ਦੂਰੋਂ ਦੂਰੋਂ ਚੱਲ ਕੇ ਜਿਹੜੇ ਆ ਉਹ ਇੱਥੇ ਲੋਕ ਚਾਹਣ ਵਾਲੇ ਜਿਹੜੇ ਆ ਹੋਰ ਵੀ ਪਹੁੰਚੇ ਆ ਕਿ ਕਿਵੇਂ ਇਹ ਘਟਨਾਕ੍ਰਮ ਜਿਹੜਾ ਆ ਉਹ ਵਾਪਰਿਆ ਵਾ ਤੇ ਕਿਉਂ ਇਹ ਜਿਹੜਾ ਸਾਰਾ ਕੁਝ ਆ ਉਹ ਹੋਇਆ ਆ। ਕਿਉਂਕਿ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਆ ਬਹੁਤ ਗੁੱਸੇ ਦੇ ਵਿੱਚ ਵੀ ਹੈਗੇ ਆ ਕਿ ਇਹ ਘਟਨਾ ਜਿਹੜੀ ਆ ਉਹ ਨਹੀਂ ਸੀ ਵਾਪਰਨੀ ਚਾਹੀਦੀ। ਜਿਵੇਂ ਤਰੱਕੀ ਦੀ ਗੱਲ ਕਰ ਰਿਹਾ ਕਿ ਤਰੱਕੀ ਨੂੰ ਦੇਖ ਕੇ ਜਿਹੜਾ ਆ ਉਹ ਸੜ ਜਾਂਦੇ ਆ, ਤੇ ਉਹ ਜਿਹੜੀ ਗੱਲ ਆ ਉਹ ਵੀ ਸਾਹਮਣੇ ਆਉਂਦੀ ਆ। ਸੋ ਫਿਰ ਕੋਈ ਨਾ ਕੋਈ ਜਿਹੜਾ ਆ ਹੋਰ ਪੁਲਿਸ ਅਧਿਕਾਰੀ ਜਿਹੜਾ ਆ ਉਹ ਇੱਥੇ ਇਸ ਵੇਲੇ ਜਿਹੜਾ ਆ ਉਹ ਸਿੱਧੂ ਮੂਸੇਵਾਲ ਹੋਰਾਂ ਦੇ ਘਰ ਜਿਹੜਾ ਆ ਉਹ ਪਹੁੰਚਿਆ ਆ, ਜਿੱਥੇ ਜਿਹੜਾ ਆ ਉਹ ਚੱਲ ਕੇ ਪਰਿਵਾਰ ਨੂੰ ਮਿਲ ਰਿਹਾ। ਪਰ ਫਾਇਦਾ ਜਿਹੜਾ ਆ ਉਹ ਪਰਿਵਾਰ ਨੂੰ ਮਿਲਣ ਦਾ ਹੁਣ ਕੀ ਆ, ਕਿਉਂਕਿ ਜੇ ਪਹਿਲਾਂ ਹੀ ਜਿਹੜਾ ਆ ਉਹ ਪੰਜਾਬ ਦਾ ਮਾਹੌਲ ਜਿਹੜਾ ਸੀਗਾ, ਪੰਜਾਬ ਦੇ ਵਿੱਚ ਜੋ ਕੁਝ ਚੱਲ ਰਿਹਾ ਸੀਗਾ, ਉਸ ਨੂੰ ਰੋਕਣ ਦੀ ਗੱਲ ਜਿਹੜੀ ਆ ਉਹ ਕੀਤੀ ਹੁੰਦੀ ਤਾਂ ਸ਼ਾਇਦ ਅੱਜ ਜਿਹੜਾ ਆ ਉਹ ਇਹ ਦਿਨ ਨਾ ਦੇਖਣੇ ਪੈਂਦੇ, ਇਵੇਂ ਦੀ ਗੱਲ ਜਿਹੜੀ ਆ ਉਹ ਨਾ ਹੁੰਦੀ। ਸੋ ਇੱਥੇ ਲੋਕ ਜਿਹੜੇ ਆ ਬਹੁਤ ਦੂਰੋਂ ਦੂਰੋਂ ਚੱਲ ਕੇ ਇਸ ਇਲਾਕੇ 'ਚੋਂ ਵੀ ਹੋਰ ਵੀ ਦੂਰੋਂ ਨੇੜਿਓਂ ਚੱਲ ਕੇ ਜਿਹੜਾ ਆ ਉਹ ਪਹੁੰਚ ਰਹੇ ਆ ਤੇ ਇੱਥੋਂ ਦੇਖ ਰਿਹਾ। ਬਾਈ ਜੀ ਇੱਥੋਂ ਹੀ ਇਸੇ ਪਿੰਡ ਤੋਂ ਜੀ? ਮੈਂ ਗੁਆਂਢੀ ਪਿੰਡਾਂ ਨਾਲ ਬਣਾ ਵਾਲੀ ਜੀ। ਕੀ ਕਹਿਣਾ ਚਾਹੋਗੇ? ਬੜੀ ਮੰਦਭਾਗੀ ਘਟਨਾ ਵਾਪਰੀ ਤਾਂ। ਮੰਦਭਾਗੀ ਤਾਂ ਅਸੀਂ ਇਹ ਕਹਿੰਦੇ ਵੀ ਸਰਕਾਰਾਂ ਨੂੰ ਵੀ ਘਾਟਾ ਪਿਆ। ਇਹ ਬੰਦਾ ਕਰੋੜ ਮਗਰ 30 ਲੱਖ ਦਾ ਟੈਕਸ ਦਿੰਦਾ ਸੀ ਤੇ ਅਸੀਂ ਤਾਂ ਪਤਾ ਨਹੀਂ ਇਹਨਾਂ ਤੋਂ ਕਿੰਨੇ ਕੰਮ ਲੈਤੇ ਸੀ। ਮਾੜਾ ਜਿਹਾ ਫੋਨ ਕਰਨੇ ਸਾਰੇ ਭਾਰਤ ਦੇ ਵਿੱਚ, ਜਦੋਂ ਵੀ ਕਿੱਥੇ ਵੀ ਕੰਮ ਹੁੰਦਾ ਸੀ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਸੀ। ਬਹੁਤ ਵੱਡਾ ਘਾਟਾ ਹੋਇਆ। ਤੁਹਾਨੂੰ ਕਿੱਦਾਂ ਪਤਾ ਲੱਗਾ ਕੱਲ ਜਦੋਂ ਇਹ ਘਟਨਾ ਵਾਪਰੀ? ਕੱਲ ਨਾ ਅਸੀਂ ਖੇਤ ਸੀ, ਉੱਥੇ ਮੇਰੇ ਭਾਣਜੇ ਨੇ ਫੋਨ ਕੀਤਾ, ਕਹਿੰਦਾ ਮਾਮਾ ਇਹ ਗੱਲ ਹੋ ਗਈ। ਫਿਰ ਮੈਂ ਪਤਾ ਕੀਤਾ ਕੁਲਵਿੰਦਰ ਸਰਪੰਚ ਤੋਂ, ਉਹ ਨਾਲ ਹੀ ਸੀ। ਕੁਲਵਿੰਦਰ ਸਰਪੰਚ ਮਾਤਾ ਨਾਲ ਸੀ, ਸਿੱਧੂ ਦੀ ਮਾਂ ਨਾਲ ਸੀ। ਉਹ ਕਹਿੰਦਾ ਯਾਰ ਬਸ ਫੋਨ ਨਾ ਲਾ, ਕਹਿੰਦਾ ਬਸ ਬਾਅਦ 'ਚ ਗੱਲ ਕਰਦੇ ਆ। ਫਿਰ ਤੁਹਾਨੂੰ ਜਿਹੜਾ ਉਹ ਪਤਾ ਲੱਗਾ? ਕੰਮ ਹੋਇਆ ਯਾਰ, ਉਹ ਸਿੱਧਾ ਬੰਦਾ ਸੀ, ਭਗਤ ਬੰਦਾ ਸੀ ਯਾਰ, ਦਿਲ 'ਚ ਹੀ ਨਹੀਂ ਕੁਛ ਬੰਦੇ ਦੇ। ਜਦੋਂ ਮਰਜ਼ੀ ਬਾਂਹ ਫੜ ਕੇ ਨਾਲ ਤੋਰ ਲਾਂਦੇ। ਬਹੁਤ ਵੱਡਾ ਘਾਟਾ ਮਾਨ ਸਾਹਿਬ ਜ਼ਿਲ੍ਹੇ ਨੂੰ, ਸਾਰੇ ਭਾਰਤ ਨੂੰ ਹੀ ਹੈ। ਐਡਾ ਨਾਂ ਸੀ ਬੰਦੇ ਦਾ ਯਾਰ, ਸਾਰੀ ਦੁਨੀਆ ਤੁਸੀਂ ਦੇਖ ਲਓ ਨਾ, ਉਹ ਇੰਡੀਆ ਲੈਵਲ ਦੇ ਲੋਕ ਆਏ ਫਿਰਦੇ ਨੇ। ਜੇ ਬੰਦੇ ਦੇ ਪੱਲੇ 'ਚ ਕੁਛ ਫੇਰ ਹੀ ਹੈ। ਸੋ ਇੱਧਰ ਹੋਰ ਵੀ ਜਿਹੜੇ ਆ ਉਹ ਲੋਕ ਪਹੁੰਚੇ ਨੇ। ਸੋ ਇੱਥੇ ਕੋਸ਼ਿਸ਼ ਕਰਦੇ ਆ ਮੀਡੀਆ ਜਿਹੜਾ ਆ ਉਹ ਇੱਥੇ ਜਿਹੜੇ ਲੋਕ ਪਹੁੰਚੇ ਉਹਨਾਂ ਨਾਲ ਗੱਲਬਾਤ ਜਿਹੜੀ ਆ ਉਹ ਕਰਨ ਦੀ ਕੋਸ਼ਿਸ਼ ਕਰਦੇ। ਪ੍ਰਤਾਪ ਸਿੰਘ ਬਾਜਵਾ ਨੇ ਇੱਥੇ जी सर, देखो इस तरह है कि ऑलरेडी एक मिनट जी आ गए ने सारे सारे ਨੂੰ ਪਹਿਲੇ ਮੈਂ ਆਪ ਵੀ ਤੇ ਸਾਡੀ ਸਾਰੀ ਪਾਰਟੀ ਬਹੁਤ ਗਹਿਰੇ ਦੁੱਖ ਦਾ ਇਜ਼ਹਾਰ ਕਰਨੇ ਆ। ਸਾਡਾ ਇੱਕ ਨੌਜਵਾਨ ਕਾਂਗਰਸ ਦਾ
ਸਾਡਾ ਸਾਥੀ ਤੇ ਪੰਜਾਬੀ ਲੋਕ ਗਾਇਕੀ ਦਾ ਇੱਕ ਬਹੁਤ ਵੱਡਾ ਸਟਾਰ ਸਾਡੇ ਵਿੱਚ ਨਹੀਂ ਰਿਹਾ। ਔਰ ਰਿਪਬਲਿਕ ਥੱਲੇ ਕਰੋ। ਅੱਜ ਅਸੀਂ ਉਹਨਾਂ ਦੇ ਫਾਦਰ ਤੇ ਮਦਰ ਨਾਲ ਹੁਣੇ ਮੈਂ ਅਫਸੋਸ ਕਰਕੇ ਆਇਆ। ਮਦਰ ਦਾ ਫਾਦਰ ਦਾ ਬਹੁਤ ਬੁਰਾ ਹਾਲ ਹੈ। ਇਕਲੌਤਾ ਬੇਟਾ ਚਲੇ ਜਾਣਾ ਬਹੁਤ ਵੱਡੇ ਗਹਿਰੇ ਦੁੱਖ ਦਾ ਅਹਿਸਾਸ ਹੈ ਸਾਨੂੰ ਸਾਰਿਆਂ ਨੂੰ। ਉਹਨਾਂ ਦੇ ਪਿਤਾ ਨੇ ਡਿਮਾਂਡ ਕੀਤੀ ਹੈ ਭਗਵੰਤ ਮਾਨ ਹੋਣਾ ਕੋਲੋਂ ਕਿ ਸਾਨੂੰ ਇੱਕ ਇੰਡੀਪੈਂਡੈਂਟ ਜਿਹੜੇ ਇਸ ਟਾਈਮ ਸਿਟਿੰਗ ਜੱਜ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ, ਉਹ ਗਵਰਨਮੈਂਟ ਵੱਲੋਂ ਤਾਇਨਾਤ ਕੀਤੇ ਜਾਣ। ਉਹ ਆ ਜਿਹੜਾ ਇੱਕ ਗਰੂਸਮ ਕਿਲਿੰਗਸ ਹੋਈਆਂ ਨੇ ਉਹਦੀ ਤਹਿਕੀਕਾਤ ਕਰਨ, ਟਾਈਮ ਬਾਉਂਡ ਹੋਣ ਤੇ ਇਹਦੇ ਵਿੱਚ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ ਤਾਂ ਥੱਲੇ ਲਾਓ ਤੇ ਸੀਬੀਆਈ ਇਹਨਾਂ ਗਵਰਨਮੈਂਟ ਦੀ ਏਜੰਸੀਆਂ ਦੀ ਵੀ, ਕਿਉਂਕਿ ਉਹਨਾਂ ਕੋਲ ਐਕਸਪਰਟਿਜ਼ ਹੈ ਤੇ ਉਹਨੂੰ ਬਕਾਇਦਾ ਤੌਰ ਜਿਹੜੇ ਮਿਲੀਅਨਸ ਆਫ ਸਪੋਰਟਰਸ ਨੇ ਸਿੱਧੂ ਮੂਸੇਵਾਲਾ ਜੀ ਦੇ ਵਰਲਡ ਓਵਰ, ਉਹਨਾਂ ਦੇ ਸਾਹਮਣੇ ਇਹਦੇ ਤੱਥ ਪੇਸ਼ ਕੀਤੇ ਜਾਣ। ਵੇਖੋ, ਐਜ਼ ਅ ਲੀਡਰ ਆਫ ਦੀ ਆਪੋਜੀਸ਼ਨ ਮੈਨੂੰ ਇਸ ਗੱਲ ਦਾ ਬਹੁਤ ਅਫਸੋਸ ਹੋਇਆ ਕਿ ਭਗਵੰਤ ਮਾਨ ਜੀ ਜਿੰਨਾ ਚਿਰ ਮੁੱਖ ਮੰਤਰੀ ਨਹੀਂ ਸੀ ਬਣੇ, ਉਹ ਇਸੇ ਹੀ ਧਰਤੀ ਤੇ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਮੈਨੂੰ ਮੌਕਾ ਦਿਓ, ਅਸੀਂ ਸੱਥਾਂ ਵਿੱਚ ਆ ਕੇ ਬੈਠਿਆ ਕਰਾਂਗੇ। ਮੈਂ ਸੱਥ 'ਚ ਆ ਕੇ ਬੈਠਿਆ ਕਰੂੰਗਾ ਤੇ ਬਿਨਾਂ ਸਿਕਿਉਰਿਟੀ ਆਇਆ ਕਰੂੰਗਾ। ਤੇ ਮੈਂ ਅੱਜ ਮੂਸੇਵਾਲਾ ਜੀ ਦੇ ਪਿੰਡ ਤੋਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਨਾ, ਭਗਵੰਤ ਮਾਨ ਜੀ ਤੁਹਾਨੂੰ ਅਸੀਂ ਯਾਦ ਕਰਵਾ ਰਹੇ ਹਾਂ, ਇਹ ਤੁਹਾਡੀ ਹੀ ਫੀਲਡ ਦੇ ਵਿੱਚੋਂ ਨੇ, ਤੁਸੀਂ ਵੀ ਫਿਲਮਾਂ ਦੇ ਜਗਤ ਦੇ ਵਿੱਚੋਂ ਹੀ ਆਏ ਹੋ। ਸਾਡਾ ਨੌਜਵਾਨ ਸਾਥੀ ਵੀ ਫਿਲਮੀ ਜਗਤ ਦੇ ਨਾਲ, ਸੰਗੀਤ ਨਾਲ ਜੁੜਿਆ ਹੋਇਆ ਸੀ, ਪੰਜਾਬ ਦੇ ਵਿਰਸੇ ਨਾਲ, ਪੰਜਾਬ ਦੇ ਕਲਚਰ ਨਾਲ ਜੁੜਿਆ ਸੀ। ਘੱਟ ਤੋਂ ਘੱਟ ਤੁਹਾਡਾ ਫਰਜ਼ ਬਣਦਾ ਹੈ, ਹੈਲੀਕਾਪਟਰ ਤੁਹਾਡੇ ਕੋਲ ਹੈ, ਤੁਸੀਂ ਕੋਈ ਪੈਦਲ ਆਣਾ ਨਹੀਂ। ਆਓ ਆਪਣੀ ਸਿਕਿਉਰਿਟੀ ਲੈ ਕੇ ਆਓ, ਆਓ ਆ ਕੇ ਇੱਥੇ ਉਹਨਾਂ ਦੇ ਪੇਰੈਂਟਸ ਨੂੰ ਮਿਲੋ, ਉਹਨਾਂ ਨੂੰ ਦਿਲ ਨਾਲ ਲਾਓ, ਉਹਨਾਂ ਨੂੰ ਵਿਸ਼ਵਾਸ ਦਿਵਾਓ ਕਿ ਤੁਹਾਡਾ ਨੌਜਵਾਨ ਬੱਚਾ ਤੁਹਾਡਾ ਹੀ ਨਹੀਂ ਸਮੁੱਚੇ ਪੰਜਾਬ ਦਾ ਇਹ ਗੱਭਰੂ ਸੀ, ਇਹ ਆਈਕਨ ਸੀ, ਅਸੀਂ ਜਸਟਿਸ ਦਿਵਾਵਾਂਗੇ। ਮੈਨੂੰ ਇਸ ਗੱਲ ਦਾ ਬਹੁਤ ਵੱਡਾ ਅਫਸੋਸ ਹੈ ਕਿ ਕੱਲ ਦੀਆਂ ਹੀ ਆਪ ਦੀਆਂ ਟ੍ਰੋਲਿੰਗ ਟੀਮਸ ਇੰਨਾ ਵੱਡਾ ਦੁਖਾਂਤ ਹੋਇਆ ਹੋਏ। ਮੈਂ ਇਹਨਾਂ ਨੂੰ ਕਹਾਂਗੇ, ਇਹਨਾਂ ਦੀਆਂ ਜਿਹੜੀਆਂ ਦਿੱਲੀ ਤੋਂ ਲਿਆ ਕੇ ਟ੍ਰੋਲਿੰਗ ਟੀਮਸ ਬਿਠਾਈਆਂ, ਉਹ ਥੋੜੀ ਮੋਟੀ ਸ਼ਰਮ ਕਰੋ, ਥੋੜੀ ਮੋਟੀ, ਕਿਸੇ ਨੂੰ ਤੇ ਬਖਸ਼ ਦਿਓ ਘੱਟ ਤੋਂ ਘੱਟ। ਪੰਜਾਬ ਪੁਲਿਸ ਤੇ ਕੱਲ ਬਜਾਏ ਕਿ ਅਸੀਂ ਜਿਸ ਆਦਮੀ ਦੀ, ਵੇਖੋ ਇੱਕ ਅਫਸੋਸਨਾਕ ਗੱਲ ਜਿਹੜੀ ਸਾਹਮਣੇ ਆਈ ਹੈ ਤੇ ਜਿਹੜੀ ਸਾਹਮਣੇ ਆਏਗੀ, ਕਿਉਂ ਅਸੀਂ ਸਿਟਿੰਗ ਜੱਜ ਦੀ ਇਨਕੁਆਇਰੀ ਦੀ ਡਿਮਾਂਡ ਕਰ ਰਹੇ ਹਾਂ। ਆਈਬੀ ਜਿਹੜੀ ਤੁਹਾਡੀ ਆਪਣੀ ਏਜੰਸੀ ਹੈ ਗਵਰਨਮੈਂਟ ਦੀ, ਇੰਟੈਲੀਜੈਂਸ ਬਿਊਰੋ, ਉਹ ਚੰਦ ਦਿਨ ਪਹਿਲੇ ਰਿਵਿਊ ਹੋਇਆ। ਉਸ ਰਿਵਿਊ ਦੇ ਵਿੱਚ ਬਕਾਇਦਾ ਤੌਰ ਉਹਨਾਂ ਨੇ ਗੱਲ ਕਹੀ ਹੈ ਕਿ ਸਿੱਧੂ ਮੂਸੇਵਾਲਾ ਜਿਹੜੇ ਨੇ ਇਹ ਵਨ ਆਫ ਦੀ ਹਾਈਐਸਟ ਜਿਨ੍ਹਾਂ ਨੂੰ ਥ੍ਰੈਟ ਪਰਸੈਪਸ਼ਨ ਦੇ ਵਿੱਚ ਖਤਰਾ ਹੈ, ਇਹ ਉਹਨਾਂ ਵਿੱਚੋਂ ਇੱਕ ਨੇ। ਇਨ ਸਪਾਈਟ ਆਫ ਦੈਟ ਤੁਸੀਂ ਸਿਕਿਉਰਿਟੀ ਵਿਡਰਾਅ ਕਰਦੇ ਹੋ। ਅਸੀਂ ਚਾਹੁੰਦੇ ਹਾਂ ਪਾਰਟੀ ਵੱਲੋਂ ਤੇ ਪੰਜਾਬ ਦਾ ਹਰ ਪੰਜਾਬੀ ਚਾਹੁੰਦਾ ਤੇ ਹਰ ਨੌਜਵਾਨ ਚਾਹੁੰਦਾ ਕਿ ਦੱਸਿਆ ਜਾਏ ਕਿ ਕਿਸ ਆਦਮੀ ਨੇ ਅਪਰੇਜ਼ਲ ਕੀਤੀ ਹੈ ਸਿੱਧੂ ਮੂਸੇਵਾਲਾ ਜੀ ਦੀ ਸਿਕਿਉਰਿਟੀ, ਕੌਣ ਆਦਮੀ ਰਿਸਪੌਂਸਿਬਲ, ਸਾਨੂੰ ਬੰਦਾ ਰਿਸਪੌਂਸਿਬਲ ਦੱਸਿਆ ਜਾਏ। ਤੇ ਮੈਂ ਡੀਜੀਪੀ ਨੂੰ ਵੀ ਇਹ ਗੱਲ ਕਹਿਣਾ ਚਾਹਾਂਗਾ, ਡੀਜੀਪੀ ਸਾਹਿਬ ਤੁਹਾਨੂੰ ਡੀਜੀਪੀ ਬਣਦਾ ਤੇ ਬੜਾ ਸ਼ੌਕ ਹੈ, ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਤੇ ਉਹਨਾਂ ਦੇ ਮਾਲ ਨੂੰ ਮਹਿਫੂਜ਼ ਕਿੰਨੇ ਰੱਖਣਾ। ਜਦੋਂ ਵੀ ਕੋਈ ਨਾਮੀ ਬੰਦਾ ਮਰਦਾ ਉਸ ਤੋਂ ਪਹਿਲੇ ਤਾਂ ਤੁਸੀਂ ਕਿਸੇ ਨੂੰ ਬਚਾ ਨਹੀਂ ਪਾਉਂਦੇ ਤੇ 15 ਮਿੰਟ ਦੇ ਵਿੱਚ ਹੀ ਤੁਸੀਂ ਦੱਸ ਦਿੰਦੇ ਹੋ ਕੋਈ ਕੈਨੇਡਾ 'ਚ ਬੈਠਾ, ਕੋਈ ਅਮਰੀਕਾ 'ਚ ਬੈਠਾ, ਕੋਈ ਗੈਂਗ ਵਾਰ। ਵੇਖੋ ਕਿੱਡੇ ਅਫਸੋਸ ਦੀ ਗੱਲ ਹੈ, ਇੱਕ ਨੌਜਵਾਨ ਬੱਚਾ ਮਿਹਨਤ ਕਰਕੇ 28-29 ਸਾਲ ਦੀ ਉਮਰ ਦੇ ਵਿੱਚ ਆਪਣੇ ਸੰਗੀਤ ਦੇ ਜ਼ਰੀਏ, ਆਪਣੇ ਗੀਤਾਂ ਦੇ ਜ਼ਰੀਏ ਇਮਾਨਦਾਰੀ ਨਾਲ ਕਮਾਈ ਕਰਦਾ। ਉਹਦੇ ਕੋਲ ਗੈਂਗਸਟਰਸ ਜਿਹੜੇ ਨੇ, ਜਿਹੜੇ ਜੇਲ੍ਹਾਂ 'ਚ ਬੈਠੇ ਜਾਂ ਜੇਲ੍ਹਾਂ ਤੋਂ ਬਾਹਰ ਬੈਠੇ ਨੇ, ਜਿਨ੍ਹਾਂ ਨੂੰ ਕੰਟਰੋਲ ਕਰਨਾ ਪੰਜਾਬ ਪੁਲਿਸ ਦੀ ਨੈਤਿਕ ਜ਼ਿੰਮੇਵਾਰੀ, ਉਹਨਾਂ ਕੋਲ ਫਰੌਤੀਆਂ ਮੰਗਦੇ ਨੇ। 3-4 ਇਨਸੀਡੈਂਟਸ ਹੋ ਚੁੱਕੇ ਨੇ। ਤੁਹਾਨੂੰ ਪਤਾ ਸੀ ਕਿ ਵਨ ਆਫ ਦੀ ਜਿਹੜੇ ਸਟਰੋਂਗ ਟਾਰਗੇਟਸ ਹੈ ਨੇ ਜਿਨ੍ਹਾਂ ਤੇ ਕਿਸੇ ਟਾਈਮ ਵੀ ਇਹ ਹੋ ਸਕਦਾ ਇਸ ਕਿਸਮ ਦਾ ਵਾਕਿਆ ਉੱਥੇ ਹੋਇਆ, ਤੁਸੀਂ ਕਹਿਣ ਲੱਗ ਪਏ ਹੋ। ਕੱਲ੍ਹ ਦੇ ਸਵਾਲ ਸ਼ੁਰੂ ਕਰ ਲਏ ਕਿ ਬੁਲੇਟ ਪ੍ਰੂਫ ਗੱਡੀ ਕਿਉਂ ਨਹੀਂ ਲੈ ਕੇ ਗਿਆ। ਮੈਂ ਪੁੱਛਣਾ ਚਾਹੁੰਦਾ ਭਾਵਰਾ ਜੀ ਨੂੰ, ਭਾਵਰਾ ਸਾਹਿਬ ਤੁਹਾਡੀ ਪੰਜਾਬ ਪੁਲਿਸ ਨੇ ਕੋਈ ਬੁਲੇਟ ਪ੍ਰੂਫ ਗੱਡੀ ਜਿਹੜੀ ਹੈ
ਸਿੱਧੂ ਮੂਸੇਵਾਲੇ ਨੂੰ ਪ੍ਰੋਵਾਈਡ ਕੀਤੀ ਸੀ? ਤੁਸੀਂ 4 ਤੇ ਗਾਰਡ ਪ੍ਰੋਵਾਈਡ ਕੀਤੇ ਨੇ, 35 ਤੋਂ 40 ਲੋਕ 4 ਗੱਡੀਆਂ ਵਿੱਚ ਉਹਦੀ ਅਸੈਸੀਨੇਸ਼ਨ ਕਰਨ ਆਏ ਨੇ। ਕੋਈ 1-2 ਮੁੰਡੇ ਉਹਦੇ ਨਾਲ ਹੁੰਦੇ ਵੀ ਤੇ ਉਹ ਮੈਨੂੰ ਤੁਸੀਂ ਦੱਸੋ ਕਿਸ ਤਰ੍ਹਾਂ ਉਹਨਾਂ ਦਾ ਮੁਕਾਬਲਾ ਕਰ ਪਾਉਂਦੇ। मैं इन्हों को भगवंत मान जी को पूछना चाहना। भगवंत मान जी निरा प्रताप सिंह बाजवा नहीं पूछता, समूचा पंजाबी जगत पूछ रहा तुहानू। अज केजरीवाल साहब जेडे तुहाडे आका ने, जेडे दिल्ली के मुख्यमंत्री ने, जिन्होंने Z सिक्योरिटी सेंटर ने प्रोवाइड की है, उन्होंने 80 कमांडो तुसीं किहड़ी गल नूं भेजे ने? किहड़ा खतरा है अरविंद केजरीवाल साहब नूं? ते की केजरीवाल साहब दी सेंटर प्रोटेक्शन नहीं दे रही जी? वो अपने आप दे विच ही डज नॉट नीड योर प्रोटेक्शन। ਤੁਸੀਂ ਰਾਘਵ ਚੱਡੇ ਨੂੰ 35 ਤੋਂ 40 ਲੋਕ ਦਿੱਤੇ ਨੇ, ਕੀ ਖਤਰਾ ਹੈ ਉਹਦਾ? ਉਹ ਤੇ ਡੈਵੋਸ ਦੇ ਵਿੱਚ ਫਿਰਦਾ ਜੀ, ਸਵਿਟਜ਼ਰਲੈਂਡ ਦੇ ਵਿੱਚ ਫਿਰ ਰਿਹਾ। ਤੁਸੀਂ ਆਪਣੇ ਮਦਰ ਨੂੰ, ਤੁਸੀਂ ਆਪਣੇ ਸਿਸਟਰ ਨੂੰ 15-20 ਸਿਕਿਉਰਿਟੀ ਗਾਰਡਸ ਪ੍ਰੋਵਾਈਡ ਕੀਤੇ ਪੰਜਾਬ ਪੁਲਿਸ ਦੇ। ਤੁਸੀਂ ਆਪਣਿਆਂ ਵਾਸਤੇ ਹਰ ਸੁਵਿਧਾ ਪ੍ਰੋਵਾਈਡ ਕੀਤੀ ਜਿਨ੍ਹਾਂ ਦੀ ਜਾਨਾਂ ਨੂੰ ਖਤਰਾ ਹੈ। ਹੁਣ ਇਸ ਮਾਂ ਨੂੰ ਤੇ ਇਹਨਾਂ ਦੇ ਸਰ ਬਲੌਰ ਸਿੰਘ ਹੁਣਾਂ ਦੇ ਇੱਕ ਹੀ ਨੌਜਵਾਨ ਬੱਚਾ ਸੀ। तो तुसी कौन ये जिम्मेवार होएगा इन्हां मौतां तो? डायरैक्टली असीं ये चाहते हैं एज ए पार्टी कि जिहड़ियां गल्लां उन्हां दे पिता ने, उन्हां दे पेरेंट्स ने मंग कीती है, जल्दी तो जल्दी उस नूं पहले फुलफिल किया जाए। पंजाब दा हर वीर पंजाबी दुनिया भर च बैठा चाहता है कि कतल दी जिहड़ी साजिश है वो बेनकाब होए, कातिल लभे जाण, उन्हां दी इमीडिएट गिरफ्तारियां होण। उन्नी देर वास्ते कोई पंजाबी आराम नाल नहीं बैठे। ਉਹ ਅਜੇ ਅਸੀਂ ਗਵਰਨਮੈਂਟ ਨੂੰ ਜੋ ਉਹਨਾਂ ਦੇ ਫਾਦਰ ਨੇ ਚਿੱਠੀ ਲਿਖੀ ਇਹ ਉਹਦੇ ਤੇ ਡਿਪੈਂਡ ਕਰੇਗਾ। ਭਗਵੰਤ ਮਾਨ ਜੀ ਨੇ ਨਿਹਰਾ ਟੈਲੀਫੋਨ ਹੀ ਕੀਤਾ। ਅੱਜ ਮੈਂ ਸਮਝਦਾ ਸੀ ਉਹ ਖੁਦ ਆਰਟਿਸਟ ਨੇ, ਉਹਨਾਂ ਨੂੰ ਆਪ ਆਉਣਾ ਚਾਹੀਦਾ ਸੀ ਹੈਲੀਕਾਪਟਰ। ਤੁਸੀਂ ਤੇ ਬਿਆਨ ਦਿੰਦੇ ਰਹੋ ਮੈਂ ਪੰਜਾਬ ਦੀਆਂ ਸੱਥਾਂ ਵਿੱਚ ਫਿਰਿਆ ਕਰਾਂਗਾ ਬਿਨਾਂ ਸਿਕਿਉਰਿਟੀ ਤੋਂ, ਮੈਂ ਆਮ ਆਦਮੀ ਤੇ ਤੁਹਾਡੇ ਕੋਲ 860 ਬੰਦੇ ਨੇ ਇਸ ਟਾਈਮ। ਅੱਜ ਭਗਵੰਤ ਸਿੰਘ ਮਾਨ ਨੂੰ ਪ੍ਰੋਟੈਕਟ ਕਰਨ ਵਾਲੇ 860 ਬੰਦੇ ਨੇ ਇੱਕ ਬੰਦੇ ਨੂੰ। ਉਹ ਘੱਟ ਤੋਂ ਘੱਟ ਤੁਸੀਂ ਇੱਥੇ ਆਓ ਤੇ ਸਹੀ, ਲੋਕ ਤੁਹਾਡੇ ਵਾਸਤੇ ਇੰਤਜ਼ਾਰ ਕਰ ਰਹੇ, ਆਓ ਤੁਸੀਂ। ਬਹੁਤ ਸਾਰੇ ਸਵਾਲ ਨੇ ਜਿਹੜੇ ਮਾਲਵੇ ਦੇ ਲੋਕਾਂ ਨੇ ਇਸੇ ਜਿਸ ਏਰੀਏ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਉਸੇ ਏਰੀਏ ਦੇ ਵਿੱਚ ਐਡਾ ਵੱਡਾ ਦੁਖਾਂਤ ਹੋਇਆ ਹੋਏ, ਤੁਹਾਡੀ ਆਪਣੀ ਬਰਾਦਰੀ ਹੋਏ, ਉਹ ਸਿੰਗਰ ਹੋਏ, ਤੇ ਤੁਸੀਂ ਟੈਲੀਫੋਨ ਵੀ ਉਦੋਂ ਕੀਤਾ ਜਦੋਂ ਸਾਰੀ ਦੁਨੀਆ ਦੇ ਵਿੱਚੋਂ ਵੱਡੇ ਪੈਮਾਨੇ ਤੇ ਸਾਰੀ ਫਿਲਮ ਇੰਡਸਟਰੀ ਨੇ ਹਜ਼ਾਰਾਂ ਕਰੋੜਾਂ ਦੀ ਤਾਦਾਦ ਦੇ ਵਿੱਚ ਪੰਜਾਬੀਆਂ ਨੇ ਜੋ ਕੰਡੈਮ ਕੀਤਾ ਇਸ ਗੱਲ ਅੰਡਰ ਪਬਲਿਕ ਪ੍ਰੈਸ਼ਰ ਤੁਸੀਂ ਆ ਕੇ ਹੁਣੇ ਗੱਲ ਕੀਤੀ, ਇੱਕ ਟੈਲੀਫੋਨ ਹੀ ਕੀਤਾ, ਨਥਿੰਗ ਮੋਰ ਦੈਨ ਦੈਟ। ਸੋ ਇਹ ਸਾਡੀ ਅੱਜ ਮੈਂ ਤੁਹਾਨੂੰ ਕਿਉਂਕਿ ਵਾਅਦਾ ਕੀਤਾ ਸੀ ਕਿ ਮੈਂ ਬਾਹਰ ਆਵਾਂਗਾ, ਬਾਹਰ ਆ ਕੇ ਤੁਹਾਨੂੰ ਬਕਾਇਦਾ ਤੌਰ ਜਿਹੜੀ ਹੈ ਟਾਈਮ ਪੇ ਟਾਈਮ ਅਸੀਂ ਜਿਹੜੀ ਵੀ ਅਪਰੈਜ਼ਲ ਹੈ ਕੀ ਹਾਲਾਤ ਬਣਦੇ ਨੇ ਉਹ ਅਸੀਂ ਡਿਪੈਂਡ ਕਰਦਾ ਗਵਰਨਮੈਂਟ ਆਫ ਪੰਜਾਬ ਇਹਨੂੰ ਕਿਸ ਤਰ੍ਹਾਂ ਰਿਐਕਟ ਕਰਦੀ। ਜੇ ਪੋਜ਼ਿਟਿਵਲੀ ਰਿਐਕਟ ਕਰਦੀ ਹੈ ਤੇ ਸਾਨੂੰ ਇਸ ਗੱਲ ਦਾ ਇਲਮ ਹੁੰਦਾ ਕਿ ਪੰਜਾਬ ਦਾ ਜਿਹੜਾ ਆਈਕਨ ਹੈ, ਜਿਹੜਾ ਸਾਡੀ ਪਾਰਟੀ ਨਾਲ ਜੁੜਿਆ ਹੋਇਆ ਨੌਜਵਾਨ ਸਾਥੀ ਹੈ, ਉਹਨੂੰ ਜਸਟਿਸ ਮਿਲੇਗੀ, ਕਾਤਲ ਲੱਭੇ ਜਾਣਗੇ ਸਹੀ ਮਾਇਨੇ ਦੇ ਵਿੱਚ। ਕਿਉਂਕਿ ਕੋਈ ਇਹਦੇ ਵਿੱਚ ਗੈਂਗਸ ਦੀ ਜਿਹੜੀ ਗੱਲ ਕਰਦੇ ਫਿਰਦੇ ਨੇ, ਕਮਾਨਦਾਰ ਆਦਮੀ ਉਹਦਾ ਗੈਂਗ ਵਾਰ ਨਾਲ ਕੀ ਤਾਲੁਕ ਹੈ ਜੀ? ਤੁਸੀਂ ਹਰ ਚੀਜ਼ ਨੂੰ ਗੈਂਗ ਵਾਰ ਦੇ ਪਾਸੇ ਪਾਉਂਦੇ ਹੋ। ਸੋ ਇਟ ਵਿਲ ਡਿਪੈਂਡ ਔਨ ਦੀ ਐਟੀਟਿਊਡ ਆਫ ਦੀ ਗਵਰਨਮੈਂਟ ਆਫ ਪੰਜਾਬ। ਇਫ ਦੀ ਐਟੀਟਿਊਡ ਆਫ ਦੀ ਗਵਰਨਮੈਂਟ ਆਫ ਪੰਜਾਬ is positive and they are sincere to find or unearth who is behind the murder of Sidhu Moosewala, then the supporters of Sidhu Moosewala and the party will take a call on it. But we are waiting for the government of Punjab to firstly come up with whatever the parents of Mr. Moosewala has asked. If they come up to that expectation, then we'll decide what has to be done. If the government did not hand over the investigation to anyone, so are they going to cremate the body of Sidhu Moosewala? See, this question will arise a bit later. We are hopeful. We are hopeful. Maybe it's a very insensitive government. It's not a very sensitive government. It is being proven to be a very insensitive government. But still we have hope that Bhagwant Singh Mann himself is an artist who belongs to this same fraternity of the Punjabi Bollywood. So I think so. He must provide us with the name of an independent sitting judge of Punjab and Haryana High Court who will take the services of the CBI and the NIA to unearth this murder, what has happened. Once that is done, then a call would be taken by the family and the supporters and the party. ਜਿਵੇਂ ਇੰਟੈਲੀਜੈਂਸ ਹੈੱਡਕੁਆਟਰ ਤੇ ਵੀ ਅਟੈਕ ਹੋਇਆ ਉਸ ਤੋਂ ਬਾਅਦ ਵੀ ਜੇ
ਸੀਰੀਅਸ ਹੁੰਦੇ, ਨਾਕਾਬੰਦੀ ਕੀਤੀ ਹੁੰਦੀ ਤਾਂ ਦਿਨ ਜੀ, ਦਿਹਾੜੇ ਕਤਲ ਨਾ ਹੁੰਦਾ। ਤੁਸੀਂ ਗੱਲ ਨਹੀਂ ਸਮਝਦੇ, ਇਹਨਾਂ ਦੇ ਕੰਟਰੋਲ 'ਚ ਹੀ ਕੋਈ ਚੀਜ਼ ਨਹੀਂ, ਕਿਉਂਕਿ ਕੰਟਰੋਲ ਦਿੱਲੀ 'ਚ ਪੰਜਾਬ 'ਚ ਨਹੀਂ ਹੈ। ਇਹ ਸਾਰਾ ਕੁਝ ਕੰਟਰੋਲ ਤਾਂ ਦਿੱਲੀ 'ਚ ਹੈ। ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ ਅੱਜ ਪੰਜਾਬ ਪੁਲਿਸ ਨੂੰ ਇਹਨਾਂ ਦੀ ਮਾਨ ਸਾਹਿਬ ਦੀ ਸਰਕਾਰ ਨੇ ਪ੍ਰਾਈਵੇਟ ਮਿਲੀਸ਼ੀਆ ਬਣਾ ਲਿਆ। ਜਿਹਨੂੰ ਮਰਜ਼ੀ ਸਿਕਿਉਰਿਟੀ ਕਿਹਦੀ ਕਦੋਂ ਸਿਕਿਉਰਿਟੀ ਲੈਣੀ ਹੈ, ਇਹਨਾਂ ਦੀ ਵਿਮਸ ਐਂਡ ਫੈਂਸੀਜ਼ ਤੇ ਚਲਾ ਗਿਆ। ਕੋਈ ਇਹ ਨਹੀਂ ਹੈ ਕਿ ਜਿਸ ਆਦਮੀ ਨੂੰ ਜ਼ਰੂਰਤ ਹੈ ਉਹਨੂੰ ਸਿਕਿਉਰਿਟੀ ਦਿੱਤੀ ਜਾਏ, ਇਹ ਤੇ ਇਹਨਾਂ ਦੀ ਵਿਮਸ ਐਂਡ ਫੈਂਸੀਜ਼ ਤੇ। ਮੈਂ ਅੱਜ ਇਥੋਂ ਕੁਐਸਚਨ ਕਰਨਾ, ਮੈਂ ਪੁੱਛਣਾ ਚਾਹਨਾ ਕਿ ਅੱਜ ਭਗਵੰਤ ਸਿੰਘ ਮਾਨ ਜਾਂ ਡੀਜੀਪੀ ਸਾਨੂੰ ਲਿਸਟ ਦੇਗਾ ਕਿੰਨੇ ਆਪ ਦੇ ਐਮਐਲਏਆਂ ਨੂੰ ਹੁਣ ਸਿਕਿਉਰਿਟੀ ਦਿੱਤੀ ਗਈ ਹੈ, ਕਿੰਨੇ ਰਾਜ ਸਭਾ ਦੇ ਐਮਪੀਜ਼ ਨੂੰ ਦਿੱਤੀ ਗਈ ਹੈ, ਕਿੰਨੇ ਇਹਨਾਂ ਦੇ ਫੰਕਸ਼ਨਰੀਜ਼ ਨੂੰ ਦਿੱਤੀ, ਕਿ ਕਿੰਨੇ ਭਗਵੰਤ ਸਿੰਘ ਮਾਨ ਦੇ ਰਿਸ਼ਤੇਦਾਰਾਂ ਨੂੰ, ਕਿੰਨੇ ਕਿੰਨੇ ਬੰਦੇ ਰਾਘਵ ਚੱਡੇ ਨੂੰ ਤੇ ਇਹਨੂੰ ਕੇਜਰੀਵਾਲ ਸਾਹਿਬ ਨੂੰ। ਸਾਨੂੰ ਨੰਬਰ ਦਿਓ ਸਾਰਿਆਂ ਨੂੰ। ਜਿਸ ਤਰ੍ਹਾਂ ਤੁਸੀਂ ਦੂਜਿਆਂ ਦਾ ਛਾਇਆ ਕਰਕੇ ਉਹਨਾਂ ਨੂੰ ਸ਼ਿਕਾਰ ਕਰਵਾਇਆ, ਸਾਨੂੰ ਨੰਬਰ ਦਿਓ ਕਿ ਇੰਨੇ ਇੰਨੇ ਬੰਦੇ ਅਸੀਂ ਇਹਨਾਂ ਨੂੰ ਦਿੱਤੇ ਐਂਡ ਵਾਟ ਇਜ਼ ਦ ਰੀਜ਼ਨ ਫॉर ਗਿਵਿੰਗ them ਸਿਕਿਉਰਿਟੀ। ਸਾਨੂੰ ਕਾਈਂਡਲੀ ਦਿਓ। ਸੋ ਇਹ ਸਨ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ, ਜਿਨ੍ਹਾਂ ਨੇ ਇਸ ਵੇਲੇ ਸਿੱਧੂ ਮੂਸੇਵਾਲਾ ਦੇ ਘਰ ਉਹਨਾਂ ਦੇ ਪਰਿਵਾਰ ਨੂੰ ਜਿਹੜਾ ਹੈ ਉਹ ਮਿਲਣ ਵਾਸਤੇ ਇੱਥੇ ਪਹੁੰਚੇ ਆ ਤੇ ਇੱਥੇ ਜਿਹੜੀ ਆ ਉਹ ਮੀਡੀਆ ਦੇ ਨਾਲ ਵੀ ਉਹਨਾਂ ਨੇ ਗੱਲਬਾਤ ਜਿਹੜੀ ਆ ਉਹ ਕੀਤੀ ਆ ਤੇ ਉਹਨਾਂ ਨੇ ਕਿਹਾ ਆ ਕਿ ਇਹ ਇੱਕ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਆ ਉਹ ਵਾਪਰੀ ਆ ਤੇ ਜਿਹੜੇ ਸਿਕਿਉਰਿਟੀ ਜਿਹੜੀ ਆ ਉਹ ਆਮ ਆਦਮੀ ਪਾਰਟੀ ਨੇ ਆਪਣੇ ਲੀਡਰਸ ਨੂੰ, ਆਪਣੇ ਐਮਐਲਏਸ ਨੂੰ ਜਿਹੜੀ ਆ ਉਹ ਦਿੱਤੀ ਆ, ਉਹਦਾ ਵੀ ਨੰਬਰ ਦੱਸਿਆ ਜਾਵੇ ਕਿ ਉਹਨਾਂ ਕੋਲ ਕਿੰਨੇ ਕਿੰਨੇ ਗਨਮੈਨ ਨੇ। ਤੇ ਕਹਿੰਦੇ ਆ ਕਿ ਇੰਟੈਲੀਜੈਂਸ ਨੇ ਇਹ ਵੀ ਦੱਸਿਆ ਸੀਗਾ ਕਿ ਸਿੱਧੂ ਮੂਸੇਵਾਲ ਦੇ ਨਾਲ ਕੁਝ ਵੀ ਜਿਹੜਾ ਆ ਉਹ ਹੋ ਸਕਦਾ, ਪਰ ਫਿਰ ਵੀ ਸਰਕਾਰ ਨੇ ਇਸ ਚੀਜ਼ ਦੀ ਚਿੰਤਾ ਜਿਹੜੀ ਆ ਉਹ ਨਹੀਂ ਕੀਤੀ। ਤੇ ਪ੍ਰਤਾਪ ਸਿੰਘ ਬਾਜਵਾ ਨੇ ਸਿੱਧੇ ਤੌਰ ਦੇ ਉੱਤੇ ਇਹ ਵੀ ਗੱਲ ਕਹੀ ਕਿ ਜਿਹੜਾ ਇਲਜ਼ਾਮ ਇਹ ਲਗਾਇਆ ਵਾ ਸਰਕਾਰ ਦੇ ਉੱਤੇ ਕਿ ਸਰਕਾਰ ਦੇ ਹੱਥ ਦੇ ਵਿੱਚ ਇਸ ਵੇਲੇ ਜਿਹੜਾ ਆ ਉਹ ਕੁਝ ਵੀ ਨਹੀਂ ਹੈਗਾ, ਉਹਨਾਂ ਦੇ ਕਹਿਣ ਤੇ ਕੁਝ ਵੀ ਨਹੀਂ ਚੱਲ ਰਿਹਾ। ਸੋ ਬਿਲਕੁਲ ਅਸੀਂ ਇਸ ਵੇਲੇ ਸਿੱਧੂ ਮੂਸੇਵਾਲਾ ਜਿਹੜਾ ਉਹਨਾਂ ਦੇ ਘਰ ਦੇ ਬਾਹਰ ਖੜੇ ਆ ਤੇ ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਦੂਰੋਂ ਨੇੜਿਓਂ ਚੱਲ ਕੇ ਪਹੁੰਚ ਰਹੇ ਆ। ਕੁਝ ਇੱਥੇ ਸਾਡੇ ਨਾਲ ਸੱਜਣ ਨੇ, ਉਹਨਾਂ ਨਾਲ ਗੱਲਬਾਤ ਕਰਦੇ ਆ। ਭਾਈ ਸਾਹਿਬ ਜੀ, ਇਹੀ ਪਿੰਡ ਹੈ ਤੁਹਾਡਾ? ਨਾ ਜੀ, ਮੇਰਾ ਮੋਜੋ ਕਲਾਂ ਪਿੰਡ ਹੈ ਜੀ। ਮੋਜੋ ਕਲਾਂ ਦਾ ਮੌਜੂਦਾ ਸਰਪੰਚ ਆ ਜੀ ਮੈਂ। ਅੱਛਾ ਜੀ, ਤੇ ਨੇੜੇ ਹੀ ਹੈ ਪਿੰਡ ਤੁਹਾਡਾ? ਨਹੀਂ ਜੀ, ਇੱਥੋਂ ਮੰਨ ਕੇ ਚੱਲ ਹੈਗਾ ਜੀ 35 ਕਿਲੋਮੀਟਰ ਵਾਂਗੂ ਅੱਗੇ ਹੈ ਜੀ। ਹਾਂਜੀ। ਤੇ ਇਹ ਜਿਹੜੀ ਘਟਨਾ ਵਾਪਰੀ ਹੈ, ਕੀ ਸੋਚਦੇ ਹੋ ਤੁਸੀਂ ਮੌਜੂਦਾ ਸਰਪੰਚ ਹੋ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ, ਲਗਾਤਾਰ ਵਾਪਰ ਰਹੀਆਂ ਨੇ, ਕਿਉਂ ਹੋ ਰਿਹਾ ਇਸ ਤਰ੍ਹਾਂ, ਤੇ ਇਸ ਘਟਨਾ ਬਾਰੇ ਕੀ ਕਹਿਣਾ? ਇਹ ਜੀ ਇੱਕ ਬਹੁਤ ਮੰਦਭਾਗੀ ਘਟਨਾ ਹੈਗੀ। ਜਿਹੀਆਂ ਘਟਨਾ ਹੋਣੀਆਂ ਨਹੀਂ ਚਾਹੀਦੀਆਂ, ਕਿਉਂਕਿ ਜਿਹੀਆਂ ਘਟਨਾਵਾਂ ਦੇ ਪਿੱਛੇ ਸਰਕਾਰਾਂ ਦੇ ਹੱਥ ਹੁੰਦੇ ਨੇ ਜੀ। ਸਾਨੂੰ ਤਾਂ ਪੂਰੀ ਮੰਨ ਕੇ ਚੱਲ ਪੰਜਾਬ ਸਰਕਾਰ ਦੇ ਉੱਤੇ ਪੂਰੀ ਹੰਤਾ ਹੋਇਆ ਵੀ ਪੰਜਾਬ ਸਰਕਾਰ ਦਾ ਮੰਨ ਕੇ ਚੱਲ ਵੀ ਹੱਥ ਹੈਗਾ। ਇਹ ਸਾਸ ਇੱਕ ਘੜੀ ਹੋਈ ਸਾਸ ਸੀ। ਸਿੱਧੂ ਮੂਸੇਵਾਲੇ ਨੂੰ ਦਾ ਕਤਲ ਕਰਨਾ ਇੱਕ ਘੜੀ ਮੁੜੀ ਸਾਸ ਕਹਿ ਸਕਦੇ ਸੀ। ਇਹ ਬਹੁਤ ਮੰਦਭਾਗੀ ਘਟਨਾ ਜੀ। ਤੁਹਾਨੂੰ ਕਿਵੇਂ ਪਤਾ ਲੱਗਾ ਸੀ ਕੱਲ ਇਸ ਘਟਨਾ ਦਾ? ਕੱਲ ਜੀ ਮੰਨ ਕੇ ਚੱਲ ਸਾਨੂੰ ਮੋਬਾਈਲ ਦੇ ਜ਼ਰੀਏ ਪਤਾ ਲੱਗਿਆ ਸੀਗਾ, ਨੈੱਟ ਦੇ ਜ਼ਰੀਏ, ਤੇ ਸਾਨੂੰ 5:30 ਵਜੇ ਪਤਾ ਲੱਗਿਆ ਸੀ। ਤੇ ਮੁੜ ਕੇ ਕੱਲ ਤੋਂ ਲੈ ਕੇ ਜੀ ਅਸੀਂ ਰੋਟੀ ਤੱਕ ਵੀ ਨਹੀਂ ਖਾਧੀ। ਜਿਹੜੇ ਉਹਦੇ ਫੈਨ ਸੀਗੇ, ਫੈਨ ਵੀ ਸੀ ਵੈਸੇ ਜੀ, ਪਾਰਟੀ ਵੇਖ ਤੇ ਵੀ ਅਸੀਂ ਉਹਦੇ ਨਾਲ ਸੀਗੇ। ਹਾਂਜੀ ਹਾਂ। ਤੇ ਹੁਣ ਤੁਹਾਨੂੰ ਲੱਗਦਾ ਕਿ ਇਸ ਘਟਨਾ ਦਾ ਕੋਈ ਇਨਸਾਫ ਮਿਲ ਸਕਦਾ ਆ ਜਾਂ ਕੋਈ ਚਾਂਸਸ ਜਿਹੜੇ ਆ ਉਹ ਹੈਗੇ ਆ? ਦੇਖੋ ਜੀ, ਮਿਲਣਾ ਚਾਹੀਦਾ, ਇਸ ਘਟਨਾ ਦਾ ਇਨਸਾਫ ਮਿਲਣਾ ਚਾਹੀਦਾ ਜੀ। ਤੇ ਪਰ ਸਾਨੂੰ ਸਰਕਾਰਾਂ ਤੋਂ ਉਮੀਦ ਨਹੀਂ ਹੈਗੀ ਤੇ ਸਾਨੂੰ ਇਹਦੀ ਜਾਂਚ ਹੋਣੀ ਚਾਹੀਦੀ ਹੈ। ਹਾਈ ਕੋਰਟ ਦੇ ਜੱਜ ਜੀ ਇਹਦੀ ਜਾਂਚ ਕਰਨ ਤੇ ਪੰਜਾਬ ਸਰਕਾਰ ਤੋਂ ਸਾਨੂੰ ਉਮੀਦ ਨਹੀਂ ਹੈਗੀ ਵੀ ਸਾਨੂੰ। ਜਿਵੇਂ ਹੁਣ ਪਰਿਵਾਰ ਨੇ ਕਹਿ ਦਿੱਤਾ ਹੈ ਕਿ ਪੋਸਟਮਾਰਟਮ ਜਿਹੜਾ ਉਹਨਾਂ ਦਾ ਵਾ ਉਹ ਅਸੀਂ ਨਹੀਂ ਕਰਾਉਣਾ ਅਜੇ, ਕਿਉਂਕਿ ਇਸ ਦੀ ਜਾਂਚ ਜਿਹੜੀ ਆ ਉਹ ਪਹਿਲਾਂ ਹੋਣੀ ਚਾਹੀਦੀ ਆ, ਕਿਸੇ ਚੰਗੀ ਏਜੰਸੀ ਦੇ ਕੋਲੋਂ ਜਾਂਚ ਹੋਣੀ ਚਾਹੀਦੀ ਆ, ਕਿਉਂਕਿ ਮਾਪਿਆਂ ਦਾ ਇਕੱਲਾ ਪੁੱਤ ਸੀਗਾ। ਇਹ ਬਿਲਕੁਲ ਸੱਚ ਹੈ ਜੀ। ਕਿਸੇ ਚੰਗੀ ਏਜੰਸੀ ਦੇ ਕੋਲੋਂ ਜਾਂਚ ਹੋਵੇ ਜੀ, ਪੂਰੀ ਮੰਨ ਕੇ ਪੂਰੀ ਇਨਕੁਆਇਰੀ ਹੋਣੀ ਚਾਹੀਦੀ ਹੈ ਵੀ ਕੀ ਕਾਰਨ ਹੈ, ਕੌਣ ਸਾਰੇ ਬੰਦੇ ਜਿੰਨੇ ਵੀ ਕਾਤਲ ਨੇ ਉਹ ਬਾਹਰ ਆਉਣੇ ਚਾਹੀਦੇ ਨੇ। ਜੇ ਸਰਕਾਰ ਦਾ ਹੱਥ ਹੈ, ਸਰਕਾਰ ਦੇ ਕਿੰਨਾ ਲੀਡਰਾਂ ਦਾ ਹੱਥ ਹੈ, ਉਹ ਵੀ ਬਾਹਰ ਆਉਣੇ ਚਾਹੀਦੇ ਨੇ। ਸਭ ਨੂੰ ਮੰਨ ਕੇ ਸਜ਼ਾ ਮਿਲਣੀ ਚਾਹੀਦੀ ਜੀ। ਹਾਂਜੀ ਹਾਂ। ਤੇ ਤੁਸੀਂ ਹਮਦਰਦੀ ਤੌਰ ਦੇ ਉੱਤੇ ਪਹੁੰਚੇ ਹੋ ਇੱਥੇ ਫਿਰ? ਹਾਂਜੀ ਹਾਂ, ਅਸੀਂ ਹਮਦਰਦੀ ਤੌਰ ਤੇ ਪਹੁੰਚੇ ਸੀ। ਮੰਨ ਕੇ ਚੱਲ ਸਾਡੇ ਪਿੰਡੋਂ ਕਾਫੀ ਬੰਦੇ ਆਏ ਜੀ। ਪਹਿਲਾਂ ਵੀ ਕਦੇ ਆਏ ਕਿ ਪਹਿਲੀ ਵਾਰ ਆਏ? ਨਹੀਂ ਜੀ ਨਹੀਂ, ਅਸੀਂ ਮੰਨ ਕੇ ਚੱਲ ਵੀ ਹਫ਼ਤੇ ਦੇ ਬਾਅਦ ਸਾਡਾ ਗੇੜਾ ਹੁੰਦੀ ਸੀ ਬਾਈ ਕੋਲ। ਹਰ ਹਫ਼ਤੇ ਵਾਂਗੂ ਆਉਂਦੇ ਰਹਿੰਦੇ ਸੀ ਅਸੀਂ। ਹਾਂਜੀ ਹਾਂ। ਬਹੁਤ
ਬਹੁਤ ਧੰਨਵਾਦ ਗੱਲਬਾਤ ਕਰਨ ਵਾਸਤੇ। ਸੋ ਇਹ ਸਨ ਇੱਥੋਂ ਨੇੜੇ ਦੇ ਪਿੰਡ ਦੇ ਸਰਪੰਚ ਜਿਨ੍ਹਾਂ ਨੇ ਗੱਲਬਾਤ ਜਿਹੜੀ ਆ ਉਹ ਕੀਤੀ। ਤਾਂ ਉਹਨਾਂ ਨੇ ਦੱਸਿਆ ਕਿ ਉਹ ਹਰ ਹਫਤੇ, ਕਿਉਂਕਿ ਆਸ-ਪਾਸ ਦੇ ਜਿਹੜੇ ਲੋਕ ਸੀਗੇ ਉਹ ਮਿਲਣ ਵਾਸਤੇ ਜਿਹੜੇ ਆ ਇੱਥੇ ਆਉਂਦੇ ਰਹਿੰਦੇ ਸੀਗੇ ਤੇ ਉਹਨਾਂ ਨੂੰ ਜਿਹੜਾ ਆ ਉਹਨਾਂ ਦੇ ਨਾਲ ਪਿਆਰ ਵੀ ਸੀਗਾ। ਸੋ ਇੱਥੇ ਪਿੰਡ ਦੇ ਵਿੱਚ ਹੀ ਸਿੱਧੂ ਮੂਸੇਵਾਲ ਜਿਸ ਲੈਵਲ ਦੇ ਉੱਤੇ ਮੂਸੇਵਾਲ ਪਹੁੰਚਿਆ ਸੀਗਾ, ਜਿੱਥੇ ਚਾਹੇ ਮਰਜ਼ੀ ਕੋਠੀ ਜਿਹੜੀ ਆ ਉਹ ਪਾ ਸਕਦਾ ਸੀ, ਬਣਾ ਸਕਦਾ ਸੀ, ਪਰ ਉਸ ਨੂੰ ਇਹੀ ਇਲਾਕਾ ਜਿਹੜਾ ਆ ਉਹ ਚੰਗਾ ਲੱਗਦਾ ਸੀ, ਆਪਣਾ ਪਿੰਡ ਜਿੱਥੇ ਉਸਨੇ ਜਨਮ ਲਿਆ, ਉਸ ਦਾ ਬਚਪਨ ਜਿਹੜਾ ਆ ਉਹ ਬੀਤਿਆ ਤੇ ਇੱਥੇ ਹੀ ਜਿਹੜਾ ਆ ਉਹ ਰਿਹਾ ਖੇਡਿਆ ਤੇ ਇੱਥੇ ਇਹ ਇੱਕ ਆਲੀਸ਼ਾਨ ਹਵੇਲੀ ਜਿਹੜੀ ਨਜ਼ਰ ਆ ਰਹੀ ਆ ਉਹ ਉਸਨੇ ਜਿਹੜੀ ਆ ਉਹ ਤਿਆਰ ਕੀਤੀ। ਰੀਝ ਦੇ ਨਾਲ ਅਜੇ ਤਿਆਰ ਹੋ ਰਹੀ ਸੀ, ਬਹੁਤ ਸਾਰਾ ਕੰਮ ਜਿਹੜਾ ਆ ਉਹ ਰਹਿੰਦਾ ਸੀਗਾ ਤੇ ਇਹ ਘਟਨਾ ਜਿਹੜੀ ਆ ਉਹ ਵਾਪਰੀ। ਹੁਣ ਵੀ ਹਵੇਲੀ ਦੇ ਅੰਦਰ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਉਹ ਪਹੁੰਚੇ ਹੋਏ ਨੇ ਤੇ ਆਓ ਤੁਹਾਨੂੰ ਹਵੇਲੀ ਦੇ ਅੰਦਰ ਦੀਆਂ ਕੁਝ ਜਿਹੜੀਆਂ ਵਾ ਤਸਵੀਰਾਂ ਉਹ ਵੀ ਦਿਖਾਉਂਦੇ ਆ, ਕਿਉਂਕਿ ਅਸੀਂ ਕੈਮਰਾ ਲੈ ਕੇ ਤਾਂ ਅੰਦਰ ਨਹੀਂ ਜਾ ਸਕਦੇ, ਪਰ ਕੁਝ ਤਸਵੀਰਾਂ ਜਿਹੜੀਆਂ ਆ ਉਹ ਅਸੀਂ ਅੰਦਰੋਂ ਲੈ ਕੇ ਆਏ ਆ, ਉਹ ਤੁਹਾਨੂੰ ਅਸੀਂ ਦਿਖਾਉਂਦੇ ਆ। और ਜਾਣ-ਬੁੱਝ ਕੇ ਜਿਹੜੀ ਨਲਾਇਕੀ ਕੀਤੀ ਗਈ, ਇੱਕ ਤਾਂ ਨਲਾਇਕੀ ਹੋ ਜਾਂਦੀ ਹੈ ਅਣਜਾਣੇ 'ਚ, ਜਾਣੇ 'ਚ ਨਲਾਇਕੀ ਕਰਕੇ ਇੱਕ ਸੋਹਣਾ ਪੰਜਾਬ ਦਾ ਉਹ ਨਾਮਵਰ ਗੱਭਰੂ ਜਿਹਨੇ ਪੂਰੇ ਦੁਨੀਆ ਦੇ ਵਿੱਚ ਪੰਜਾਬ ਦੀਆਂ ਧੁੰਮਾਂ ਪਾਈਆਂ ਸਨ, ਉਹ ਸਾਡੇ ਤੋਂ ਵਿਛੜ ਗਿਆ। ਸੋ ਮੈਂ ਬੇਸ਼ੱਕ ਅੱਜ ਦੇ ਇਸ ਮੌਕੇ ਤੇ ਗੱਲ ਚੰਗੀ ਨਹੀਂ ਲੱਗਦੀ, ਮੈਂ ਸਿੱਧੇ ਤੌਰ ਤੇ ਇਸ ਗੱਲ ਲਈ ਪੰਜਾਬ ਪੁਲਿਸ ਤੇ ਸਰਕਾਰ ਨੂੰ, ਯਾਨੀ ਕਿ ਭਗਵੰਤ ਮਾਨ ਜੀ ਨੂੰ ਜ਼ਿੰਮੇਦਾਰ ਠਹਿਰਾਉਂਦਾ। ਸਰ, ਉਹਨਾਂ ਨੇ ਜਿਹੜੇ ਵਾਅਦੇ ਹੁਣ ਕੀਤੇ ਹੈਗੇ, ਇਹਨਾਂ ਦੀ ਚਿੱਠੀ ਦਾ ਜਵਾਬ ਦਿੱਤਾ ਹੈ ਮੂਸੇਵਾਲਾ ਸਾਹਿਬ ਦੇ। ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਕਿਸੇ ਦਾ ਕੋਈ ਵਾਅਦਾ ਨਹੀਂ ਹੈ, ਵਾਅਦਾ ਕਿਸੇ ਦਾ ਨਹੀਂ ਸੀ। ਇਹ 5:30 ਵਜੇ ਇੱਥੋਂ ਦੇ ਡੀਸੀ ਨੇ ਔਰ ਐਸਐਸਪੀ ਨੇ ਤਿਆਰੀਆਂ ਕਰ ਲਈਆਂ ਸਨ ਪੋਸਟਮਾਰਟਮ ਦੀਆਂ, ਔਰ ਮਾਂ-ਬਾਪ ਨੂੰ ਧੱਕੇ ਨਾਲ ਉਕਸਾ ਕੇ ਪਿਆ ਇੱਧਰ ਉੱਧਰ ਗੱਲਾਂ ਬਾਤਾਂ ਸੁਣਾ ਕੇ ਉਹਨਾਂ ਨੂੰ ਪੋਸਟਮਾਰਟਮ ਲਈ ਤਿਆਰ ਕਰਕੇ ਲੈ ਕੇ ਜਾਣ ਦੀ ਤਿਆਰੀ ਸਨ। ਲੇਕਿਨ ਉਹਨਾਂ ਦੇ ਪਿਤਾ ਜੀ ਨੇ ਚਿੰਤਾ ਜ਼ਾਹਿਰ ਕੀਤੀ। ਉਹਨਾਂ ਨੇ ਕਿਹਾ ਕਿ ਕੱਲ ਜੋ ਤੁਹਾਡੇ ਡੀਜੀਪੀ ਨੇ ਕਿਹਾ ਹੈ, ਡੀਜੀਪੀ ਨੇ ਇਹ ਕਿਹਾ ਕਿ ਇਹ ਤਾਰਾਂ ਗੈਂਗਸਟਰ ਤੇ ਉਹ ਫਲਾਨੀ ਵਾਰਦਾਤ ਤੇ ਫਲਾਨਾ, ਜਾਣੀ ਕਿ ਕਹਾਣੀ ਬਣਾਉਣੀ ਚਾਹੀ ਕਿ
ਇਹ ਗੈਂਗਸਟਰਾਂ ਕਰਕੇ ਗੈਂਗਸਟਰਾਂ ਦੇ ਨਾਲ ਕੋਈ ਗੱਲਬਾਤ ਹੋਣੀ ਹੈ, ਇਸ ਕਰਕੇ ਹੋਇਆ। ਸੋ ਹਾਲਾਂਕਿ ਸਿੱਧੂ ਮੂਸੇਵਾਲੇ ਦਾ ਕੋਈ ਤਾਲੁਕਾਤ ਨਹੀਂ ਸੀ ਕਿਸੇ ਗੈਂਗਸਟਰ ਨਾਲ, ਕਿਸੇ ਨਾਲ ਕੋਈ ਗੱਲਬਾਤ ਨਹੀਂ ਸੀ। ਜਿਹੜੀ ਗੱਲ ਦਾ ਉਹ ਵੇਰਵਾ ਦੇ ਰਿਹਾ ਕਿਸੇ ਬੰਦੇ ਦਾ, ਉਹ ਇਹਨਾਂ ਨਾਲ ਕੋਈ ਤਾਲੁਕਾਤ ਨਹੀਂ ਰੱਖਦਾ, ਕੋਈ ਮੈਨੇਜਰ ਨਹੀਂ ਉਹਨਾਂ ਦਾ। ਸੋ ਫਿਰ ਉਹਨਾਂ ਨੇ ਕਿਹਾ ਕਿ ਮੇਰੇ ਪੁੱਤ ਦਾ ਚਲਾ ਗਿਆ, ਮੇਰਾ ਜਿਗਰ ਦਾ ਟੁਕੜਾ ਚਲਾ ਗਿਆ, ਮੈਂ 40 ਰੁਪਏ ਦਿਹਾੜੀ ਕਰ ਕਰਕੇ ਇਸ ਪੁੱਤ ਨੂੰ ਪਾਲਿਆ ਹੈ, ਕਮ ਸੇ ਕਮ ਮੇਰੇ ਪੁੱਤ ਤੇ ਇਲਜ਼ਾਮ ਨਾ ਲਾਇਆ ਜਾਵੇ ਕਿ ਉਹ ਗੈਂਗਸਟਰ ਵਾਰ 'ਚ ਉਹ ਸੇਵਾ ਕਰਦਾ ਔਰ ਪੰਜਾਬ ਦਾ ਨਾਂ ਰੋਸ਼ਨ ਕਰਦਾ ਚਲਾ ਗਿਆ। ਔਰ ਫਿਰ ਸਭ ਨੇ ਫੈਸਲਾ ਲਿਆ ਕਿ ਡੀਜੀਪੀ ਨੂੰ ਇਸ ਗੱਲ ਤੇ ਮਾਫੀ ਮੰਗਣੀ ਚਾਹੀਦੀ ਹੈ, ਤੇ ਉਹਨਾਂ ਨੇ ਕੋਈ ਹੁਣ ਪ੍ਰੈਸ ਨੋਟ ਜਾਰੀ ਕੀਤਾ ਹੈ ਕਿ ਨਹੀਂ ਕੀਤਾ। ਹੁਣ ਉਹਨਾਂ ਨੇ ਕੱਲ ਦੀ 4 ਮਿੰਟ ਦੀ ਪ੍ਰੈਸ ਕਾਨਫਰੰਸ ਅੱਜ ਉਹਨਾਂ ਨੇ ਵਰਣਨ ਕੀਤਾ ਕਿ ਨਹੀਂ, ਮੈਂ ਮਹਿਸੂਸ ਕਰਦਾ ਕਿ ਉਹ ਬਹੁਤ ਚੰਗੇ ਇਨਸਾਨ ਸਨ। ਤੇ ਦੂਜੀਆਂ ਜਿਹੜੀਆਂ ਮੰਗਾਂ ਸਨ ਪਰਿਵਾਰ ਨੇ ਕਿ ਸਿਟਿੰਗ ਜੱਜ ਦੇ ਅੰਡਰ ਇਹ ਸਿੱਟ ਬਣੇ, ਇਨਕੁਆਰੀ ਹੋਵੇ ਜਿਹਦੇ ਵਿੱਚ NIA ਦਾ ਤੇ CBI ਦਾ ਵੀ ਸੰਯੋਗ ਲਿਆ ਜਾਵੇ, ਤਾਂ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਆ ਹੋ ਸਕੇ। ਦੂਜੀ ਗੱਲ ਜਿਹੜੀ ਮੰਗ ਕੀਤੀ ਕਿ ਮੇਰੇ ਪੁੱਤ ਤੋਂ ਸਿਕਿਉਰਿਟੀ ਵਾਪਸ ਕਿਉਂ ਲਈ ਗਈ ਔਰ ਕਿੰਨਾ ਤੱਥਾਂ ਦੇ ਆਧਾਰ ਤੇ ਸਿਕਿਉਰਿਟੀ ਵਾਪਸ ਲਈ ਗਈ, ਕਿਹੜੀਆਂ ਉਹ ਇਨਪੁਟ ਸਨ ਜਿਨ੍ਹਾਂ ਕਰਕੇ ਸਿਕਿਉਰਿਟੀ ਵਾਪਸ ਲਈ, ਉਹਨਾਂ ਲੋਕਾਂ ਤੇ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਸੋ ਇਹ 3 ਜਿਹੜੀਆਂ ਮੰਗਾਂ ਬਾਈ ਭੋਲਾ ਜੀ ਨੇ ਰੱਖੀਆਂ, ਮੈਂ ਸਮਝਦਾ ਕਿ ਉਹਨਾਂ ਤੇ ਸਰਕਾਰ ਗੌਰ ਫਰਮਾਉਣ ਤੇ ਅੱਜ 1 ਵੱਜ ਗਿਆ ਹੈ। ਤੇ ਮੈਨੂੰ ਸ਼ਰਮ ਮਹਿਸੂਸ ਹੋ ਰਹੀ ਹੈ ਕਿ 7 ਬਗਾਨਾ ਵੀ ਹੋਵੇ, 7 ਬਗਾਨਾ ਤੇ ਪੰਜਾਬ ਦਾ ਉਹ ਪੁੱਤ ਹੋਵੇ, ਬੇਸ਼ੱਕ ਮੇਰੇ ਖਿਲਾਫ ਹੋਵੇ, ਜੇ ਉਹਦੀ ਇਸ ਤਰ੍ਹਾਂ ਗੋਲੀਆਂ ਮਾਰ ਕੇ ਉਹਦੀ ਜਾਨ ਲੈ ਲਈ ਜਾਵੇ ਤੇ ਉਹ ਕੱਲਾ ਪੁੱਤ ਹੋਵੇ ਆਪਦੀ ਮਾਂ ਦਾ ਤੇ ਬਾਪ ਦਾ, ਤੇ ਉਹਦਾ ਮੈਂ ਪਤਾ ਲੈਣ ਜ਼ਰੂਰ ਜਾਵਾਂ। ਮੈਨੂੰ ਸ਼ਰਮ ਆ ਰਹੀ ਹੈ ਕਿ ਸਰਕਾਰ ਪੰਜਾਬ ਦੇ ਅੰਦਰ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ। ਕੋਈ ਵੀ ਇੱਕ ਨੁਮਾਇੰਦਾ ਅੱਜ ਤੱਕ ਹੁਣ ਤੱਕ, ਹੋ ਸਕਦਾ ਹੈ ਲੋਕਾਂ ਦੀਆਂ ਭਾਵਨਾਵਾਂ ਸੁਣ ਕੇ, ਲੋਕਾਂ ਦੇ ਜਜ਼ਬਾਤ ਸੁਣ ਕੇ, ਕਿਉਂਕਿ ਅਮਰੀਕਾ ਤੇ ਕੈਨੇਡਾ ਦੀਆਂ ਵਿੱਚੋਂ ਵੀਡੀਓਜ਼ ਆਈਆਂ, ਉੱਥੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕਾਂ ਨੇ ਸ਼ੁਭਦੀਪ ਨੂੰ ਸ਼ਰਧਾਂਜਲੀ ਦਿੱਤੀ ਹੈ ਔਰ ਦੁਨੀਆ ਭਰ ਦੇ ਕਲਾਕਾਰ ਭਰਾਵਾਂ ਨੇ, ਨਾਮੀ ਕਲਾਕਾਰਾਂ ਨੇ, ਡਰੇਕ ਵਰਗੇ ਰੈਪਰਾਂ ਨੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਸਾਡਾ ਇੱਕ ਭਰਾ ਚਲਾ ਗਿਆ, ਲੇਕਿਨ ਸਰਕਾਰ ਵੱਲੋਂ ਕੋਈ ਨੁਮਾਇੰਦਾ, ਹਾਲਾਂਕਿ ਛਾਤੀ ਠੋਕ ਕੇ ਕੱਲ ਭਗਵੰਤ ਮਾਨ ਨੇ ਕਿਹਾ, ਇੱਕ ਪਾਸੇ DG ਕੀ ਕਹਿੰਦਾ ਕਿ ਕੱਲੂ ਘਾਰਾ ਕਰਕੇ ਅਸੀਂ 2 ਵਿਡਰਾ ਕੀਤੇ ਹੈ, ਲੇਕਿਨ ਅੱਜ ਵੀ ਭਗਵੰਤ ਮਾਨ ਜੀ ਦੇ ਪੇਜ ਤੇ ਇਹ ਗੱਲ ਫੋਟੋ ਤੇ ਉਹ ਵੀਡੀਓ ਦਰਸਾਉਂਦੀ ਹੈ ਜਿਹਦੇ ਵਿੱਚ ਕਿਹਾ ਕਿ ਮੈਂ ਡੇਰਾ ਬਿਆਸ ਦੀ ਤੇ ਮੂਸੇਵਾਲੇ ਦੀ ਸਿਕਿਉਰਿਟੀ ਵਾਪਸ ਲੈ ਰਹੀ ਹੈ। ਇਹੋ ਜਿਹਾ ਵਿਖਾਵਾ ਔਰ ਇਹ ਗੁਨਾਹ ਹੈ, ਕਾਨੂੰਨ ਦੀ ਉਲੰਘਣਾ ਹੈ। ਕਿਸੇ ਤੋਂ ਸਿਕਿਉਰਿਟੀ ਲੈਣੀ ਜਿਹਨੂੰ ਥ੍ਰੈਟ ਪਰਸੈਪਸ਼ਨ ਹੈ, ਤੇ ਦੂਜਾ ਇਹ ਜਨਤਕ ਗੱਲ ਕਰਨੀ, ਕਿਉਂਕਿ ਜਦੋਂ ਜਨਤਕ ਗੱਲ ਕੀਤੀ, ਜੇ ਜਨਤਕ ਨਾ ਕੀਤੀ ਹੁੰਦੀ ਤਾਂ ਸ਼ਾਇਦ ਮੂਸੇਵਾਲਾ ਜਿਉਂਦਾ ਹੁੰਦਾ, ਕਿਉਂਕਿ ਇਹ ਜਨਤਕ ਕਰਦੀ। ਸੋ ਖੱਟੀ ਜਾ ਰਹੀ ਸੀ, ਇਹ ਸਾਰਾ ਕੁਝ ਬਿਆਨ ਦਿੱਤੇ ਸੋਸ਼ਲ ਮੀਡੀਆ ਦੇ ਉੱਤੇ ਵਾਵਾ ਖੱਟੀ ਜਾ ਰਹੀ ਸੀ। ਸੋ VIP ਸੁਣੋ VIP ਕਲਚਰ ਚੱਡਾ ਸਾਦਰ, ਸੁਣੋ ਭਾਈ ਸੁਣੋ, VIP ਕਲਚਰ 45 ਗਨਮੈਨ ਚੱਡਾ ਸਾਹਿਬ ਨੂੰ ਦੇਣੇ, 90 ਸਿਕਿਉਰਿਟੀ ਗਾਰਡ, ਜਦਕਿ Z+ ਸਿਕਿਉਰਿਟੀ ਹੈ। ਕੇਜਰੀਵਾਲ ਸਾਹਿਬ ਨੂੰ ਪੰਜਾਬ ਦੇ DGP ਨੇ ਲਿਖਿਆ ਤੇ 90 ਸਿਕਿਉਰਿਟੀ ਗਾਰਡ ਉਹਨਾਂ ਨੂੰ ਦੇਣੇ, ਤੇ ਆਪਦੇ ਰਿਸ਼ਤੇਦਾਰ ਭੈਣਾਂ ਭਰਾਵਾਂ ਵਾਸਤੇ ਤਾਂ ਖਤਰਾ ਪੈਦਾ ਹੋ ਗਿਆ। ਲੇਕਿਨ ਜਿਸ ਕਿਸੇ ਨੂੰ ਆਪ ਨੂੰ ਉਹਦੀ ਖਿੱਲੀ ਉਡਾਉਣੀ ਕਿ ਨਹੀਂ ਇਹਦੇ ਕੋਲੇ ਸਿਕਿਉਰਿਟੀ ਗਾਰਡ ਹੈ, ਇੱਕ ਚੀਜ਼ ਦਾ ਹਾਦਸਾ 1 ਮਿੰਟ 'ਚ ਜਿਹੜਾ ਪੁੱਠਾ ਹੋ ਗਿਆ ਪੰਜਾਬ, ਇੱਕ ਘਟਨਾ ਦੇ ਨਾਲ। ਰੋਜ਼ਾਨਾ ਐਸੀਆਂ ਘਟਨਾ ਹੁੰਦੀਆਂ ਤੇ ਕਿਸੇ ਨੂੰ ਵੀ ਥ੍ਰੈਟ ਹੋ ਸਕਦਾ, ਕਿਸੇ ਨੂੰ ਵੀ ਇਹ ਘਟਨਾ ਕਰ, ਮੇਰਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ। ਕੀ ਲੱਗਦਾ ਸੋ ਅੱਜ ਮਾਰੂ ਹਥਿਆਰ ਪੰਜਾਬ ਦੇ ਵਿੱਚ ਮਾਰੂ ਹਥਿਆਰ ਕਿਸ ਤਰੀਕੇ ਨਾਲ ਪਹੁੰਚਦੇ ਆ, ਕਿ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਅਸੀਂ ਕੱਲ ਚੰਡੀਗੜ੍ਹ ਤੋਂ ਚੱਲੇ, ਸਾਡੀ ਕਿਸੇ ਨੇ ਗੱਡੀ ਤੱਕ ਨਹੀਂ ਰੋਕੀ, ਕਿਸੇ ਨੇ ਪੁੱਛਿਆ ਤੱਕ ਨਹੀਂ ਵੀ ਕਿੱਥੇ ਚੱਲੇ ਹੋ। ਸ਼ੁਕਰ ਹੈ ਤੁਸੀਂ ਇਹ ਸਵਾਲ ਕੀਤਾ ਜਦੋਂ ਰਾਤ ਨੂੰ ਮੈਂ ਤੇ ਸੰਦੀਪ ਸੰਧੂ ਸਾਹਿਬ
ਫਿਰ ਸੁਖਜਿੰਦਰ ਰੰਧਾਵਾ 3 ਵਜੇ ਇੱਥੇ ਪਹੁੰਚੇ। ਕਿਤੇ ਡੀਜੀਪੀ ਨੇ ਕਿਹਾ ਰੈੱਡ ਅਲਰਟ ਕਰ ਦਿੱਤਾ ਗਿਆ, ਲੇਕਿਨ ਕਿਤੇ ਕੋਈ ਨਾਕਾ ਨਹੀਂ ਰਾਸਤੇ ਦੇ ਵਿੱਚ ਸੀ। ਤੁਸੀਂ ਆਪ ਪੱਤਰਕਾਰ ਹੁੰਦਿਆਂ ਇਹ ਗੱਲ ਜ਼ਾਹਿਰ ਕੀਤੀ ਹੈ, ਸ਼ਾਇਦ ਮੈਂ ਕਹਿੰਦਾ ਤਾਂ ਲੋਕਾਂ ਨੇ ਯਕੀਨ ਨਹੀਂ ਕਰਨੀ ਸੀ, ਲੇਕਿਨ ਲੋਕਾਂ ਨੂੰ ਕੇਵਲ ਬੇਵਕੂਫ ਬਣਾਇਆ ਜਾ ਰਿਹਾ। 40 ਮਰਡਰ ਹੋ ਚੁੱਕੇ ਆ ਦਿਨ ਦਿਹਾੜੇ, 2 ਕਬੱਡੀ ਦੇ ਪਲੇਅਰਾਂ ਦਾ ਰੋਜ਼ਾਨਾ ਕਤਲੇਆਮ, ਲੇਕਿਨ ਸਰਕਾਰ ਮਹਿਫੂਜ਼ ਹੈ ਕਿ ਆਪਸ ਵਿੱਚ ਇਹੋ ਜਿਹੀਆਂ ਕੋਠੀ ਖਾਲੀ ਕਰਾ ਲਈ ਹੈ, ਅਸੀਂ ਗਨਮੈਨ ਲੈ ਲਏ ਹੈ। ਐਂਟੀ ਗੈਂਗਸਟਰ ਟਾਸਕ ਫੋਰਸ ਦੀ ਗੱਲ ਕੀਤੀ ਗਈ ਸੋ ਟਾਸਕ ਫੋਰਸ ਦੀ ਗੱਲ ਕੋਈ ਕਰੇ ਜਾਂ ਨਾ ਕਰੇ ਯਾਰ, ਜਿੰਨੀਆਂ ਮਰਜ਼ੀ ਟਾਸਕ ਫੋਰਸ ਬਣਾ ਲੈਣ, ਮੈਂ ਤਾਂ ਕਹਿੰਦਾ ਚਾਹੇ ਨਾ ਬਣਾਉਣ, ਲੇਕਿਨ ਪੰਜਾਬ ਦਾ ਨੌਜਵਾਨ ਪੁੱਤ ਨਹੀਂ ਕੋਈ ਮਰਨਾ ਚਾਹੀਦਾ। ਫੈਮਿਲੀ ਨਾਲ ਗੱਲ ਹੋਈ ਹੋਣੀ, ਕੰਸੈਂਟ ਨਹੀਂ ਦੇ ਰਹੇ ਨੇ ਫਿਰ ਪੋਸਟਮਾਰਟਮ ਲਈ। ਪੋਸਟਮਾਰਟਮ ਦੀ ਕੰਸੈਂਟ ਸਭ ਨੇ ਰਾਏ ਕੀਤੀ ਹੈ, ਉਹਨਾਂ ਦੇ ਪਰਿਵਾਰ ਵਾਲਿਆਂ ਨੇ। ਉਹਨਾਂ ਨੇ ਕਿਹਾ ਜਦ ਤੱਕ ਸਰਕਾਰ ਕੇਵਲ ਪ੍ਰੈਸ ਰਿਲੀਜ਼ ਦੇ ਮਾਧਿਅਮ ਦੇ ਰਾਹੀਂ ਨਹੀਂ, ਜਦੋਂ ਤੱਕ ਆਰਡਰ ਕਰ ਦੇਗੀ ਉਸ ਤੋਂ ਬਾਅਦ ਪੋਸਟਮਾਰਟਮ ਬਾਰੇ ਸੋਚਿਆ ਜਾਏਗਾ। ਸੋ ਔਰ ਸ਼ਾਮ ਨੂੰ ਅੱਜ ਅਸੀਂ 6 ਵਜੇ ਸ਼ੁਭਦੀਪ ਦੀ ਯਾਦ ਦੇ ਵਿੱਚ ਇੱਕ ਸਨੇਹਾ ਸ਼ਾਂਤੀਪੂਰਕ ਇੱਕ ਪੀਸ ਮਾਰਚ, ਕੈਂਡਲ ਮਾਰਚ ਅਸੀਂ ਕਰਾਂਗੇ ਮਾਨਸਾ ਦੇ ਅੰਦਰ। ਇਹ ਵੀ ਪ੍ਰੋਗਰਾਮ ਤੈਅ ਕੀਤਾ। ਕਿੱਥੋਂ ਸ਼ੁਰੂ ਹੋ ਕੇ ਕਿੱਥੇ ਤੱਕ ਚੱਲੇਗਾ? ਇਹ ਹਸਪੀਟਲ ਕੋਲੋਂ ਸ਼ੁਰੂ ਹੋਏਗਾ। ਰਾਉਂਡਸ ਫਾਇਰ ਹੋਏ 9mm ਦੇ, ਤਾਂ ਕਾਦੀ ਸਿਕਿਉਰਿਟੀ ਆ, ਕਿੱਥੇ ਨੇ ਉਹ ਅਸਲੇ, ਠੀਕ, ਕਿਵੇਂ ਆਉਂਦੇ ਨੇ ਉਹ ਪੰਜਾਬ 'ਚ, ਕਿਵੇਂ ਪਹੁੰਚ ਜਾਂਦੇ ਨੇ ਉਹ। ਸੋ ਇਹ ਜਿਹੜੀਆਂ ਗੱਲਾਂ ਨੇ, ਨਾ ਤਾਂ ਸਿੱਧੂ ਮੂਸੇ ਵਾਲੇ ਨੇ ਦੁਬਾਰੇ ਨੇ ਪੈਦਾ ਹੋਣਾ ਵਿਚਾਰੇ ਨੇ, ਇੰਨੀ ਸਾਡੇ ਵਰਗੇ ਹਰੇਕ ਨੌਜਵਾਨ ਉਹਦਾ ਜਿੰਨਾ ਟਾਈਮ ਕਿਸੇ ਵੀ ਗੱਡੀ 'ਚ ਜੇ ਕੋਈ ਗੀਤ ਚੱਲਦਾ ਸੀ ਉਹ ਡਿੱਗਿਆਂ ਨੂੰ ਉਠਾਉਂਦਾ ਸੀ, ਇਨਸਪੀਰੇਸ਼ਨ ਦਿੰਦਾ ਸੀ ਉਹ ਇਹ ਨਹੀਂ ਸੀਗਾ ਵੀ ਕੋਈ ਉਹਨੂੰ। ਕੱਲ ਮੈਨੂੰ ਬੜੀ ਆਪਦੇ ਆਪ ਨੂੰ ਸ਼ਰਮ ਆਈ, ਪੰਜਾਬ ਪੁਲਿਸ ਦੇ ਉਹਨਾਂ ਨੇ ਕਿਹਾ ਗੈਂਗ ਵਾਰ, ਉਹਨਾਂ ਨੇ ਸ਼ੋਅ ਕਰਤਾ ਵੀ ਤੇ ਗੈਂਗਸਟਰ ਉਹਦੇ 'ਚ ਹੋਣੇ, ਤੇ ਕਿਹਾ ਵੀ ਇਹ ਘੱਲੂ ਘਾਰੇ ਦੇ ਕਾਰਨ ਅਸੀਂ ਜਿੱਦਣ ਆ ਪਰਸੋਂ ਇਹਨਾਂ ਨੇ ਐਡ ਕਰੀ ਆ ਪੰਜਾਬ ਸਰਕਾਰ ਨੇ, ਉੱਥੇ ਕਿਤੇ ਲਿਖਿਆ ਵੀ ਇਹ ਘੱਲੂ ਘਾਰੇ ਕਰਕੇ ਅਸੀਂ 2 ਗਨਮੈਨ ਜਾਂ ਬਾਕੀ ਸਿਕਿਉਰਟੀਆਂ ਉਹ ਕਰਦੇ ਨੇ। ਹੁਣ ਸਾਡੇ ਵਰਗੇ ਨੌਜਵਾਨ, ਮੇਰਾ ਕੀ ਕਸੂਰ ਸੀ, ਮੈਂ ਉਹਦੇ ਅਗੇਂਸਟ ਇਲੈਕਸ਼ਨ ਲੜਿਆ, ਤਾਂ ਮੇਰੀ ਸਭ ਤੋਂ ਵੱਧ ਉਹਨਾਂ ਨੇ ਵੀ ਗੋਲਡੀ ਤੋਂ ਸਿਕਿਉਰਿਟੀ ਲੈ ਲਈ, ਗੋਲਡੀ ਤੋਂ ਸਿਕਿਉਰਿਟੀ ਲੈ ਲਈ। ਬਈ ਜੀ ਸਿਕਿਉਰਿਟੀ ਸਕੂਟੀ ਅਸੀਂ ਨੇ ਕੀ ਕਰਨੀ ਹੈ ਨਾਲ, ਅਸੀਂ ਤਾਂ ਨੌਜਵਾਨਾਂ ਨੂੰ ਬਚਾਉਣਾ। ਤੁਸੀਂ ਦੇਖ ਸਕਦੇ ਹੋ ਕਿ ਕੀ ਚੱਲ ਰਿਹਾ, ਤੇ ਕੱਲ ਤਾਂ ਵੀ ਮੈਨੂੰ ਲੱਗਦਾ ਕਾਲਾ ਦਿਨ ਸੀ ਸਾਡੇ ਪੰਜਾਬ ਲਈ, ਕਿ ਬਿਲਕੁਲ ਹਰ ਇੱਕ ਇਨਸਾਨ, ਹਰ ਇੱਕ ਨੌਜਵਾਨ, ਤੁਸੀਂ ਨਾ, ਮੈਂ ਧੂਰੀਓਂ ਆਇਆ ਤੇ ਕੱਲ ਦਾ ਰਾਤ ਦਾ ਉਰੇ ਦੇਖਿਓ ਨੌਜਵਾਨ ਜਿਹੜੇ ਉਹਨੂੰ ਪਿਆਰ ਕਰਦੇ ਸੀ ਕਿੱਥੇ ਕਿੱਥੇ ਤੱਕ ਬੈਠੇ ਨੇ, ਕਿਵੇਂ ਸਕੂਟਰਾਂ ਤੇ ਮੋਟਰਸਾਈਕਲਾਂ ਤੇ ਉਹਦੀਆਂ ਟੀ-ਸ਼ਰਟਾਂ ਪਾ ਕੇ ਆ ਰਹੇ ਨੇ। ਸੋ ਮੈਂ ਤਾਂ ਸਾਰਿਆਂ ਨੂੰ ਇਹ ਬੇਨਤੀ ਕਰਦਾ, ਭਰਾਵੋ ਜਿੱਦ ਪੈਂਸਾਂ 'ਚ ਕੁਝ ਨਹੀਂ ਪਿਆ ਯਾਰ, ਕਿਸੇ ਦਾ ਜਮੀ ਆ ਉਹਨੇ ਸਾਰੀ ਉਮਰ ਲਾ ਕੇ ਆਪਦੀ ਮਿਹਨਤ ਦੀ ਕਮਾਈ ਉਹਨੇ ਕਮਾਈ ਸੀ, ਘਰ ਖਤਮ ਹੋ ਗਿਆ ਯਾਰ ਬੰਦੇ ਦਾ, ਇਕੱਲਾ ਜਵਾਕ ਹੈ, ਕੀ ਆਪਾਂ ਕੀ ਕੱਢਾਂਗੇ ਕਿਸੇ ਨੂੰ ਮਾਰ ਕੇ, ਕੀ ਕਰ ਲਾਂਗੇ 100। ਜਿੱਦਾਂ ਮੈਨੂੰ ਤਾਂ ਲੱਗਦਾ ਨਹੀਂ ਕਿ ਉਹਦਾ ਕੋਈ ਇਹੋ ਜਿਹਾ ਕੋਈ ਕਿਸੇ ਨਾਲ ਲੜਾਈ ਝਗੜਾ ਹੋਊਗਾ, ਮੈਂ ਤਾਂ ਕਦੇ ਸੁਣਿਆ ਨਹੀਂ ਸੀ। ਮੇਰੇ ਨਾਲ ਤਾਂ ਹੁਣ ਵੀ ਜਦੋਂ ਉਹਦੀ ਗੱਲ ਹੁੰਦੀ ਵੀਰ ਜੀ ਤੋਂ ਬਾਈ ਜੀ ਤੋਂ ਕਹਿ ਕੇ ਬਿਨਾਂ ਉਹ ਗੱਲ ਨਹੀਂ ਸੀ ਕਰਦਾ ਕਿਸੇ ਨਾਲ ਯਾਰ। ਇੰਨਾ ਡਾਊਨ ਟੂ ਅਰਥ ਬੰਦਾ ਸਾਡੇ ਚੋਂ ਚਲਿਆ ਗਿਆ, ਇਹਦਾ ਮਾਫੀ ਉਹ ਮੰਗ ਸਕਦੇ ਆ ਵੀ। ਕਾਰਨ ਕੀ ਲੱਗਦਾ ਕਿ ਇਸ ਤਰੀਕੇ ਨਾਲ ਹਮਲਾ ਹੋ ਜਾਣਾ ਔਰ ਏਡੇ ਵੱਡੇ ਮਾਰੂ ਹਥਿਆਰਾਂ ਨਾਲ ਹਮਲਾ ਹੋ ਜਾਣਾ? ਸਿਰਫ ਇੱਕ ਕਲਾਕਾਰ ਨਹੀਂ, ਉਹਨੂੰ ਇੱਕ ਹੋਰ ਕਲਾਕਾਰ ਦਾ ਨਾਮ ਵੀ ਸਾਹਮਣੇ ਆ ਰਿਹਾ ਕਿ ਇਹਨੂੰ ਨਤੀਜਾ ਭੁਗਤਣਾ ਪਊਗਾ। ਇਹ ਬੜੀ ਮੰਦਭਾਗੀਆਂ ਗੱਲਾਂ ਨੇ। ਪਹਿਲਾਂ ਕਬੱਡੀ ਖਿਡਾਰੀ ਜਿਹੜੇ ਇਸ ਤਰੀਕੇ ਨਾਲ ਸਾਡੇ ਚੋਂ ਗਏ ਨੇ, ਹੁਣ ਕੱਲ ਨੂੰ ਬੰਦੇ 'ਚ ਕੀ ਆ ਬਾਈ ਜੀ, ਮੇਰੇ 2 ਮਾਰੇਗਾ ਅਗਲਾ, ਕੋਈ ਮੇਰਾ ਕਹਾਣੀ ਖਤਮ ਆ, ਕਿਸੇ ਦਾ ਕੀ ਆ, ਠੀਕ ਹੈ ਨਾ। ਪਰ ਮੈਂ ਤਾਂ ਹੱਥ ਜੋੜ ਕੇ ਇਹੀ ਬੇਨਤੀ ਕਰਨੀ ਚਾਹਣਾ ਨੌਜਵਾਨਾਂ ਨੂੰ ਕਿ ਆਪਾਂ ਜਿਹੜਾ ਇਹ ਤੋਂ ਸਿੱਧੂ ਮੂਸੇਵਾਲੇ ਨੇ ਆਪਦਾ ਪਿੰਡੋਂ ਪੈਰ ਪੱਟ ਕੇ ਤੇ ਸਾਰੀ ਦੁਨੀਆ 'ਚ ਆਪਦਾ ਨਾਂ ਰੌਸ਼ਨ ਕਰਿਆ, ਉਹਦੇ ਤੋਂ ਸਿੱਖਣਾ ਚਾਹੀਦਾ। ਤੇ ਪੰਜਾਬ ਪੁਲਿਸ ਨੂੰ ਮੈਂ ਕਹੂੰਗਾ ਕਿ ਇਹਨੂੰ ਗੈਂਗਵਾਰ ਦਾ ਨਾਂ ਨਹੀਂ ਦੇਣਾ ਚਾਹੀਦਾ, ਇਹ ਗਲਤ ਗੱਲ ਆ, ਇਹ ਗਲਤ ਗੱਲ ਆ। ਬਿਲਕੁਲ ਸਾਰੇ ਨੌਜਵਾਨ ਲੈਣਗੇ ਜੀ, ਕਿਉਂ ਨਹੀਂ ਲਵਾਂਗੇ। ਸਾਡਾ ਭਰਾ, ਸਾਡਾ ਸਾਥੀ ਇੱਥੋਂ ਚਲਿਆ ਗਿਆ, ਰੁਖਸਤ ਹੋ ਗਿਆ, ਹੁਣ ਤਾਂ ਗੱਲਾਂ ਹੀ ਰਹਿ ਗਈਆਂ। ਮੈਨੂੰ ਲੱਗਦਾ ਮੈਨੂੰ ਛੱਡੋ ਜਿੰਨੇ ਉਰੇ ਹਜ਼ਾਰਾਂ ਬੰਦੇ ਖੜੇ ਨੇ, ਕਿਸੇ ਤੋਂ ਪੁੱਛ ਕੇ ਦੇਖ ਲਿਓ, ਜੇ ਕਿਸੇ ਨੂੰ ਯਕੀਨ ਆਉਂਦਾ ਹੋਵੇ ਵੀ ਸਿੱਧੂ ਸਾਡੇ 'ਚ ਨਹੀਂ ਰਿਹਾ। ਠੀਕ ਹੈ, ਥੈਂਕ ਯੂ। ਸੋ ਬਿਲਕੁਲ ਅਸੀਂ ਇੱਥੇ ਵੱਖ-ਵੱਖ ਜਿਹੜੇ ਸਿਆਸੀ ਆਗੂ ਪਹੁੰਚ ਰਹੇ ਆ, ਖਾਸ ਤੌਰ ਦੇ ਉੱਤੇ ਜਿਹੜੇ ਕਾਂਗਰਸ ਪਾਰਟੀ ਦੇ ਲੀਡਰ ਸਾਹਿਬਾਨ ਨੇ ਉਹ ਪਹੁੰਚ ਰਹੇ ਨੇ, ਉਹਨਾਂ ਨਾਲ ਜਿਹੜੀ ਆ ਉਹ ਗੱਲਬਾਤ ਹੋ ਰਹੀ ਆ। ਮੀਡੀਆ ਦਾ ਜਿਹੜਾ ਆ ਉਹ ਗੱਲਬਾਤ ਮੀਡੀਆ ਦੇ ਨਾਲ ਜਿਹੜੀ ਆ ਉਹ ਕਰ ਰਹੇ ਆ, ਤੇ ਉਹਨਾਂ ਨੇ ਵੀ ਆਪਣੇ ਜਿਹੜਾ ਆ ਉਹ ਵਿਊ ਰੱਖੇ ਆ। ਸੋ ਇੱਥੇ ਬਜ਼ੁਰਗ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਕਹਿਣਾ ਚਾਹੋਗੇ? ਬੜੀ ਮੰਦਭਾਗੀ ਘਟਨਾ ਵਾਪਰੀ, ਇੱਕ ਮਾਪਿਆਂ ਦਾ ਇਕੱਲਾ ਪੁੱਤ। ਬਹੁਤ ਹੀ ਮਾੜੀ ਹੈ ਜੀ ਇਹ, ਬਹੁਤ ਹੀ ਦੁੱਖ ਘਟਨਾ ਹੈ ਜੀ ਇਹ ਸਾਡੇ ਪੰਜਾਬ ਨੂੰ ਨਾ। ਦੱਸੋ, ਅਸੀਂ ਹੁਣ ਹਰਿਆਣੇ ਤੋਂ ਆਏ ਹਾਂ ਜੀ, ਘੱਟੋ ਘੱਟ 200 ਅਸੀਂ ਤੁਸੀਂ ਵੀ ਭਾਵਕ ਹੋ ਰਹੇ ਕਿਉਂਕਿ ਬੜੀ ਆਸ ਸੀਗੀ ਕਿ ਪਤਾ ਨਹੀਂ ਆਮ ਆਦਮੀ ਪਾਰਟੀ ਜਦੋਂ ਸਰਕਾਰ ਬਣ ਜੂਗੀ ਉਸ ਤੋਂ ਬਾਅਦ ਦੇ ਵਿੱਚ ਬਹੁਤ ਸਾਰਾ ਕੁਝ ਵਧੀਆ ਹੋ ਜਾਏਗਾ। ਨੌਜਵਾਨਾਂ ਦਾ ਕਤਲ ਹੋ ਰਿਹਾ ਜੀ। ਪਿਛਲੇ ਦਿਨੀ
ਕਬੱਡੀ ਖਿਡਾਰੀ ਦਾ ਵੀ ਕਤਲ ਹੋਇਆ। ਹੋਰ ਸੰਦੀਪ ਮਿਆ ਦਾ ਹੋਇਆ, ਦੀਪ ਸਿੱਧੂ ਦਾ ਹੋਇਆ ਜੀ। ਅਸੀਂ ਹਰਿਆਣੇ 'ਚ ਰਹਿੰਦੇ ਫਿਰ ਵੀ ਸਾਨੂੰ ਇੰਨਾ ਦੁੱਖ ਹੁੰਦਾ ਪੰਜਾਬ ਦਾ ਵੀ ਇਹ ਸਾਨੂੰ ਬੜੀ ਆਸ ਸੀਗੀ ਸਾਨੂੰ ਵੀ ਪੰਜਾਬੀਆਂ ਨੂੰ ਸਾਰਿਆਂ ਨੂੰ ਪੰਜਾਬੀਆਂ ਆਸ ਸੀ ਵੀ ਸਾਡਾ ਇਹ ਜਿਹੜਾ ਦੁੱਖ ਕੱਟਿਆ ਜਾਊਗਾ। 84 ਤੋਂ ਲੈ ਕੇ 47 ਤੋਂ ਲੈ ਕੇ ਹੋ ਰਿਹਾ ਜੀ। ਅਸੀਂ 1947 ਲਾਹੌਰ ਤੋਂ ਆਏ ਹਾਂ ਜੀ। ਸਾਡੇ ਵੱਡੇ ਉੱਥੇ ਵੀ ਦੁੱਖ ਹੌਲੀ ਹੌਲੀ ਖਤਮ ਹੋ ਰਹੇ। ਨੌਜਵਾਨ ਸਿੱਖ ਬੱਚੇ ਸਾਡੇ ਘਟਨਾਵਾਂ ਵਾਪਰ ਰਹੀਆਂ ਨੇ। ਪੱਥਰੇ ਸੁੱਟ ਨਹੀਂ ਖਾਂਦੇ। ਬਿਲਕੁਲ ਬੱਚੇ ਜਿਹੜੇ ਸਿੱਧੂ ਮੂਸੇਵਾਲੇ ਨੂੰ ਜਿਹੜਾ ਆ ਉਹ ਫੋਲੋ ਕਰਦੇ ਸਨ, ਉਹ ਕੱਲ ਦੇ ਹੀ ਬੇਚੈਨ ਨੇ। ਮੈਨੂੰ ਵੀ ਸਵੇਰੇ ਪਤਾ ਲੱਗਾ ਕਿ ਰਾਤ ਕਹਿੰਦੇ ਨੀਂਦ ਨਹੀਂ ਆਈ ਕਈਆਂ ਨੇ ਰੋਟੀ ਨਹੀਂ ਮੇਰਾ ਖਾਧੀ। ਪੋਤਰਾ ਹੈ 4 ਸਾਲ ਦਾ, ਉਹਨੇ ਰੋਟੀ ਨਹੀਂ ਖਾਧੀ ਵਿਚਾਰਾ। ਉਹ ਸਾਰੀ ਦਿਹਾੜੀ ਉਹਦੇ ਗਾਣੇ ਇੰਨੇ ਸੁਣਦਾ ਏਡੇ ਉਹਦੇ ਵਿਚਾਰਾ ਇੰਨਾ ਉਹਨੂੰ ਫੇਮ ਕਰਦਾ, ਉਹਦਾ ਫੈਨ ਵਿਚਾਰਾ। ਉਹ ਜਦੋਂ ਕਹਿੰਦਾ ਡੈਡੀ ਮੈਨੂੰ ਨਾ ਸਿੱਧੂ ਵਰਗੀ ਸ਼ਰਟ ਲਿਆ ਦੇ, ਮੈਨੂੰ ਸਿੱਧੂ ਵਰਗੀ ਗਨ ਲਿਆ ਦੇ, ਮੈਨੂੰ ਕਹਿੰਦਾ ਐਂ ਕਹਿੰਦਾ। ਵੀਰ ਜੀ ਕੀ ਕਹਿਣਾ ਚਾਹੋਗੇ? ਬੜੀ ਮੰਦਭਾਗੀ ਘਟਨਾ ਵਾਪਰੀ ਹੈ, ਨੌਜਵਾਨ ਮਾਪਿਆਂ ਦਾ ਪੁੱਤ। ਜਿੱਥੇ ਤੱਕ ਕਿਹਾ ਜਾਂਦਾ ਵੀ ਬਹੁਤ ਹੀ ਮਾੜਾ ਹੋਇਆ ਜੋ ਹੋਇਆ। ਮਾਂ ਪਿਓ ਦੀ ਹਾਲਤ ਮਤਲਬ ਕਿ ਬਹੁਤ ਜ਼ਿਆਦਾ ਬੇਕਾਰ ਹੋ ਰਹੀ ਹੈ। ਮਤਲਬ ਕਿ ਸਰਕਾਰ ਨੂੰ ਇਹ ਕਹਿਣਾ ਚਾਹੀਦਾ ਵੀ ਮਤਲਬ ਕਿ ਕੋਈ ਵੀ ਗੈਂਗਸਟਰ ਹੈ ਜਦੋਂ ਮਤਲਬ ਕਿ ਉਹ ਸ਼ਰੇਆਮ ਕਹਿ ਰਿਹਾ ਵੀ ਮੈਂ ਮਾਰਿਆ, ਉਹਨਾਂ ਨੂੰ ਚੱਕਦੇ ਕਿਉਂ ਨਹੀਂ? ਇਹ ਉਹਨਾਂ ਨੂੰ ਜੇਲ੍ਹ 'ਚ ਕਿਉਂ ਨਹੀਂ ਮਾਰਦੇ? ਚਾਹੇ ਉਹ ਜੇਲ੍ਹ 'ਚ ਬੈਠੇ ਮਰਵਾਉਂਦੇ ਨੇ। ਫਿਰ ਕਹਿੰਦੇ ਤਾਂ ਸ਼ਰੇਆਮ ਨੇ ਨਾ। ਹਾਂ ਉਹਨੂੰ ਚੱਕੋ। ਕੈਨੇਡਾ ਕਿੰਨੀ ਕੁ ਦੂਰ ਹੈ? ਸਰਕਾਰ ਕੋਈ ਦੂਰ ਨਹੀਂ। ਕਾਤਲ ਤਾਂ ਇੱਥੇ ਹੀ ਆ। ਉਹ ਤਾਂ ਨਹੀਂ ਕਿੱਡਾ ਕੈਨੇਡਾ ਭੱਜ ਗਏ, ਜੇਲ੍ਹ 'ਚ ਨਹੀਂ ਗਏ। ਇਹ ਸਰਕਾਰਾਂ ਆਪਦਾ ਪਿੱਛਾ ਛਡਾ ਲੈਂਦੀਆਂ। ਸਰਕਾਰਾਂ ਜ਼ਿੰਮੇਵਾਰੀਆਂ ਚੁੱਕੀਆਂ ਜਾ ਰਹੀਆਂ। ਜ਼ਿੰਮੇਵਾਰੀਆਂ ਹਾਂਜੀ। ਵੀਰ ਜੀ ਕੀ ਕਹਿਣਾ ਚਾਹੋਗੇ? ਬੜੀ ਮੰਦਭਾਗੀ ਘਟਨਾ ਜਿਹੜੀ ਉਹ ਵਾਪਰੀ ਹੈ। ਬਹੁਤ ਮੰਦਭਾਗੀ ਘਟਨਾ ਵਾਪਰੀ ਆ ਬਾਈ। ਕਿੱਥੋਂ ਆਏ ਹੋ? ਭੋਪਾਲ ਕਲਾਂ ਤੋਂ ਵੀਰੇ। ਇੱਥੋਂ ਕਿੰਨੀ ਦੂਰ ਹੈ? ਇਹ 15 ਕਿਲੋਮੀਟਰ ਹੈਗਾ ਇੱਥੋਂ ਜੀ। ਹਾਂਜੀ। ਤੇ ਕਿਵੇਂ ਪਤਾ ਲੱਗਿਆ ਜਦੋਂ ਇਹ ਘਟਨਾ ਵਾਪਰੀ ਤੇ ਕੀ ਮਹਿਸੂਸ ਕੀਤਾ ਤੁਸੀਂ? ਵੀਰੇ ਅਸੀਂ ਚੋਣਾਂ 'ਚ ਵੀ ਬਾਈ ਦੇ ਨਾਲ ਖੜੇ ਸੀ, ਠੀਕ ਹੈ ਨਾ। ਜਦੋਂ ਸਾਡੇ ਪਿੰਡ ਸੱਦਿਆ ਸੀ, ਸਾਡੇ ਪਿੰਡ 'ਚ ਵੀ ਉਹ ਵਿਰੋਧ ਹੋਇਆ ਸੀ, ਨਾਲ ਖੜੇ ਆ। ਪਰ ਜਿਹੜੀ ਆ ਗੱਲ ਹੋਈ ਆ ਬਹੁਤ ਹੀ ਜ਼ਿਆਦਾ ਮੰਦਭਾਗੀ ਹੋਈ ਆ। ਸਰਕਾਰ ਨੂੰ ਇਹ 'ਤੇ ਸਖਤ ਐਕਸ਼ਨ ਲੈਣਾ ਚਾਹੀਦਾ। ਸਾਰੇ ਲੋਕਾਂ ਨੂੰ ਬੜਾ ਸੀਗਾ ਕਿ ਆਮ ਆਦਮੀ ਪਾਰਟੀ ਆ ਗਈ ਤੇ ਪਤਾ ਨਹੀਂ ਕੀ ਕਰ ਦੇਣਾ, ਪਰ ਉਹ ਬਹੁਤ ਹੀ ਮਾੜਾ ਜੋ ਕੁਝ ਵੀ ਹੁਣ ਤੱਕ ਵਾਪਰ ਰਿਹਾ। ਤੁਹਾਨੂੰ ਆਪ ਨੂੰ ਹੀ ਪਤਾ ਵੀਰੇ, ਅੱਜ ਤੱਕ ਕਿੰਨੇ ਕੁ ਵੱਡੀ ਖਿਡਾਰੀ ਗਏ ਸਰਕਾਰ ਬਣਨ ਤੋਂ ਆ। ਦੀਪ ਸਿੱਧੂ ਗਿਆ, ਹੁਣ ਸਾਡਾ ਭਾਈ ਸਿੱਧੂ ਮੂਸੇਵਾਲਾ ਗਿਆ। ਜਿੱਦਣ ਦੀ ਸਰਕਾਰ ਆਈ ਉਹਦੇ ਜਿੱਦਣ ਦੀ ਆਮ ਆਦਮੀ ਇਹੀ ਭਗਵੰਤ ਮਾਨ ਸਾਹਿਬ ਕਹਿੰਦੇ ਨੇ ਵੀ ਮੈਂ ਸਿਕਿਉਰਿਟੀ ਘਟਾ ਰਿਹਾ, ਫਿਰ ਉਹ ਆਪਦੇ ਰਿਸ਼ਤੇਦਾਰਾਂ ਨੂੰ ਆਪਦੀ ਭੈਣ ਨੂੰ ਕਿਉਂ ਸਿਕਿਉਰਿਟੀ ਦੇ ਰਿਹਾ? ਉਹਨੂੰ ਹੋਰ ਵੀ ਇੱਥੇ ਜਿਹੜੇ ਲੀਡਰ ਪਹੁੰਚ ਰਹੇ ਉਹਨਾਂ ਨੇ ਕਹੀ ਹੈ ਕਿ ਆਮ ਆਦਮੀ ਪਾਰਟੀ ਚੋਂ ਕੋਈ ਵੀ ਇੱਥੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਵੀ ਨਹੀਂ ਪਹੁੰਚਿਆ। ਨਹੀਂ ਕੋਈ ਨਹੀਂ ਪਹੁੰਚਿਆ ਜੀ, ਅਜੇ ਤੱਕ ਕੋਈ ਵੀ ਨਹੀਂ ਆਇਆ ਵੀਰੇ। ਕੋਈ ਨਹੀਂ ਪਹੁੰਚਿਆ ਇਹਦਾ। ਤੁਸੀਂ ਕੀ ਕਹਿਣਾ ਚਾਹੋਗੇ ਜਿਵੇਂ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ? ਲਗਾਤਾਰ ਅਸੀਂ ਕਹਿੰਦੇ ਵੀ ਵੱਧ ਤੋਂ ਵੱਧ ਕਾਰਵਾਈ ਕਰੋ ਜੀ, ਜਿਹੜੇ ਨੇ ਇਹ ਕੰਮ ਕੀਤਾ ਵੀ ਜਲਦ ਤੋਂ ਜਲਦ ਉਹਨਾਂ ਨੂੰ ਅੰਦਰ ਕਰਾਇਆ ਜਾਵੇ। ਮੂਸੇਵਾਲੇ ਦਾ ਕਹਿੰਦੇ ਅਗਲੇ ਮਹੀਨੇ ਵਿਆਹ ਵੀ ਸੀਗਾ ਤੇ ਤਿਆਰੀਆਂ ਚੱਲ ਰਹੀਆਂ ਸੀ। ਹਾਂਜੀ ਇਹ ਤਾਂ ਵਿਆਹ ਸੀਗਾ ਜੀ। ਬਾਕੀ ਨੇਚਰ ਬਹੁਤ ਵਧੀਆ ਸੀ ਬੰਦੇ ਦਾ ਜੀ। ਜਿਹਦੇ ਬੰਦੇ ਕੋਲੇ 10 ਮਿੰਟ ਲਾ ਦਿੰਦਾ ਸੀ ਨਾ ਜੀ, ਉਹਦੇ ਤਾਂ ਵਿੱਚ ਵੜ ਜਾਂਦਾ ਸੀਗਾ ਜੀ। ਇੰਨਾ ਵਧੀਆ ਗਏ ਹੋ ਇੱਥੇ? ਬਹੁਤ ਵਾਰ ਅਸੀਂ ਤਾਂ ਮਿਲਦੇ ਰਹਿੰਦੇ ਜੀ, ਸਾਡੇ ਮਾਨਸਾ ਫਿਰਦੇ ਰਹਿੰਦੇ ਜੀ, ਬਹੁਤ ਵਾਰ ਮਿਲਦਾ। ਇੰਨਾ ਵਧੀਆ ਨੇਚਰ ਸੀ ਮੁੰਡੇ ਦਾ ਜੀ ਤੋਂ ਬਿਨਾਂ ਗੱਲ ਨਹੀਂ। ਵੱਡੇ ਭਾਈ ਤੋਂ ਛੋਟਾ ਨਹੀਂ, ਛੋਟਾ ਹੋਵੇ ਉਹਨੂੰ ਵੀ ਵੱਡਾ ਭਾਈ ਕਹੂਗਾ ਜੀ। ਬਹੁਤ ਵਧੀਆ ਨੇਚਰ ਸੀ। ਦੱਸ ਰਹੇ ਸੀ ਬਰਥਡੇ ਕਿਦਨ ਸੀ ਉਹਨਾਂ ਦਾ? 11 ਨੂੰ ਜੀ। ਹਾਂਜੀ ਸੀਗਾ। ਕਿਵੇਂ ਲੱਗ ਰਿਹਾ ਜਿਵੇਂ ਹੁਣ ਉਹ ਸਾਡੇ ਵਿੱਚ ਨਹੀਂ ਰਹੇ, ਸ਼ਰੇਆਮ ਦਿਨ ਦਿਹਾੜੇ ਜਿਹੜਾ ਗੋਲੀਆਂ ਮਾਰ ਦਿੱਤੀਆਂ ਗਈਆਂ? ਬਹੁਤ ਹੀ ਮਾੜੀ ਘਟਨਾ ਜੀ। ਦੇਖੋ ਜੀ ਰਾਤ ਦੀ ਸਾਰੇ ਆਲ ਵਰਲਡ ਦੇ ਵਿੱਚ ਸਾਡਾ ਨਾਮ ਪਹੁੰਚਾਇਆ ਉਹਨੇ ਮਾਨਸਾ ਦਾ ਜੀ। ਦੇਖੋ ਜੀ ਇਹ ਲੋਕਾਂ ਨੂੰ ਚੰਗੀ ਨਹੀਂ ਲੱਗੀ ਗੱਲ ਹੈ ਨਾ। ਸ਼ਰੇਆਮ ਗੋਲੀਆਂ ਮਾਰੀਆਂ ਉਹਨਾਂ ਦੇ, ਗਲਤ ਗੱਲ ਹੈ ਜੀ। ਬਸ ਕੁਝ ਨਹੀਂ ਭੁੱਲਿਆ ਜਾਂਦਾ ਜੇਕਰ ਸਿਕਿਉਰਿਟੀ ਨਾ ਵਾਪਸ ਲੈਂਦੇ ਨਾ ਜੀ, ਇਹ ਗੱਲ ਹੋਣੀ ਨਹੀਂ ਸੀ ਘਟਨਾ। ਲੱਗਦਾ ਕਿ ਸਿਕਿਉਰਿਟੀ ਵਾਪਸ ਲੈਣ ਕਰਕੇ ਵੀ ਜਿਹੜਾ ਆ ਉਹ ਇੱਕ ਤਾਂ ਸਿਕਿਉਰਿਟੀ ਵਾਪਸ ਹੋਈ, ਦੂਜਾ ਸਰਕਾਰ ਨੇ ਆਪ ਹੀ ਰੌਲਾ ਪਾ ਕੇ ਜਿਹੜਾ ਦੱਸਦਾ। ਫੇਸਬੁੱਕ ਤੇ ਮੋਟੇ ਅੱਖਰਾਂ 'ਚ ਹੈਡਿੰਗ ਹੈ ਜੀ, ਸਿੱਧੂ ਮੂਸੇ ਦੇ ਸਿਕਿਉਰਿਟੀ ਵਾਪਸ ਲਈ ਗਈ। 476 ਦੇ ਵਿੱਚ ਇਹਦੇ ਨਾਂ ਤੇ ਮੇਨ ਤੇ ਆ ਗਈ ਹੈ ਜੀ। ਉਹ ਤਾਂ ਕਲੀਅਰ ਹੀ ਹੋ ਗਿਆ ਜੀ। ਫਿਰ ਦੂਜੇ ਨੂੰ ਪਤਾ ਲੱਗ ਗਿਆ ਵੀ ਉਹਦੀ ਸਿਕਿਉਰਿਟੀ ਲੈ ਲਈ ਜੀ। ਮੇਰਾ ਹੱਥ ਆ ਜੀ ਵਿੱਚ। ਜਿੱਦਾਂ ਦੀ ਇਹ ਕਹਿੰਦੇ ਸੀ ਜੀ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਦਾਂਗੇ ਜੀ। ਜਦੋਂ ਦੇ ਆਏ ਨੇ ਕਦੇ ਅੰਬੀ ਵਾਲਾ ਮਰਵਾਤਾ ਜੀ, ਕਦੇ ਉਹ। ਇਹ ਸਰਕਾਰ ਦਾ ਹੱਥ ਹੈ ਜੀ ਸਾਰਾ। ਪਹਿਲਾਂ ਸਿਕਿਉਰਿਟੀ ਖੋਈ ਗਈ ਹੈ, ਫਿਰ ਬਾਈ ਦੀ ਮ੍ਰਿਤੂ ਕਰੀ ਗਈ। ਇਹ ਕੀ ਬਣਦਾ ਜਿਹਨਾਂ ਦਾ ਕੀ ਹਾਲ ਹੋ ਸਕਦਾ? ਇਹਨੇ ਘਰ ਦਾ ਇੰਨੀ ਸ਼ੋਹਰਤ ਕਮਾਈ ਹੈ ਜਾਂ ਨਾਮ ਕਮਾਇਆ, ਦਮ ਤੇ ਉੱਠੇ। ਲੱਕੜ ਦੇ ਬਾਲਿਆਂ ਦੇ ਘਰੋਂ ਉੱਠੇ ਨਾ ਅੱਜ ਲੋਕਾਂ ਨੂੰ ਜਰਿਆ ਨਹੀਂ ਗਿਆ। ਹੁਣ ਖੁਸ਼ ਹੋਣਗੇ ਨਾ,
ਹੁਣ ਤਾਂ ਖੁਸ਼ ਹੋਣਗੇ, ਹੁਣ ਤਾਂ ਕੁਝ ਨਹੀਂ ਹੋ ਸਕਦਾ। ਲੱਗਦਾ ਕਿ ਜਿਹੜਾ ਆ ਉਹ ਸਰਕਾਰ ਦੀ ਵੀ ਮਿਲੀ ਭੁਗਤ ਹੋ ਸਕਦੀ ਹੈ ਜਾਂ ਗੈਂਗਸਟਰਾਂ ਵੱਲੋਂ ਕੀਤਾ ਗਿਆ ਆ, ਜਾਂ ਕੀ ਘਟਨਾ ਵਾਪਰੀ ਹੈ, ਕਿਸੇ ਨਾਲ ਲਾਗਤਬਾਜ਼ੀ ਸੀ ਜਾਂ ਕੋਈ ਇਦਾਂ ਦੀ ਗੱਲ ਸੀ ਕਿ ਕਿਸੇ ਨੂੰ ਇਹ ਜਰਿਆ ਹੀ ਨਹੀਂ ਗਿਆ ਕਿ ਇੰਨੀ ਤਰੱਕੀ ਜਿਹੜੀ ਹੋ ਬਸ ਇਹ ਆਦੀ ਤਰੱਕੀ ਕਰਕੇ ਹੋਇਆ ਜੀ ਇਹਦੀ। ਕਿਸੇ ਤੋਂ ਵੀ ਨਹੀਂ ਆਉਂਦਾ ਜੀ, ਚੜਦਾ ਬੰਦਾ ਬਹੁਤ ਇਹ ਮਿਹਨਤ ਕਰਕੇ ਬੰਦਾ ਇੱਥੋਂ ਤੱਕ ਪਹੁੰਚਿਆ ਜੀ, ਆਪਦਾ ਖੂਨ ਪਸੀਨਾ ਕਰਕੇ ਜੀ, ਨਾ ਕੋਈ ਠੱਗੀ ਠੋਰੀ ਮਾਰ ਕੇ ਜਾਂ ਕੋਈ। ਗੈਂਗਸਟਰਾਂ ਨੂੰ ਕਿਉਂ ਨਹੀਂ ਮਰਵਾ ਦਿੰਦੇ? ਸਰਕਾਰ ਨੂੰ 100% ਮਤਲਬ ਜੀ ਹੁਣ ਇੱਕ ਪਾਸੇ ਦਾ ਬਦਲਾਅ ਕਹਿੰਦੇ ਸੀ, ਇਹ ਅਸਲ ਗੁੰਡਾ ਰਾਜ ਹੈ ਜੀ, ਬਿਲਕੁਲ ਗੁੰਡਾ ਰਾਜ ਆ। ਜਦੋਂ ਦੀ ਝਾੜੂ ਸਰਕਾਰ ਆਈ ਹੈ ਜਮਾ ਬੇੜਾ ਨਸ਼ਟ ਕਰਤਾ ਪੰਜਾਬ ਦਾ ਇਹਨੇ ਸਭ ਤੋਂ ਵੱਡਾ ਬੇਰਹਿਮੀ ਨਾਲ ਵਿਚਾਰੇ ਦਾ ਕਤਲ ਕਰਿਆ ਗਿਆ। ਸਭ ਤੋਂ ਨਾਇਕ ਬੰਦਾ ਸੀ, ਸਾਡੇ ਮਾਨਸਾ ਜ਼ਿਲ੍ਹੇ ਦਾ ਨਾਂ ਰੌਸ਼ਨ ਕਰਿਆ ਇਹ ਬੰਦੇ ਨੇ। ਪਰ ਇਹ ਗੁੰਡਾ ਰਾਜ ਜਿੱਦੇ ਦਾ ਝਾੜੂ ਵਾਲਾਂ ਦਾ ਆਇਆ, ਪਹਿਲਾ ਮੁੰਡਾ ਕਬੱਡੀ ਪਲੇਅਰ ਸੀ, ਉਹ ਚੁਕਾਇਆ ਇਹਨਾਂ ਨੇ। ਉਦੋਂ ਬਾਅਦ ਆ ਵਿਚਾਰਾ ਸਿੱਧੂ ਸੀਗਾ, ਸਭ ਤੋਂ ਵਧੀਆ ਨਾਈਸ ਬੰਦਾ ਸੀ ਇਹ। ਇਹਨੇ ਵਿਚਾਰੇ ਨੇ ਸਭ ਤੋਂ ਵੱਡਾ ਮਾਨਸਾ ਦਾ ਨਾਮ ਰੋਸ਼ਨ ਕਰਿਆ ਤੇ ਇਹ ਵੀ ਵਿਚਾਰੇ ਨੂੰ ਕੱਲ ਘਾਟ ਉਤਾਰਿਆ ਗਿਆ ਮੌਤ ਦੇ। ਅੱਜ ਕੱਲ੍ਹ ਇਹ ਵੀ ਦੇਖਣ ਨੂੰ ਮਿਲਦਾ ਕਿ ਜਦੋਂ ਕਿਸੇ ਦੀ ਤਰੱਕੀ ਹੁੰਦੀ ਹੈ ਉਹ ਸਭ ਤੋਂ ਪਹਿਲਾਂ ਪਿੰਡ ਛੱਡ ਕੇ ਕਿਸੇ ਵੱਡੇ ਸ਼ਹਿਰ ਜਾਂ ਚੰਡੀਗੜ੍ਹ ਮੋਹਾਲੀ ਰਹਿਣ ਲੱਗ ਜਾਂਦਾ। ਮੂਸੇਵਾਲੇ ਨੇ ਇੱਥੇ ਹੀ ਘਰ ਬਣਾਇਆ, ਇੱਥੇ ਹੀ ਰਿਹਾ ਉਹ। ਤੁਸੀਂ ਆਹ ਹਵੇਲੀ ਦੇਖ ਲਓ ਜੀ, ਪੰਜਾਬੀ ਇਹ ਚਾਹੁੰਦਾ ਸੀ ਵੀ ਮੈਂ ਪੰਜਾਬੀ ਵਿਰਸਾ ਕਾਇਮ ਕਰਾਂ ਜੀ ਇੱਥੇ ਜੀ। ਐਡਾ ਵੱਡਾ ਸਟਾਰ ਹੋ ਕੇ ਆਰਟ ਵਾਰਡ ਦੇ ਵਿੱਚ ਸਭ ਜਾਣਦੇ ਆ, ਫਿਰ ਵੀ ਇਹ ਪਿੰਡ ਦੇ ਵਿੱਚ ਰਹਿ ਰਿਹਾ ਜੀ। ਵੀਰੇ ਇਹ ਤਾਂ ਉਹਦੀ ਸੋਚ ਹੀ ਨਹੀਂ ਸੀ ਵੀ ਮੈਂ ਪਿੰਡ ਛੱਡ ਕੇ ਜਾਊਂਗਾ। ਪਿੰਡ ਵਿੱਚ ਰਹਿਣਾ ਹੀ ਉਹ ਪਸੰਦ ਕਰਦੇ ਸੀ, ਅਸੀਂ ਉਹਨੂੰ ਮਿਲਦੇ ਰਹਿੰਦੇ ਸੀ। ਆਇਆ ਸੀ ਟਿੱਬਿਆਂ ਦਾ ਪੁੱਤ ਜਿਹੜਾ ਗੀਤ ਸੀਗਾ, ਕਹਿੰਦੇ ਕਿ ਇੱਥੇ ਇਸੇ ਹੀ ਜਗ੍ਹਾ ਤੇ ਆਪਣੇ ਪਿੰਡ ਇੱਥੇ ਹੀ ਰਹਿਣਾ ਚਾਹੁੰਦੇ ਸੀ। ਇਹ ਗੱਲ ਗਿੱਪੀ ਗਰੇਵਾਲ ਨੇ ਵੀ ਕਹੀ ਸੀਗੀ ਕਿ ਅਸੀਂ ਬੜੀ ਛੇਤੀ ਜਦੋਂ ਸਾਡੀ ਤਰੱਕੀ ਹੋਈ ਤਾਂ ਅਸੀਂ ਸ਼ਹਿਰਾਂ ਵੱਲ ਨੂੰ ਦੌੜੇ, ਪਰ ਸਿੱਧੂ ਮੂਸੇਵਾਲੇ ਨੇ ਪਿੰਡ ਦੇ ਵਿੱਚ ਹੀ ਰਹਿ ਕੇ ਘਰ ਬਣਾਇਆ ਤੇ ਉੱਥੇ ਹੀ ਰਿਹਾਇਸ਼ ਕੀਤੀ। ਹਾਂ ਬਿਲਕੁਲ ਬਿਲਕੁਲ ਸਹੀ ਹੈ ਜੀ। ਆਪਦੀ ਮਿੱਟੀ ਨਾਲ ਜੁੜਿਆ ਹੋਇਆ ਸੀ ਬੰਦਾ, ਇਹ ਆਪਦੀ ਔਕਾਤ ਨਹੀਂ ਭੁੱਲਿਆ। ਲੋਕੀ ਸਾਰੇ ਜਿੰਨੇ ਵੀ ਮੁੰਡੇ ਸਿੰਗਰ ਨੇ ਸਾਰੇ ਮੁਹਾਲੀ ਬੈਠਾ, ਕੋਈ ਕਿੱਥੇ ਬੈਠਾ ਹੈ। ਠੀਕ ਹੈ, ਹੁਣ ਜੇ ਗੱਲ ਕਰੀਏ ਗੈਂਗਸਟਰਾਂ ਦੀ, ਇੰਨੇ ਬੰਦੇ ਮਾਰੀ ਜਾ ਰਹੇ ਨੇ, ਉਹ ਗੈਂਗਸਟਰ ਹੀ ਕਿਉਂ ਨਹੀਂ ਮਰਵਾ ਦਿੰਦੇ? ਉਹਨਾਂ ਨੂੰ ਕਿਉਂ ਨਹੀਂ ਮਾਰਿਆ? ਸਰਕਾਰ ਨੂੰ ਜਦੋਂ ਪਤਾ ਹੈ ਸਰਕਾਰ ਨੂੰ ਵੀ ਉਸ ਬੰਦੇ ਨੇ ਮਾਰਤਾ ਜਾਂ ਮਰਵਾਤਾ, ਐਕਸ਼ਨ ਕਿਉਂ ਨਹੀਂ ਲੈਂਦੀ? ਕਿਉਂ ਰਲੀ ਹੋਈ ਹੈ ਸਰਕਾਰ? ਮੈਂ ਸਿੱਧਾ ਕਹਤਾ ਵੀ ਮੈਂ ਮਾਰਿਆ, ਮੈਨੂੰ ਮਾਰਦੇ ਕਿਉਂ ਨਹੀਂ? ਜਦੋਂ ਆਪਾਂ ਨੂੰ ਪਤਾ ਹੈ, ਹੁਣ ਗੋਲਡੀ ਕੈਨੇਡਾ ਬੈਠਾ, ਉਹਨੇ ਸਿੱਧਾ ਕਹਤਾ ਵੀ ਮੈਂ ਮਰਵਾਇਆ, ਉਹਨੂੰ ਚੱਕੋ ਮਾਰੋ ਉਹਨੂੰ, ਕੋਈ ਵੀ ਆ, ਕੱਲ ਨੂੰ ਉਹ ਕਿਸੇ ਨੂੰ ਹੋਰ ਸਰਕਾਰ ਦੇ ਵਿੱਚ ਇਹਦਾ ਮਤਲਬ ਕਿ ਕਮੀ ਆ, ਸਰਕਾਰ ਜਿਹੜਾ ਆ ਉਹ ਚਾਹੁੰਦੀ ਨਹੀਂ ਗੀ। ਸਰਕਾਰ ਕੋਲੇ ਪਾਵਰ ਪੂਰੀ ਹੈ, ਸਰਕਾਰ ਕੁਝ ਮਰਜ਼ੀ ਕਰ ਸਕਦੀ ਹੈ। ਇੱਕ ਵੀਰ ਜਿਹਨੇ ਟੀ-ਸ਼ਰਟ ਜਿਹੜੀ ਆ ਉਹ ਵੀ ਸਿੱਧੂ ਮੂਸੇਵਾਲੇ ਦੀ ਜਿਹੜੀ ਆ ਉਹ ਪਾਈ ਆ, ਕੀ ਕਹਿਣਾ ਚਾਹੋਗੇ ਜਦੋਂ ਇਹ ਤੁਹਾਡੇ ਤੱਕ ਖਬਰ ਪਹੁੰਚੀ? ਮੈਂ ਜੀ ਅੰਬਾਲੇ ਤੋਂ ਆਇਆ ਜੀ, ਬੜੀ ਦੂਰ ਤੋਂ ਜੀ। ਅੰਬਾਲੇ ਤੋਂ ਪਿੰਡ ਹੈ ਜੀ ਮੇਰਾ ਲਾਹਾ ਮਾਜਰੀ ਜੀ, ਉੱਥੋਂ ਆਇਆ ਜੀ ਮੈਂ। ਜਦੋਂ ਮੈਂ ਸੁਣੀ ਜੀ ਪਹਿਲਾਂ ਤਾਂ ਮੈਨੂੰ ਝਟਕਾ ਜਿਹਾ ਲੱਗਿਆ ਜੀ। ਮੈਂ ਕਿਹਾ ਜੀ ਫੇਕ ਹੋਏਗੀ। ਮੁੰਡੇ ਕਹਿ ਰਹੇ ਕਹਿੰਦੀ ਇਹੋ ਜੀ ਗੱਲ ਹੋ ਗਈ ਹੈ। ਮੈਂ ਕਿਹਾ ਨਾ ਫੇਕ ਹੋਣੀ ਆ ਵੀਰੇ। ਜਦ ਮੈਂ ਦੇਖਿਆ ਜੀ, ਮੈਂ ਵੀਡੀਓ ਦੇਖਿਆ ਜੀ, ਰੋਣਾ ਆ ਗਿਆ ਜੀ ਮੈਨੂੰ ਤਾਂ। ਹੁਣ ਜੀ ਰਿਹਾ ਨਹੀਂ ਜਾ ਰਿਹਾ। ਦੇਖ ਸਕਦੇ ਹੋ ਤੁਸੀਂ ਕਿ ਲੋਕ ਕਿੱਥੋਂ ਚੱਲ ਕੇ ਜਿਹੜੇ ਫੈਨ ਆ ਉਹਨਾਂ ਦੇ, ਜਿਹੜੇ ਉਹਨਾਂ ਦੇ ਚਾਹਣ ਵਾਲੇ, ਜਿਹੜੇ ਪਿਆਰ ਕਰਨ ਵਾਲੇ ਆ, ਉਹ ਪਹੁੰਚ ਰਹੇ। ਵੀਰ ਜੀ ਤੁਸੀਂ ਕਿੱਥੋਂ ਆਏ ਹੋ? ਇਹ ਸ਼੍ਰੀ ਮੁਕਤਸਰ ਸਾਹਿਬ ਤੋਂ ਆਏ ਜੀ। ਸ਼੍ਰੀ ਮੁਕਤਸਰ ਸਾਹਿਬ ਨਾਲ ਪਿੰਡ ਵੱਡੀ ਕਾਨਿਆਂ ਵਾਲੀ ਹੈ ਜੀ, ਉੱਥੋਂ ਆਉਂਦੇ ਰਹੇ ਇੱਥੇ ਜੀ। ਫਸਟ ਟਾਈਮ ਆਏ ਆ। ਜਦੋਂ ਬਾਈ ਦੀ ਮੌਤ ਦੀ ਖਬਰ ਸੁਣੀ ਵੀ ਰਿਹਾ ਨਹੀਂ ਗਾ, ਵੀ ਜੀ ਕੀਤਾ ਵੀ ਹੁਣੇ ਚੱਲ ਜੇ। ਉਸ ਟਾਈਮ ਕੋਈ ਆਉਣ ਦਾ ਨਹੀਂ ਸਾਧਨ ਬਣਿਆ ਜੀ। ਫਿਰ ਸਵੇਰ ਹੁੰਦਿਆਂ ਸਾਰੀ ਜਿਉਂ ਸਵੇਰ ਚੜੀ ਇੱਥੇ ਆਏ ਆ ਜੀ। ਪਰ ਸਰਕਾਰਾਂ ਨੇ ਨਹੀਂ ਕਹਿ ਸਕਦੇ, ਮੰਨ ਲਓ ਵੀ ਸਰਕਾਰਾਂ ਨੇ ਇੰਨਾ ਕੁ ਮਾੜਾ ਕਰਵਾਤਾ ਜੀ ਹਾਲ ਆਪਣੇ ਪੰਜਾਬ ਦਾ। ਨਸ਼ਾ ਵੇਚ ਕੇ ਸਾਰਾ ਕੁਝ ਪੰਜਾਬ ਦੀ ਯੂਥ ਨੂੰ ਖਤਮ ਕਰ ਰਹੇ ਆ ਜੀ, ਤੇ ਬਹੁਤ ਹੀ ਜ਼ਿਆਦਾ ਮਾੜਾ ਹਾਲ ਹੋ ਰਿਹਾ ਜੀ। ਵੀਰ ਜੀ ਕਿੱਥੋਂ ਆਏ ਜੀ? ਖੀਵੇ ਤੋਂ ਬਈ। ਕਹਿਣਾ ਚਾਹੋਗੇ ਘਟਨਾ ਜਿਹੜੀ ਵਾਪਰੀ ਆ, ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸਿੱਧੂ ਮੂਸੇਵਾਲੇ ਦਾ, ਜਿਹੜਾ ਇੱਕ ਵੱਡਾ ਨਾਮ ਸੀ ਪੰਜਾਬ? ਬਹੁਤ ਬੁਰੀ ਗੱਲ ਹੈ ਜੀ। ਬਸ ਕੀ ਕਹਿ ਸਕਦੇ ਜੀ, ਕੋਈ ਸ਼ਬਦ ਹੀ ਨਹੀਂ ਹੈਗੇ। ਸਵੇਰ ਦੇ ਚੱਲੇ ਸੀ? ਹਾਂਜੀ, ਮੈਂ 6 ਵਜੇ ਦਾ ਚੱਲਿਆ ਸੀ ਜੀ ਉੱਥੋਂ। ਫਿਰ ਮੈਂ ਬੱਸ ਫੜੀ ਜੀ, ਫਿਰ ਲੇਟ ਵੀ ਹੋ ਗਿਆ ਜੀ। ਹੁਣ ਪਹੁੰਚਿਆ ਜੀ ਆ ਕੇ। ਮੈਂ ਹੁਣ ਅੰਦਰ ਵੀ ਨਹੀਂ ਜਾਣ ਦੇ ਰਹੇ, ਕਹਿੰਦੇ ਬਾਹਰ ਚਲੋ। ਮੈਂ ਕਿਹਾ ਜੀ ਮੈਂ ਬੜੀ ਦੂਰ ਤੋਂ ਆਇਆ ਜੀ, ਮੈਨੂੰ ਦੇਖ ਤਾਂ ਲੈਣ ਦਿਓ। ਹੈਗੇ ਵੀ ਨਹੀਂ ਜੀ, ਹੈਗੇ ਜੀ। ਇਹ ਜਿੰਨਾ ਕੈਂਡਲ ਮਾਰਚ ਆ ਜੀ ਸ਼ਾਮ ਨੂੰ 6 ਵਜੇ, ਉੱਥੋਂ ਜਿੱਥੇ ਮੰਨ ਲਓ ਪੋਸਟਮਾਰਟਮ ਹੋ ਰਿਹਾ ਜੀ। ਮੇਰੇ ਤਾਂ ਇਹੀ ਨੌਜਵਾਨਾਂ ਨੂੰ ਅਪੀਲ ਹੈ, ਵੱਧ ਤੋਂ ਵੱਧ ਜੀ ਆਪਾਂ ਉੱਥੇ ਪਹੁੰਚ ਗਏ ਜੀ। ਆਪਾਂ ਬਾਈ ਨੂੰ ਇਨਸਾਫ ਦਿਵਾਈ ਗਏ, ਇਨਸਾਫ ਦਿਵਾਉਣ ਦੀ ਮੰਗ ਦੇ ਵਿੱਚ ਮਗਰ ਤੁਰ ਗਏ। ਠੀਕ ਹੈ, ਘਰ ਵਾਲਿਆਂ ਦਾ ਸਾਥ ਦੇਈਏ ਜੀ। ਜੇ ਆਪਾਂ ਨਾਲ ਤੁਰਾਂਗੇ ਤਾਂ ਅੱਜ ਘਰ ਪਰਿਵਾਰ ਨੂੰ ਹੌਸਲਾ ਮਿਲੂਗਾ ਜੀ। ਅੱਜ ਉਹਨਾਂ ਦਾ ਇੱਕ ਸਿੱਧੂ ਗਿਆ ਤੇ ਇੱਥੇ ਲੱਖਾਂ ਸਿੱਧੂ ਦੇ ਮਤਲਬ ਪੁੱਤ ਖੜੇ, ਭਰਾ ਖੜੇ ਆ, ਮਾਂ ਪਿਓ ਦੇ ਪੁੱਤ ਖੜੇ ਆ ਜੀ। ਹਾਂਜੀ ਵੀਰ ਜੀ ਕੀ ਕਹਿਣਾ ਚਾਹੋਗੇ, ਕਿੱਥੋਂ ਆਏ ਹੋ? ਮੈਂ ਫਿਰੋਜ਼ਪੁਰ ਤੋਂ ਆਇਆ ਜੀ। ਕੀ ਕਹਿਣਾ ਚਾਹੋਗੇ ਜਦੋਂ ਇਹ ਘਟਨਾ ਤੁਹਾਡੇ ਤੱਕ ਪਹੁੰਚੀ, ਤੁਸੀਂ ਇਹ ਖਬਰ ਜਿਹੜੀ ਆ ਉਹ ਸੁਣੀ? ਵਿਦੇਸ਼ਾਂ ਤੋਂ ਵੀ ਬਹੁਤ ਸਾਰੀਆਂ ਵੀਡੀਓਜ਼ ਆਈਆਂ ਤੇ ਅੱਜ ਤੁਸੀਂ ਵੀ ਇੱਥੇ ਪਹੁੰਚੇ ਹੋ। ਪਹਿਲਾਂ ਕਦੇ ਮਿਲੇ ਜਾਂ ਅੱਜ ਹੀ ਆਏ? ਨਹੀਂ, ਪਹਿਲੀ ਵਾਰੀ ਆਇਆ ਜੀ। ਮਿਲਣ ਆਉਣਾ ਸੀਗਾ ਜੀ, ਬਸ ਟਾਈਮ ਨਹੀਂ ਮਿਲਿਆ। ਬਾਈ ਮਿਲਦੇ ਨਹੀਂ ਸੀ ਘਰੇ, ਕਈ ਵਾਰੀ ਕੰਮ ਤੇ ਹੁੰਦੇ ਸੀ ਬਾਹਰ ਅੰਦਰ, ਬਸ ਇਦਾਂ ਹੀ। ਹਾਂਜੀ।
ਕੀ ਮੰਗ ਕਰਦੇ ਹੋ ਤੁਸੀਂ, ਜਿਵੇਂ ਉਹਨਾਂ ਦੇ ਚਾਹਣ ਵਾਲੇ ਹੋ, ਉਹਨਾਂ ਦੇ ਫੈਨਸ ਹੋ, ਕੀ ਮੰਗ ਕਰਦੇ ਹੋ ਕਿ ਘਟਨਾ ਜਿਹੜੀ ਵਾਪਰੀ ਹੈ, ਜਿਹੜੇ ਦੋਸ਼ੀ ਆ ਉਹਨਾਂ ਨੂੰ ਕਿਵੇਂ ਦਾ ਟਰੀਟ ਕਰਨਾ ਚਾਹੀਦਾ ਸਰਕਾਰ ਨੂੰ? ਬਈ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ। ਬਾਕੀ ਘਰਦਿਆਂ ਜੀਆਂ ਨੂੰ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਹਾਂਜੀ ਸਰ, ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਉਹਨਾਂ ਟਾਈਮ ਇਹ ਰੋਸ ਕੈਂਡਲ ਮਾਰਚ, ਅੱਜ ਤਾਂ ਕੈਂਡਲ ਮਾਰਚ ਹੈ, ਕੱਲ ਨੂੰ ਇਹ ਜੀ ਥਾਂ ਥਾਂ ਤੇ ਧਰਨਾ ਵੀ ਲੱਗ ਸਕਦਾ ਜੀ, ਵੱਡੇ ਤੋਂ ਵੱਡੇ ਰੋਡ ਵੀ ਜਾਮ ਹੋ ਸਕਦੇ ਆ ਜੀ। ਇਹ ਹੋਊਗਾ ਸਰ ਜੇ ਇਨਸਾਫ ਨਾ ਮਿਲੂਗਾ। ਜਲਦੀ ਤੋਂ ਜਲਦੀ ਜਿਹੜੇ ਕਾਤਲ ਆ ਉਹਨਾਂ ਨੂੰ ਫੜਿਆ ਜਾਣਾ ਚਾਹੀਦਾ ਜੀ। ਲੱਗਦਾ ਕਿ ਇਨਸਾਫ ਮਿਲ ਪਾਊ? ਸਾਫ ਨਹੀਂ ਹੋਣਾ ਜੀ, ਪਹਿਲਾਂ ਵੀ ਤਾਂ ਹੋਇਆ ਜੀ ਨਾ ਕੁਝ, ਕਿਸੇ ਨੇ ਕੀ ਕੀਤਾ ਜੀ, ਉਹ ਦੁਬਾਰਾ ਅਟੈਕ ਕਰ ਦਿੰਦੇ ਜੀ। ਸਰਕਾਰ ਕੀ ਕਰਦੀ ਹੈ ਜੀ? ਮੈਨੂੰ ਬਹੁਤ ਦੁੱਖ ਹੋਇਆ ਜੀ ਅਸੀਂ ਸੁਣ ਕੇ। ਆਮ ਆਦਮੀ ਦੀ ਪਾਰਟੀ ਹਰਿਆਣੇ 'ਚ ਵੀ ਲੱਗੇ ਸੀ, ਮੈਂ ਸਾਰੇ ਪਾੜਤੇ ਉਹ, ਜਿੱਥੇ ਜਿੱਥੇ ਦਿਖਿਆ ਮੈਂ ਸਾਰੇ ਪਾੜਤੇ ਜੀ। ਉਹ ਮੈਂ ਨਹੀਂ ਦੇਣੀ ਉਹਨੂੰ ਵੋਟ ਕਦੀ ਵੀ। ਜਦ ਹੀ ਹੋਇਆ, ਜਦ ਹੀ ਪੰਜਾਬ 'ਚ ਕੁਝ ਨਾ ਕੁਝ ਹੋ ਰਿਹਾ ਜੀ। ਲਗਾਤਾਰ ਘਟਨਾਵਾਂ ਜਿਹੜੀਆਂ ਆ ਉਹ ਵਾਪਰ ਰਹੀਆਂ ਨੇ। ਵੀਰ ਜੀ ਕੀ ਕਹਿਣਾ ਚਾਹੋਗੇ, ਕਿੱਥੋਂ ਆਏ ਹੋ ਜੀ? ਗਿੱਦੜਵੇ ਤੋਂ ਆ ਰਹੇ ਹਾਂ ਅਸੀਂ। ਫਿਰ ਸਾਡਾ ਤਾਂ ਦੋਸ਼ ਇਹ ਹੈ ਵੀ ਇਨਸਾਫ ਮਿਲਣਾ ਚਾਹੀਦਾ ਸਾਡੇ ਬਾਈ ਨੂੰ, ਠੀਕ ਹੈ ਜੀ, ਬਸ ਇਹੀ ਹੈ ਜੀ। ਬਾਕੀ ਜੋ ਵੀ ਕਹਿ ਰਿਹਾ ਗੈਂਗਸਟਰ ਹੈ ਜਾਂ ਕੋਈ ਵੀ ਹੈ, ਮੈਂ ਤਾਂ ਇਹ ਗੱਲ ਬੁਨਿਆਦ ਕਰ ਰਿਹਾ, ਜਿੰਨੇ ਵੀ ਪੰਜਾਬ ਸਰਕਾਰ ਤੋਂ ਬੇਨਤੀ ਕਰਨਾ ਚਾਹੁੰਦਾ ਕਿ ਇਹਨਾਂ ਨੂੰ ਸਿੱਧਾ ਸ਼ੂਟ ਕਰਨ। ਜਿੰਨੇ ਇਹਨਾਂ ਦਾ ਨਾਮ ਬੜਾ ਕਰ ਰਹੇ ਆ ਕਿ ਵੀ ਗੈਂਗਸਟਰ ਹੈ, ਇਹ ਕਿੱਡੇ ਕੇ ਵੱਡੇ ਵੈਲੀ ਆ। ਸਰਕਾਰ ਮੂਹਰੇ ਤਾਂ ਕੁਝ ਵੀ ਹੈ ਨਹੀਂ। ਸਰਕਾਰ ਸਾਰਾ ਸਿਸਟਮ ਚਲਾ ਰਹੀ ਹੈ, ਸਿੱਧਾ ਐਨਕਾਊਂਟਰ ਕਰਨ ਇਹਨਾਂ ਦਾ ਵੀ ਕੋਈ ਪਿਓ ਹੋਣਾ ਚਾਹੀਦਾ ਨਾ। ਕਦੀ ਉਹਨੂੰ ਮਾਰਤਾ, ਕਦੀ ਉਹਨੂੰ ਮਾਰਤਾ। ਇਹ ਕੋਈ ਨਾਮ ਹੈ? ਜੋ ਕੋਈ ਵਿਚਾਰਾ ਚੰਗਾ ਬੰਦਾ ਸੀਗਾ, ਗਾਣਾ ਗਾ ਰਿਹਾ ਸੀਗਾ, ਉਹਦਾ ਕੁਝ ਵੀ ਕਰ ਰਿਹਾ ਸੀ, ਇੰਜੋਏ ਆਪਦੀ ਕਰ ਰਿਹਾ ਸੀਗਾ, ਕਿੱਥੇ ਹੈ ਵਿਚਾਰਾ? ਆਮ ਜਿਹੜੇ ਵੱਡੇ ਸਿੰਗਰ ਹੁੰਦੇ ਆ ਬਾਹਰਲੀਆਂ ਕੰਟਰੀਆਂ 'ਚ ਮौज ਮਾਰਦੇ ਆ, ਇਹ ਵਿਚਾਰਾ ਇਹੋ ਜਿਹਾ ਬੰਦਾ ਸੀਗਾ, ਆਪਦੇ ਘਰ ਦੇ ਵਿੱਚ ਰੈਸ਼ ਕਰ ਰਿਹਾ ਸੀ, ਸਿੰਪਲ ਰਹਿ ਰਿਹਾ ਸੀਗਾ। ਇਨਸਾਫ ਮਿਲਣਾ ਚਾਹੀਦਾ। ਜੋ ਇਨਸਾਫ ਨਾ ਮਿਲਿਆ ਧਰਨੇ ਵੀ ਲੱਗਣਗੇ, ਇਕੱਠ ਵੀ ਹੋਊਗਾ, ਬਹੁਤ ਕੁਝ ਹੋਊਗਾ। ਇਨਸਾਫ ਲਾਜ਼ਮੀ ਮਿਲਣਾ ਚਾਹੀਦਾ। ਹਾਂਜੀ ਵੀਰ, ਬਸ ਸਰਕਾਰ ਕੋਲੋਂ ਇਹੀ ਬੇਨਤੀ ਹੈ ਸਾਡੀ। ਵੀਰ ਜੀ ਕਿੱਥੋਂ ਆਏ ਤੁਸੀਂ? ਕਿਸ਼ਨਗੜ੍ਹ ਤੋਂ ਆਏ। ਕੀ ਕਹਿਣਾ ਚਾਹੋਗੇ ਜਿਹੜੀ ਇਹ ਘਟਨਾ ਵਾਪਰੀ, ਸਿੱਧੂ ਮੂਸੇਵਾਲਾ ਇੱਕ ਵੱਡਾ ਨਾਮ, ਵੱਡਾ ਚਿਹਰਾ? ਜੀ ਬਹੁਤ ਦੁੱਖ ਹੈ ਹੋਇਆ ਜੀ, ਸਾਨੂੰ ਵੀ ਆਇਆ ਜੀ। ਇਸ ਕਰਕੇ ਜੀ ਮਾਂ ਪਿਓ ਨੂੰ ਵੀ ਉਦੋਂ ਵੀ ਜ਼ਿਆਦਾ ਦੁੱਖ ਹੈ ਜੀ। ਇੰਨੀ ਫੋਲੋਇੰਗ ਹੈ ਉਹਨਾਂ ਦੇ ਵੀ, ਦਿਲ ਬਹੁਤ ਦੁੱਖ ਹੈ ਜੀ। ਕਲਾਕਾਰ ਤਾਂ ਲੱਖੀਂ ਆ ਰਹੇ, ਲੱਖੀਂ ਬਾਗੇ ਜੀ, ਹੋਰ ਵੀ ਆ ਜਾਣਗੇ, ਪਰ ਇਹਦੇ ਵਰਗਾ ਸਾਨੂੰ ਨਹੀਂ ਮਿਲਣਾ ਤੇ ਮਾਂ ਪਿਓ ਨੂੰ ਨਹੀਂ ਮਿਲਣਾ ਜੀ। ਬਹੁਤ ਦੁੱਖ ਹੋਇਆ ਜੀ, ਇਹਦੇ ਕਰਕੇ ਬਾਹਲਾ ਮਾੜਾ ਕੰਮ ਹੋਇਆ ਜੀ। ਲੱਗਦਾ ਕਿ ਇਸ ਘਟਨਾ ਨੂੰ ਲੈ ਕੇ ਇਨਸਾਫ ਮਿਲ ਸਕੂਗਾ ਜਾਂ ਅਗਾਂਹ ਸਰਕਾਰ ਜਿਹੜੀ ਆ ਉਹ ਚੰਗੇ ਪ੍ਰਬੰਧ ਕਰ ਸਕੂਗੀ ਕਿ ਕਿਸੇ ਹੋਰ ਦੇ ਨਾਲ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ? ਦੇਖੋ ਸਰਕਾਰ ਤਾਂ ਜੀ ਰਾਜਨੀਤੀ ਕਰ ਰਹੀ ਹੈ, ਇਹਦੇ ਉੱਤੇ ਵੀ ਕੇਸ ਤੇ ਵੀ, ਚਾਹੇ ਜੀ ਕਾਂਗਰਸ ਹੈ, ਚਾਹੇ ਅਕਾਲੀ ਹੈ, ਚਾਹੇ ਆਮ ਪਾਰਟੀ ਹੈ, ਇਹ ਤਾਂ ਜੀ ਰੋਟੀ ਸੇਕ ਰਹੀ ਹੈ ਹੁਣ ਆ ਕੇ ਜੀ ਤੇ, ਠੀਕ ਹੈ ਜੀ। ਸਰਕਾਰ ਦਾ ਹੱਥ ਸਾਰਿਆਂ ਦੀ ਹੈ ਜੀ। ਸਰਕਾਰਾਂ ਹੁਣ ਸਾਰੀਆਂ ਮਾੜੀਆਂ ਸਰਕਾਰਾਂ ਨੇ ਬਦਲਾਵ ਚਾਹੁੰਦੀ, ਪਰ ਬਦਲਾਵ ਨਹੀਂ ਆਇਆ ਜੀ। ਉਦੋਂ ਮਾੜਾ ਟਾਈਮ ਆਈ ਜਾਂਦਾ ਜੀ, ਠੀਕ ਹੈ ਜੀ। ਇੱਕ ਬਹੁਤ ਵਧੀਆ ਇਨਸਾਨ ਸੀਗਾ, ਪਿੰਡ ਦਾ ਨਾਮ ਉੱਚਾ ਇਹਨੇ ਕਰਿਆ ਸੀਗਾ, ਜ਼ਿਲ੍ਹੇ ਦਾ ਨਾਮ ਉੱਚਾ ਕਰਿਆ ਸੀਗਾ, ਸਾਰੇ ਹਿੰਦੁਸਤਾਨ ਦੇ ਵਿੱਚ, ਆਪਣੇ ਬਾਹਰਲੀਆਂ ਕੰਟਰੀਆਂ ਦੇ ਵਿੱਚ ਇਹਨੇ ਨਾਮ ਰੋਸ਼ਨ ਕਰਿਆ ਸੀ ਜੀ। 4-5 ਸਾਲਾਂ ਦੇ ਵਿੱਚ ਮੁੰਡੇ ਨੇ ਉੱਠ ਕੇ ਜੀ ਨਾਮ ਆਪਦਾ ਰੋਸ਼ਨ ਕਰਿਆ ਸੀ ਜੀ। ਵੀਰ ਜੀ ਕੀ ਕਹਿਣਾ ਚਾਹੋ, ਕਿੱਥੋਂ ਆਏ ਤੁਸੀਂ? ਅੱਕਾਂ ਵਾਲੀ ਪਿੰਡ ਆ ਜੀ ਸਾਡਾ। ਕੀ ਕਹਿਣਾ ਚਾਹੋਗੇ ਜਿਹੜੀ ਇਹ ਘਟਨਾ ਵਾਪਰੀ ਹੈ ਤੇ ਲਗਾਤਾਰ ਅਜਿਹੀਆਂ ਘਟਨਾਵਾਂ ਪਿੱਛੇ ਵੀ ਵਾਪਰ ਰਹੀਆਂ ਨੇ ਤੇ ਹੁਣ ਵੀ ਕੋਈ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਕਹਿੰਦੇ ਕਿ ਘਰਦਿਆਂ ਤੱਕ ਨਹੀਂ ਪਹੁੰਚਿਆ ਦੁੱਖ ਵੰਡਾਉਣ ਵਾਸਤੇ ਵੀ ਜਾਂ ਉਹਨਾਂ ਨਾਲ ਕੋਈ ਗੱਲ ਕਰਨ ਵਾਸਤੇ ਵੀ ਹਾਂ ਮਾੜਾ ਹੋਇਆ? ਸਾਡਾ ਵੀਰ ਨਾਲ ਬਹੁਤ ਸੰਯੋਗੀ ਰਿਸ਼ਤਾ ਸੀਗਾ। ਅਸੀਂ 2019 ਚ ਗਾਗੋਵਾਲੇ ਤੋਂ ਮਿੱਟੀ ਚੱਕ ਕੇ ਗਏ, ਬਾਈ ਨਾਲ 2 ਮਹੀਨੇ ਰਹੇ ਹਾਂ। ਬਹੁਤ ਵਧੀਆ ਨੇਚਰ ਸੀ ਬਾਈ ਦਾ, ਇਕੱਠੇ ਬਹਿ ਕੇ ਰੋਟੀ ਟੁੱਕ ਖਾਂਦੇ ਸੀ, ਕੋਈ ਫਰਕ ਨਹੀਂ ਸੀ ਪੂਰਾ। ਬਾਈ ਦਾ ਸੁਭਾਅ ਬਹੁਤ ਵਧੀਆ ਸੀਗਾ, ਬਹੁਤ ਮਾੜਾ ਕੰਮ ਹੋਇਆ ਹੈ। ਸੋ ਵੀਰ ਜੀ ਤੁਸੀਂ ਕਿੱਥੋਂ ਆਏ ਹੋ ਜੀ? ਗੋਨਿਆਣੇ ਤੋਂ ਜੀ। ਕੀ ਕਹਿਣਾ ਚਾਹੋਗੇ, ਸਿੱਧੂ ਮੂਸੇਵਾਲਾ ਇੱਕ ਵੱਡਾ ਨਾਮ, ਵੱਡਾ ਚਿਹਰਾ ਤੇ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਜਾ ਕੇ ਜਿਹੜੇ ਵੱਡੇ ਸ਼ੋਅ ਲਾਏ ਤੇ ਇੱਕ ਹੇਠਲੇ ਲੈਵਲ ਤੋਂ ਜਿਹੜਾ ਉੱਠ ਕੇ ਇੰਨੀ ਬੁਲੰਦੀ ਨੂੰ ਛੂਹਿਆ ਤੇ ਅੱਜ ਸ਼ਰੇਆਮ ਦਿਨ ਦਿਹਾੜੇ ਜਿਹੜਾ ਆ ਉਹ ਕਤਲ ਕਰ ਦਿੱਤਾ ਗਿਆ? ਇਹ ਸਿੱਧਾ ਸਰਕਾਰਾਂ ਨੇ ਕਰਾਇਆ ਹੈਗਾ ਜੀ, ਸਾਫ਼ ਹੀ ਦਿਖੀ ਜਾਂਦਾ। 24 ਘੰਟੇ ਦੇ ਵਿੱਚ ਬੰਦੇ ਦਾ ਸਕਿਉਰਟੀ ਖੋਲੀ, ਪਿੱਛੇ ਕੰਮ ਕਰਤਾ ਉਹਦਾ, ਸਰਕਾਰਾਂ ਦਾ ਹੀ ਕੰਮ ਹੈਗਾ ਜੀ। ਤੁਸੀਂ ਵੀਰ ਜੀ ਕਿੱਥੋਂ ਆਏ? ਅਸੀਂ ਗੋਨਿਆਣੇ ਤੋਂ ਜੀ। ਸਾਰੇ ਕਹਿਣਾ ਚਾਹੋਗੇ ਜੀ? ਕੀ ਕਹਿਣਾ? ਬਾਈ ਨਾਲ ਬਸ ਦਿਲੋਂ ਪਿਆਰ ਸੀਗਾ ਜੀ, ਬਹੁਤ ਮਾੜਾ ਹੋਇਆ ਜਿਹੜਾ ਕੁਛ ਹੋਣਾ ਸੀ, ਬਹੁਤ ਮਾੜਾ ਹੋਇਆ, ਅਫਸੋਸ ਵਾਲੀ ਗੱਲ ਹੈ। ਬਾਈ ਨਾਲ ਦਿਲੋਂ ਪਿਆਰ ਸੀਗਾ, ਬਸ ਬਹੁਤ ਮਾੜਾ ਹੋਇਆ ਜੀ। ਬਿਲਕੁਲ ਸਾਰੇ ਨੌਜਵਾਨ ਜਿਹੜੇ ਆ ਉਹ ਜੀ ਬਿਲਕੁਲ ਕੀ ਨਹੀਂ ਹੈਗਾ ਸੀਗਾ, ਕਿਸੇ ਪੈਸੇ ਦੀ ਘਾਟ ਸੀ, ਸ਼ੌਹਰਤ ਦੀ ਘਾਟ ਸੀ ਜਾਂ ਕਿਸੇ ਚੀਜ਼ ਦੀ ਘਾਟ ਸੀ, ਬਾਹਰ ਜਾ ਕੇ ਰਹਿ ਸਕਦਾ ਸੀ। ਉਹਨੂੰ ਆਪਣੇ ਮਤਲਬ ਫੈਨਸ ਨਾਲ ਪਿਆਰ ਸੀਗਾ, ਪਿਆਰ ਨਾਲ ਪਿਆਰ ਸੀ, ਮਿੱਟੀ ਨਾਲ ਪਿਆਰ ਸੀਗਾ ਜੀ। ਆਪਦੇ ਘਰੇ ਰਹਿੰਦਾ ਸੀ, ਮਾਂ ਪਿਓ ਕੋਲੇ ਰਹਿੰਦਾ ਸੀ, ਮਾਂ ਪਿਓ ਨੂੰ ਛੱਡ ਕੇ
ਲੈ ਕੇ ਵੀ ਜਾ ਸਕਦਾ ਸੀ, ਛੱਡ ਕੇ ਵੀ ਜਾ ਸਕਦਾ ਸੀ। ਮਾਂ ਪਿਓ ਨੂੰ ਤਾਂ ਨਹੀਂ ਕੋਈ ਮਤਲਬ ਕਿਸੇ ਨਾਲ ਵੈਰ ਹੈਗਾ। ਉਹਦੇ ਨਾਲ ਵੈਰ ਹੈ ਕੀ ਸੀਗਾ ਕਿਸੇ ਦਾ? ਉਹਨੇ ਕਿਹੜਾ ਕਿਸੇ ਦੇ ਕੋਈ ਕੁੱਤੇ ਦੇ ਡੰਡਾ ਨਹੀਂ ਮਾਰਿਆ ਉਹਨੇ, ਤਾਂ ਵਿਚਾਰੇ ਨੇ ਗਾਣੇ ਗਾਉਂਦਾ ਸੀਗਾ ਜੀ, ਹਥਿਆਰਾਂ ਵਾਲੇ ਗਾਣੇ ਗਾਤੇ ਤੇ ਵੀ ਉਹਨੂੰ ਆਪਾਂ ਇਹ ਤਾਂ ਨਹੀਂਗਾ ਵੀ ਜਿਹੜਾ ਬੰਦਾ ਹਥਿਆਰਾਂ ਵਾਲੇ ਗਾਣੇ ਗਾਉਂਦਾ ਤੇ ਆਪਾਂ ਉਹਨੂੰ ਸ਼ੂਟ ਕਰ ਦਿਓ, ਮਾਰ ਦਿਓ ਜੀ। ਹਥਿਆਰਾਂ ਵਾਲੇ ਗਾਣੇ ਤਾਂ ਆਮ ਕਲਾਕਾਰ ਬਹੁਤ ਆ ਰਹੇ ਆ ਜੀ। ਹਾਂਜੀ ਸਰ, ਹਾਂਜੀ ਤਾਂ ਕੋਈ ਕਲਾਕਾਰ ਨੂੰ ਕਿਸੇ ਕੁੜੀ ਨੂੰ ਨਹੀਂ ਮਾੜਾ ਕਿਹਾ ਜੀ, ਕਿਸੇ ਕੋਈ ਨਸ਼ੇ ਤੇ ਗਾਣਾ ਨੂੰ ਨਸ਼ੇ ਨੂੰ ਪ੍ਰਮੋਟ ਨਹੀਂ ਕੀਤਾ ਜੀ। ਗਾਣੇ ਬਹੁਤ ਵਧੀਆ ਸੀਗੇ ਜੀ ਸਰ, ਦਿਲੋਂ ਸੁਣਦੇ ਆ, ਦਿਲੋਂ ਹੈਗੇ ਸੀ ਤੇ ਸਾਡੇ ਦਿਲਾਂ 'ਚ ਹੀ ਰਹੂਗਾ ਜੀ, ਦਿਲਾਂ 'ਚ ਰਹੂਗਾ ਸਦਾ। ਜਿਵੇਂ ਅਮਰ ਸਿੰਘ ਚਮਕੀਲਾ ਦੀ ਡੈਥ ਹੋਈ ਸੀ, ਉਹਨੂੰ ਸ਼ੂਟਰ ਗੋਲੀਆਂ ਮਾਰ ਕੇ ਸ਼ੂਟ ਕੀਤਾ, ਉਵੇਂ ਬਾਈ ਨੂੰ ਕੀਤਾ। ਇਹ ਦੂਜਾ ਚਮਕੀਲਾ ਜੀ, ਨਾ ਹੀ ਪੈਦਾ ਮਤਲਬ ਇੱਕ ਚਮਕੀਲਾ ਤੇ ਦੂਜਾ ਇਹ ਪੈਦਾ ਹੋਏ ਤੇ ਨਾ ਇਸ ਤੋਂ ਬਾਅਦ ਕੋਈ ਹੋਣਾ ਸਰ। ਇਹ ਸਾਡੇ ਦਿਲਾਂ 'ਚ ਹਮੇਸ਼ਾ ਵੱਜਦਾ ਤੇ ਵੱਸਦਾ ਹੀ ਰਹਿਣਾ ਜੀ। ਇਹ ਬਹੁਤ ਧੰਨਵਾਦ ਸਾਰੇ ਵੀਰਾਂ ਦਾ। ਇਹ ਸਾਰੇ ਹੀ ਵੀਰ ਵੱਖ-ਵੱਖ ਪਿੰਡਾਂ ਤੋਂ ਇੱਥੇ ਪਹੁੰਚੇ ਆ, ਜਿਹੜੇ ਕਿ ਸਿੱਧੂ ਮੂਸੇਵਾਲੇ ਦੇ ਜਿਹੜੇ ਆ ਉਹ ਫੈਨਸ ਨੇ, ਉਹਨੂੰ ਚਾਹਣ ਵਾਲੇ ਨੇ, ਉਹਨੂੰ ਪਿਆਰ ਕਰਨ ਵਾਲੇ ਨੇ। ਸੋ ਇੱਥੇ ਹੁਣ ਇਹ ਆ ਕਿ ਪੁਲਿਸ ਪ੍ਰਸ਼ਾਸਨ ਅੱਗੇ ਵੀ ਜਿਹੜਾ ਆ ਉਹ ਨਹੀਂ ਜਾਣ ਦਿੰਦਾ ਘਰ ਦੇ ਅੰਦਰ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਆ ਸਵੇਰ ਤੋਂ ਹੀ ਆਏ ਬੈਠੇ ਨੇ। ਸੋ ਇੱਥੇ ਲੋਕ ਜਿਹੜੇ ਆ ਉਹ ਪੋਸਟਰ ਤੁਸੀਂ ਦੇਖ ਸਕਦੇ ਹੋ ਕਿ ਲੈ ਕੇ ਵੀ ਖੜੇ ਨੇ ਜਿਹੜੇ ਚਾਹਣ ਵਾਲੇ ਨੇ। ਸੋ ਦੂਰੋਂ ਨੇੜਿਓਂ ਜਿਹੜੇ ਆ ਚੱਲ ਕੇ ਲੋਕ ਪਹੁੰਚੇ ਆ, ਹਰਿਆਣੇ ਤੋਂ ਜਿਹੜੇ ਆ ਉਹ ਪਹੁੰਚੇ ਆ, ਹਿਮਾਚਲ ਤੋਂ ਲੋਕ ਪਹੁੰਚੇ ਆ, ਹੋਰ ਵੀ ਵੱਖ-ਵੱਖ ਜਗ੍ਹਾ ਤੋਂ ਜਿਹੜੇ ਆ ਉਹ ਲੋਕ ਪਹੁੰਚ ਕੇ ਜਿਹੜਾ ਆ ਉਹ ਇੱਥੇ ਪਰਿਵਾਰ ਨੂੰ ਮਿਲਣ ਵਾਸਤੇ ਤੇ ਆਖਰੀ ਝਲਕ ਜਿਹੜੀ ਆ ਉਹ ਪਾਉਣ ਵਾਸਤੇ ਜਿਹੜੇ ਆ ਉਹ ਇੱਥੇ ਪਹੁੰਚੇ ਆ। ਸੋ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਤਾਂਤਾ ਜਿਹੜਾ ਆ ਉਹ ਲੱਗਿਆ ਹੋਇਆ ਤੇ ਲਗਾਤਾਰ ਲੋਕ ਜਿਹੜੇ ਆ ਉਹ ਆ ਰਹੇ ਆ। ਕੱਲ ਤੋਂ ਹੀ ਜਦੋਂ ਇਹ ਖਬਰ ਜਿਹੜੀ ਆ ਉਹ ਲੋਕਾਂ ਤੱਕ ਪਹੁੰਚੀ ਤਾਂ ਉਸ ਤੋਂ ਬਾਅਦ ਦੇ ਵਿੱਚ ਹੀ ਲਗਾਤਾਰ ਲੋਕ ਵਹੀਰਾਂ ਘੱਤ ਕੇ ਇਸ ਪਾਸੇ ਨੂੰ ਜਿਹੜਾ ਆ ਉਹ ਆਉਣਾ ਸ਼ੁਰੂ ਕੀਤਾ ਤੇ ਉਹ ਲੋਕ ਜਿਹੜੇ ਆ ਉਹ ਇਸ ਵੇਲੇ ਸਿੱਧੂ ਮੂਸੇਵਾਲਾ ਦੀ ਹਵੇਲੀ ਤੇ ਬਾਹਰ ਇਸ ਵੇਲੇ ਜਿਹੜਾ ਆ ਉਹ 40-42 ਤੋਂ ਉੱਪਰ ਦਾ ਟੈਂਪਰੇਚਰ ਜਿਹੜਾ ਆ ਉਹ ਹੈਗਾ ਆ ਤੇ ਇੱਥੇ ਲੋਕ ਜਿਹੜੇ ਆ ਉਹ ਧੁੱਪ ਦੇ ਵਿੱਚ ਹੀ ਖੜ ਕੇ ਜਿਹੜਾ ਆ ਉਹ ਇੱਥੇ ਇੱਕ ਵਾਰ ਜਿਹੜਾ ਪਰਿਵਾਰ ਨੂੰ ਮਿਲਣ ਵਾਸਤੇ ਸਿੱਧੂ ਦੀ ਆਖਰੀ ਝਲਕ ਜਿਹੜੀ ਆ ਉਹ ਪਾਉਣ ਵਾਸਤੇ ਇੱਥੇ ਪਹੁੰਚੇ ਆ। ਪਰ ਪਰਿਵਾਰ ਨੇ ਅਜੇ ਜਿਹੜਾ ਆ ਉਹ ਪੋਸਟਮਾਰਟਮ ਕਰਾਉਣ ਤੋਂ ਜਿਹੜਾ ਆ ਉਹ ਮਨਾ ਕਰ ਦਿੱਤਾ ਹੈ ਕਿ ਸਾਨੂੰ ਕੋਈ ਭਰੋਸਾ ਸਰਕਾਰ ਵੱਲੋਂ ਜਾਂਚ ਦਾ, ਇਨਸਾਫ ਦਾ ਦਿੱਤਾ ਜਾਵੇ, ਉਸ ਤੋਂ ਬਾਅਦ ਦੇ ਵਿੱਚ ਅਸੀਂ ਜਿਹੜਾ ਆ ਉਹ ਗੱਲਬਾਤ ਜਿਹੜੀ ਆ ਉਹ ਅੱਗੇ ਦੀ ਕਰਾਂਗੇ। ਸੋ ਇਸ ਕਰਕੇ ਅੱਜ ਚਾਂਸਸ ਜਿਹੜੇ ਆ ਉਹ ਨਹੀਂ ਹੈਗੇ ਕਿ ਅੰਤਿਮ ਸੰਸਕਾਰ ਜਿਹੜਾ ਆ ਉਹ ਹੋਵੇਗਾ, ਪਰ ਇੱਥੇ ਲੋਕ ਜਿਹੜੇ ਆ ਉਹ ਵੱਡੀ ਗਿਣਤੀ ਦੇ ਵਿੱਚ ਲਗਾਤਾਰ ਪਹੁੰਚ ਰਹੇ ਆ। ਸੋ ਮੇਰੇ ਨਾਲ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ, ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ। ਔਜਲਾ ਸਾਹਿਬ, ਤੁਸੀਂ ਇੱਥੇ ਪਹੁੰਚੇ, ਬੜੀ ਮੰਦਭਾਗੀ ਘਟਨਾ, ਮਾਪਿਆਂ ਦਾ ਇਕੱਲਾ ਪੁੱਤ ਤੇ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਣੀ ਬੜੀ ਮੰਦਭਾਗੀ ਆ, ਕੀ ਕਹਿਣਾ ਚਾਹੋਗੇ? ਰੱਬ ਕਰੇ ਇਹ ਦਿਨ ਕਿਸੇ ਵੀ ਮਾਂ ਪਿਓ ਦੇ ਨਾਲ ਨਾ ਆਵੇ। ਐਡਾ ਇੱਕ ਹੋਣਹਾਰ ਬੱਚਾ, ਨੌਜਵਾਨਾਂ ਦੇ ਦਿਲਾਂ ਦੀ ਧੜਕਣ ਔਰ ਸਾਡੀ ਪਾਰਟੀ ਦਾ ਇੱਕ ਹੋਣਹਾਰ ਲੀਡਰ ਅੱਜ ਇਸ ਦੁਨੀਆ ਤੇ ਨਹੀਂ ਰਿਹਾ ਔਰ ਕਤਲ ਹੋ ਗਿਆ ਉਹਦਾ ਚਿੱਟੇ ਦਿਨ। ਸੋ ਬਹੁਤ ਵੱਡਾ ਦੁੱਖ ਦਾ ਮੰਜ਼ਰ ਹੈ, ਇਸ ਦੁੱਖ ਸਾਂਝਾ ਕੀਤਾ ਹੈ ਪਰਿਵਾਰ ਦੇ ਨਾਲ ਹੁਣੇ। ਤੁਹਾਨੂੰ ਲੱਗਦਾ ਕਿ ਪੰਜਾਬ ਗਵਰਨਮੈਂਟ ਜਿਹੜੀ ਆ ਉਹ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਪਾ ਰਹੀ ਜਾਂ ਇਨਸਾਫ ਇਸ ਚੀਜ਼ ਦਾ ਮਿਲ ਸਕੂਗਾ ਪਰਿਵਾਰ ਨੂੰ? ਤੁਸੀਂ ਦੇਖੋ ਪਿਛਲੇ ਸਮੇਂ ਦੇ ਵਿੱਚ ਉਸੇ ਤਰ੍ਹਾਂ ਜਿਸ ਬਦਲਾਅ ਨੂੰ ਲੋਕਾਂ ਵੋਟ ਪਾਈ ਸੀ ਕਿ ਅਸੀਂ ਬਦਲਾਅ ਕਰਨਾ ਚਾਹੁੰਦੇ ਹਾਂ, ਉਹ ਵਧਿਆ ਆ। ਨਸ਼ੇ ਨਾਲ ਮੌਤਾਂ ਵੱਧ ਗਈਆਂ, ਨਸ਼ਾ ਵਧਿਆ, ਸੁਸਾਈਡ ਵੱਧ ਗਏ, ਗੈਂਗਵਾਰ ਤੋਂ ਇੱਕ ਉਹ ਅਲੱਗ ਚੀਜ਼ ਹੈ ਕਰਦੇ, ਇਹ ਗੈਂਗ ਦੇ ਨਾਲ ਰਿਲੇਟਡ ਨਹੀਂ ਹੈਗਾ। ਜੇ ਹੈਗਾ ਵੀ ਆ ਤੇ ਫਿਰ ਸਰਕਾਰ ਨੇ ਕੁਝ ਕਿਉਂ ਨਹੀਂ ਕੀਤਾ? ਹੁਣ ਤਾਂ ਅਨੇਕਾਂ ਕਤਲ ਹੋਏ ਨੇ ਪੰਜਾਬ ਦੇ ਵਿੱਚ ਔਰ ਸਰਕਾਰ ਸਿਕਿਉਰਿਟੀ ਕਿਹਨੂੰ ਦੇ ਰਹੀ ਹੈ? ਜਾ ਕੇ ਕੇਜਰੀਵਾਲ ਸਾਹਿਬ ਨੂੰ ਮਿਲ ਰਹੀ ਹੈ। ਰਾਘਵ ਚੱਡਾ ਜੀ ਨੂੰ ਕੀ ਲੈਣਾ ਦੇਣਾ? ਰਾਘਵ ਚੱਡਾ ਜੀ ਦਾ ਕੋਈ ਮਤਲਬ ਨਹੀਂ, ਪਰ ਉਹਨਾਂ ਨੂੰ ਸਿਕਿਉਰਿਟੀ ਦੇ 40 ਬੰਦੇ ਉਹਨਾਂ ਨੂੰ ਦਿੱਤੇ ਜਾ ਰਹੇ ਆ। ਸੋ ਇਸ ਵੇਲੇ ਪੰਜਾਬ ਦੇ ਜਿਹੜੇ ਮਸਲੇ ਸੀ ਉਹਨਾਂ ਨੂੰ ਸੰਜੀਦਗੀ ਨਾਲ ਲੈਣ ਦੀ ਬਜਾਏ ਇੱਕ ਮੀਡੀਆ ਰਾਹੀਂ ਸਰਕਾਰ ਜਿਹੜੀ ਆ ਉਹ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਕ ਛੋਟੀ ਜੀ ਗੱਲ ਕਰਕੇ ਉਹਨੂੰ ਐਡਵਰਟਾਈਜ਼ ਕੀਤਾ ਜਾਂਦਾ, ਜਿੱਦਾਂ ਇਹ ਸਿਕਿਉਰਿਟੀ ਵਾਪਸ ਲਈ ਸੀ, ਕਿੰਨੀ ਐਡ ਕੀਤੀ ਗਈ ਕਿ ਅਸੀਂ ਜੀ VIP ਕਲਚਰ ਖਤਮ ਕਰ ਰਹੇ ਹਾਂ, VIP ਕਲਚਰ ਖਤਮ ਕਰ ਰਹੇ। ਅਸੀਂ ਕਿਹਾ VIP ਕਲਚਰ ਖਤਮ ਕਰੋ, ਪਰ ਜਿਨ੍ਹਾਂ ਨੂੰ ਲੋੜ ਆ ਪੰਜਾਬ ਨੂੰ ਸਮਝੋ। ਪੰਜਾਬ ਦੇ ਵਿੱਚ ਬੜੀਆਂ ਮੁਸ਼ਕਲਾਂ ਨੇ, ਬਾਰਡਰ ਸਟੇਟ ਹੈ, ਇੱਥੇ ਕਈ ਤਰ੍ਹਾਂ ਦੀਆਂ ਲੋਕਾਂ ਦੇ ਕਈ ਜਿਹੜੇ ਸਰਕਾਰੀ ਪੁਲਿਸ ਅਫਸਰ ਆ ਉਹਨਾਂ ਨੇ ਹਾਲਾਤ ਨੂੰ ਠੀਕ ਕਰਨ ਵਾਸਤੇ ਉਹਨਾਂ ਦੀਆਂ ਜਾਨਾਂ ਗਈਆਂ ਨੇ। ਕਿਤੇ ਇੱਦਾਂ ਗੈਂਗਵਾਰ ਦੇ ਵਿੱਚ ਕਈਆਂ ਨੂੰ ਧਮਕੀਆਂ ਨੇ, ਇਹਨਾਂ ਨੂੰ ਸਮਝਣਾ ਚਾਹੀਦਾ ਹੈ। ਔਰ ਉਹ ਜੇ ਕਈ ਪੁਲਿਸ ਅਫਸਰ ਜਿਹੜੇ ਜਿਨ੍ਹਾਂ ਨੇ ਹੁਣ ਫਰਜ਼ ਕਰੋ ਗੈਂਗਸਟਰ ਦੇ ਨਾਲ ਲੜਦੇ ਰਹੇ ਆ, ਹੁਣ ਰਿਟਾਇਰ ਹੋ ਗਏ ਨੇ, ਕਈਆਂ ਨੂੰ ਮਤਲਬ ਉਹਨਾਂ ਨੇ ਜੇਲ੍ਹਾਂ 'ਚ ਭੇਜਿਆ ਹੋਊਗਾ, ਉਹਨਾਂ ਨੂੰ ਸਿਕਿਉਰਟੀਆਂ ਵਾਪਸ ਸਾਰੀਆਂ ਲੈਣੀਆਂ। ਸੋ ਇਹੋ ਜਿਹੀਆਂ ਜਦੋਂ ਐਡਵਰਟਾਈਜ਼ਮੈਂਟ ਦੇ ਨਾਲ ਸਰਕਾਰ ਚਲਾਓਗੇ ਤਾਂ ਉਹਦੇ ਰਿਜ਼ਲਟ ਮਾੜੇ ਆਉਣੇ ਆ। ਪੰਜਾਬ ਨੂੰ ਸਮਝਣ ਦੀ ਲੋੜ ਹੈ। ਪੰਜਾਬ ਦੇਖੋ ਬੜਾ ਸੰਜੀਦਾ ਸਟੇਟ ਹੈ। ਇਹ ਦਿੱਲੀੋਂ ਬਹਿ ਕੇ ਰਿਮੋਟ ਨਾਲ ਚਲਾ ਰਹੇ ਨੇ ਕੇਜਰੀਵਾਲ ਜੀ ਔਰ ਚੱਡਾ ਜੀ, ਜਿਨ੍ਹਾਂ ਦਾ ਕਿ ਕੋਈ ਸਾਡੇ ਨਾਲ ਤਾਲੁਕ ਵਾਸਤਾ ਹੀ ਨਹੀਂ ਹੈਗਾ ਪੰਜਾਬ ਨਾਲ। ਠੀਕ ਹੈ, ਤੁਸੀਂ ਪਾਰਟੀ ਦੇ ਸੁਪਰੀਮੋ ਜੇ, ਇਹਨੂੰ ਇੰਡੀਪੈਂਡੈਂਟ ਚਲਾਉਣ ਦਿਓ। ਇਹ ਫੈਸਲੇ ਮੈਂ ਇਸ ਗੱਲ ਤੋਂ ਕਹਿੰਦਾ ਕਿ ਜਿਹੜੀ 424 ਦੀ ਲਿਸਟ ਆਈ ਹੈ ਉਹਦੇ ਜਹੇਦਾਰ ਸਾਹਿਬਾਨ ਔਰ ਜਿਹੜੇ ਵੀ ਕੋਈ ਧਾਰਮਿਕ ਸ਼ਖਸੀਅਤਾਂ ਸੀ ਉਹਨਾਂ ਦਾ ਨਾਂ ਉਸ ਲਿਸਟ ਦੇ ਵਿੱਚ ਪਾਉਣਾ
ਜਾਂ ਤੇ ਹੋਵੇ ਕਿ ਸ਼ੁਰੂ ਚ ਪਾਤੇ ਜੀ ਆ 4-5 ਨਾਂ ਤੇ ਠੀਕ ਹੈ, ਮੰਨ ਸਕਦੇ। ਪਹਿਲੀ ਗੱਲ ਤਾਂ ਉਹਨਾਂ ਦੀ ਸਿਕਿਉਰਿਟੀ ਲੈਣੀ ਬਣਦੀ ਹੀ ਨਹੀਂ ਗੀ। ਉਹਨਾਂ ਨੇ ਦੂਰ ਅੰਦਰ ਜਾਣਾ ਹੁੰਦਾ, ਤੁਹਾਨੂੰ ਪਤਾ ਜਾਮ ਹੁੰਦੇ, 4 ਸਵੇਰੇ ਹੁੰਦਾ, ਕੋਈ ਸ਼ਰਾਰਤੀ ਕਰ ਜੇ ਕਿਸੇ ਨਾਲ ਉਹਦਾ ਤਬਕਿਆਂ ਦੇ ਵਿੱਚ ਕੋਈ ਨਾ ਕੋਈ ਤੜੇੜ ਆ ਜਾਂਦੀ ਆ। ਸੋ ਇਹਨਾਂ ਵਾਸਤੇ ਹੁੰਦੀ ਆ, ਪਰ ਉਹਨਾਂ ਨੂੰ ਇਹ ਪਤਾ ਹੀ ਨਹੀਂ ਵੀ ਉਹਨਾਂ ਦਾ ਕਿੰਨਾ ਵੱਡਾ ਮੁੱਲ ਹੈ। ਉਹ ਵੀ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਕੀ ਕੀਤਾ ਇਹਨਾਂ ਨੇ। ਮਤਲਬ ਉਹ ਸਿਕਿਉਰਿਟੀ ਇੱਕ ਆਮ ਲਿਸਟ ਦੇ ਵਿੱਚ ਜਥੇਦਾਰ ਸਾਹਿਬਾਨ ਦੀ ਸਿਕਿਉਰਿਟੀ ਵਾਪਸ ਜਾ ਰਹੀ ਹੈ, ਫਿਰ ਵਾਪਸ ਦੇ ਰਹੇ ਜੇ, ਯੂ ਟਰਨ ਮਿੰਟ 'ਚ ਲੈਂਦੇ ਜੇ। ਫਿਰ ਸਰਕਾਰ ਚਲਾ ਕੌਣ ਰਿਹਾ ਹੈ? ਮਾਨ ਸਾਹਿਬ, ਇਸ ਗੱਲ ਦਾ ਤੁਸੀਂ ਸੰਜੀਦਾ ਨਾ ਲਓ, ਸੰਜੀਦਗੀ ਨਾਲ ਇਹਦੇ ਤੇ ਧਿਆਨ ਦਿਓ। ਹੁਣ ਦੂਜਾ ਬਚਕਾਨਾ ਹਰਕਤ ਡੀਜੀਪੀ ਸਾਹਿਬ ਦੀ ਕਿ ਗੈਂਗਸਟਰ ਵਾਰ ਆ। ਜੇ ਤੁਹਾਨੂੰ ਪਤਾ ਸੀ ਗੈਂਗਸਟਰ ਵਾਰ, ਫਿਰ ਸਿਕਿਉਰਿਟੀ ਕੋ ਵਾਪਸ ਲਈ ਜੀ। ਸਿੱਧੂ ਮੂਸੇਵਾਲਾ ਗੈਂਗਸਟਰ ਸੀ? ਜੇ ਗੈਂਗਸਟਰ ਸੀ ਫਿਰ ਫੜਿਆ ਕਿਉਂ ਨਾ ਪਹਿਲਾਂ ਤੁਸੀਂ? ਇਹ ਧਮਕੀਆਂ ਤੇ ਕਈ ਜਗ੍ਹਾ ਤੇ ਆ, ਪਰ ਜਿੱਥੇ ਕੋਈ ਬੰਦਾ ਜ਼ਿਆਦਾ ਪ੍ਰੋਮੀਨੈਂਟ ਬੰਦਾ ਹੈ, ਜਿਹੜਾ ਨਾਮਵਰ ਬੰਦਾ ਹੈ, ਦਹਿਸ਼ਤ ਫੈਲਾਉਣ ਵਾਸਤੇ ਉਹਨੂੰ ਜਿਹੜੇ ਸੌਫਟ ਟਾਰਗੇਟ ਹੈ ਉਹਦੇ ਤੇ ਨਿਸ਼ਾਨਾ ਕਰਦੇ ਨੇ। ਇਹ ਇਹਨਾਂ ਨੂੰ ਸਮਝ ਆਉਣੀ ਚਾਹੀਦੀ ਹੈ। ਤੁਸੀਂ ਹੁਣ ਕੀ ਮੰਗ ਕਰਦੇ, ਕੀ ਕਿਵੇਂ ਇਨਸਾਫ ਹੋਏਗਾ? ਅਸੀਂ ਚੀਫ ਸਿਟਿੰਗ ਜੱਜ ਤੋਂ ਮੰਗ ਕੀਤੀ ਹੈ, ਨੰਬਰ 1। ਨੰਬਰ 2, ਅਸੀਂ ਚਾਹੁੰਦੇ ਹਾਂ ਕਿ ਜਿਹੜਾ ਇਹ ਪਰਿਵਾਰ ਹੈ ਉਹ ਪਰਿਵਾਰ ਅੱਗੇ ਆਪਣਾ ਫੈਸਲਾ ਲਵੇ ਔਰ ਸਰਕਾਰ ਇਹਦਾ ਟਾਈਮ ਬਾਉਂਡ ਦੇ ਵਿੱਚ, ਥੋੜੇ ਸਮੇਂ ਦੇ ਵਿੱਚ ਇਹਦੇ ਜਿਹੜੇ ਦੋਸ਼ੀਆਂ ਤੱਕ ਪਕੜ ਕੇ ਉਹਨਾਂ ਨੂੰ ਅੰਦਰ ਦੇਵੇ। ਮੈਂਬਰ ਪਾਰਲੀਮੈਂਟ ਸਰਦਾਰ ਗੁਰਜੀਤ ਸਿੰਘ ਜੀ ਔਜਲਾ, ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਜਿਹੜੀ ਆ ਉਹ ਕੀਤੀ ਆ। ਸਿੱਧੂ ਮੂਸੇਵਾਲੇ ਦਾ ਕੱਲ ਜਿਹੜਾ ਆ ਉਹ ਸ਼ਰੇਆਮ ਗੋਲੀਆਂ ਮਾਰ ਕੇ ਜਿਹੜਾ ਆ ਉਹ ਕਤਲ ਕਰ ਦਿੱਤਾ ਗਿਆ। ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਲੋਕ ਜਿਹੜੇ ਆ ਉਹ ਵੱਡੀ ਗਿਣਤੀ ਦੇ ਵਿੱਚ ਇੱਥੇ ਮੌਜੂਦ ਨੇ। ਅਜੇ ਵੀ ਲੋਕ ਜਿਹੜੇ ਆ ਉਹ ਆ ਰਹੇ ਆ। ਸਵੇਰ ਤੋਂ ਹੀ, ਕੱਲ ਤੋਂ ਹੀ, ਜਦੋਂ ਤੋਂ ਇਹ ਘਟਨਾ ਵਾਪਰੀ ਆ ਉਦੋਂ ਤੋਂ ਹੀ ਲੋਕ ਜਿਹੜੇ ਆ ਇੱਥੇ ਪਹੁੰਚ ਰਹੇ ਆ। ਹੁਣ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਉਹ ਪਹੁੰਚ ਰਹੇ ਆ। ਸੋ ਅਜੇ ਇਹ ਸਹਿਮਤੀ ਜਿਹੜੀ ਹੈ ਸਰਕਾਰ ਨਾਲ ਨਹੀਂ ਬਣੀ ਕਿ ਅੱਜ ਹੀ ਸੰਸਕਾਰ ਜਿਹੜਾ ਉਹ ਕੀਤਾ ਜਾਏਗਾ, ਕਿਉਂਕਿ ਪਰਿਵਾਰ ਨੇ ਕਿਹਾ ਕਿ ਜਿੰਨਾ ਚਿਰ ਗਵਰਨਮੈਂਟ ਸਾਨੂੰ ਲਿਖਤੀ ਤੌਰ ਦੇ ਉੱਤੇ ਕੋਈ ਭਰੋਸਾ ਨਹੀਂ ਦਿੰਦੀ ਉਹਨਾਂ ਚਿਰ ਤੱਕ ਅੱਗੇ ਦੀ ਜਿਹੜੀ ਆ ਉਹ ਕੋਈ ਵੀ ਕਾਰਵਾਈ ਜਿਹੜੀ ਆ ਉਹ ਨਹੀਂ ਕੀਤੀ ਜਾਏਗੀ। ਪੋਸਟਮਾਰਟਮ ਨਹੀਂ ਕੀਤਾ ਜਾਏਗਾ, ਸੰਸਕਾਰ ਨਹੀਂ ਕੀਤਾ ਜਾਏਗਾ। ਸੋ ਵੱਖ-ਵੱਖ ਪਾਰਟੀਆਂ ਦੇ ਆਗੂ ਸਾਹਿਬਾਨ ਜਿਹੜੇ ਆ ਉਹ ਪਹੁੰਚ ਰਹੇ ਆ ਤੇ ਇੱਥੇ ਆ ਕੇ ਜਿਹੜਾ ਆ ਉਹ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰ ਰਹੇ ਆ। ਸੋ ਇਸ ਵੇਲੇ ਮਾਨਸਾ ਦੇ ਥਾਣਾ ਸਿਟੀ 1 ਦੇ ਵਿੱਚ ਅਸੀਂ ਪਹੁੰਚੇ ਹੋਏ ਹਾਂ, ਜਿੱਥੇ ਸਿੱਧੂ ਮੂਸੇਵਾਲੇ ਦੀ ਉਹ ਗੱਡੀ ਜਿਹੜੀ ਕਿ ਰਾਤੀ ਗੋਲੀਆਂ ਜਿਸ ਗੱਡੀ ਦੇ ਵਿੱਚ ਸੀਗਾ ਸਿੱਧੂ ਮੂਸੇਵਾਲਾ ਤੇ ਗੋਲੀਆਂ ਚਲਾਈਆਂ ਗਈਆਂ। ਸੋ ਆਓ ਕੋਸ਼ਿਸ਼ ਕਰਦੇ ਹਾਂ ਕਿ ਜੇਕਰ ਅੰਦਰ ਜਾ ਕੇ ਉਹ ਗੱਡੀ ਜਿਹੜੀ ਆ ਉਹ ਤੁਹਾਨੂੰ ਦਿਖਾ ਸਕੀਏ ਤੇ ਕਿਵੇਂ ਜਿਹੜਾ ਇਹ ਸਾਰਾ ਹਮਲਾ ਹੋਇਆ, ਕਿਵੇਂ ਸਾਰਾ ਜਿਹੜਾ ਆ ਉਹ ਅਟੈਕ ਹੋਇਆ, ਉਹ ਚੀਜ਼ ਜਿਹੜੀ ਆ ਉਹ ਦੇਖੀ ਜਾ ਸਕੇ। ਸੋ ਇਸ ਵੇਲੇ ਇੱਥੇ ਅਸੀਂ ਪਹੁੰਚੇ ਹੋਏ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਮੀਡੀਆ ਕਰਮੀ ਜਿਹੜੇ ਆ ਉਹ ਪਹਿਲਾਂ ਤੋਂ ਹੀ ਆਏ ਜਿਹੜੇ ਆ ਉਹ ਡਟੇ ਹੋਏ ਆ ਇੱਥੇ। ਤੇ ਨਾਲ ਤੁਸੀਂ ਇਹ ਗੱਡੀ ਜਿਹੜੀ PB 65 ਮੋਹਾਲੀ ਦਾ ਜਿਹੜਾ ਨੰਬਰ ਆ, ਜਿਹਦੇ ਵਿੱਚ ਗੋਲੀਆਂ ਦੇ ਨਿਸ਼ਾਨ ਜਿਹੜੇ ਆ ਉਹ ਸਿੱਧੇ ਜਿਹੜੇ ਆ ਉਹ ਨਜ਼ਰ ਆ ਰਹੇ ਆ ਇੱਥੇ ਸਾਹਮਣੇ ਤੋਂ। ਤੇ ਤੁਹਾਨੂੰ ਦੂਸਰੇ ਪਾਸੇ ਤੋਂ ਵੀ ਅਸੀਂ ਜਿਹੜਾ ਆ ਉਹ ਦਿਖਾ ਦਿੰਨੇ ਆ ਕਿ ਕਿਵੇਂ ਇਹ ਅਗਲੇ ਪਾਸਿਓਂ ਵੀ ਤੁਸੀਂ ਦੇਖ ਸਕਦੇ ਹੋ ਕਿ ਸਾਰਾ ਬੋਨਟ ਜਿਹੜਾ ਆ ਉਹ ਵੀ ਟੁੱਟਾ ਹੋਇਆ। ਇਸੇ ਗੱਡੀ ਤੇ ਸਵਾਰ ਹੋ ਕੇ ਸਿੱਧੂ ਮੂਸੇਵਾਲਾ ਜਿਹੜਾ ਕੱਲ ਆਪਣੇ ਘਰ ਤੋਂ ਨਿਕਲਿਆ, ਗੱਡੀ ਦੇ ਟਾਇਰ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਦੇ ਵਿੱਚ ਪਹਿਲਾਂ ਗੋਲੀਆਂ ਜਿਹੜੀਆਂ ਆ ਉਹ ਮਾਰੀਆਂ ਗਈਆਂ ਤੇ ਇਹ ਗੋਲੀਆਂ ਦੇ ਨਾਲ ਟਾਇਰ ਜਿਹੜੇ ਆ ਪਹਿਲਾਂ ਪੈਂਚਰ ਕੀਤੇ ਗਏ ਤੇ ਫਿਰ ਸਿੱਧੀਆਂ ਗੋਲੀਆਂ ਜਿਹੜੀਆਂ ਉਹ ਚਲਾਈਆਂ ਗਈਆਂ। ਗੱਡੀ ਦੇ ਉੱਤੇ ਨਿਸ਼ਾਨ ਜਿਹੜੇ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਜਿਹੜੇ ਨਿਸ਼ਾਨ ਆ ਉਹ ਕਿਵੇਂ ਗੱਡੀ ਦਾ ਹਾਲ ਜਿਹੜਾ ਸਾਈਡਾਂ ਤੋਂ ਬਾਰੀ ਜਿਹੜੀ ਆ ਉਹਦੀ ਉਹ ਵੀ ਦੇਖਦੇ ਆ ਵਿੰਡੋ ਤਾਂ ਉਹਦੇ ਵਿੱਚ ਵੀ ਗੋਲੀਆਂ ਦੇ ਨਿਸ਼ਾਨ ਜਿਹੜੇ ਆ ਉਹ ਵੀ ਨਜ਼ਰ ਆ ਰਿਹਾ। ਸ਼ੀਸ਼ਾ ਜਿਹੜਾ ਵਾ ਪਿਛਲਾ ਉਹ ਵੀ ਟੁੱਟਿਆ ਹੋਇਆ ਜਿਹੜਾ ਆ ਉਹ ਨਜ਼ਰ ਜਿਹੜਾ ਆ ਉਹ ਆ ਰਿਹਾ ਵਾ। ਸੋ ਇਹ ਸਾਰੀ ਗੱਡੀ ਜਿਹੜੀ ਆ ਬਿਲਕੁਲ ਅਸੀਂ ਤੁਹਾਨੂੰ ਕਲੋਜ਼ ਤੋਂ ਜਿਹੜੀ ਅੰਦਰੋਂ ਵੀ ਦਿਖਾ ਦਿੰਨੇ ਆ ਕਿ ਅੰਦਰੋਂ ਵੀ ਜਿਹੜਾ ਆ ਉਹ ਕਿਵੇਂ ਦੀ ਆ। ਸੋ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਵਿੱਚ ਕਿਵੇਂ ਜਿਹੜੇ ਆ ਗੋਲੀਆਂ ਦੇ ਨਿਸ਼ਾਨ ਜਿਹੜੇ ਆ ਉਹ ਅੱਗੇ ਗੋਲੀਆਂ ਜਿਹੜੀਆਂ ਉਹ ਸਾਹਮਣੇ ਤੋਂ ਸਿੱਧੀਆਂ ਮੱਥੇ ਤੇ ਛਾਤੀ ਦੇ ਵਿੱਚ ਜਿਹੜੀਆਂ ਆ ਉਹ ਉੱਥੇ ਜਿਹੜੀਆਂ ਆ ਉਹ ਮਾਰੀਆਂ ਗਈਆਂ ਆ ਤੇ ਗੋਲੀਆਂ ਦੇ ਨਿਸ਼ਾਨ ਜਿਹੜੇ ਆ ਉਹ ਸਾਫ਼ ਜਿਹੜੇ ਆ ਉਹ ਇਸ ਵੇਲੇ ਇਸ ਗੱਡੀ ਦੇ ਉੱਤੇ ਨਜ਼ਰ ਜਿਹੜੇ ਆ ਉਹ ਆ ਰਹੇ ਆ। ਤੇ ਇੱਥੋਂ ਅੰਦਾਜ਼ਾ ਲਗਾਇਆ ਸਕਦਾ ਕਿ ਕਿੰਨਾ ਜ਼ਬਰਦਸਤ ਅਟੈਕ ਜਿਹੜਾ ਆ, ਕਿੰਨੀ ਜ਼ਬਰਦਸਤ ਗੋਲੀਬਾਰੀ ਜਿਹੜੀ ਆ ਉਹ ਹੋਈ ਆ। ਤੇ ਇਸ ਗੱਡੀ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਜਿਹੜਾ ਆ ਉਹ ਇਸ ਵੇਲੇ ਜਿਹੜਾ ਆ ਉਹ ਬਿਲਕੁਲ ਹੀ ਸਾਰਾ ਹੀ ਸਿਸਟਮ ਜਿਹੜਾ ਆ ਉਹ ਅੰਦਰੋਂ ਇੱਕ ਤਰ੍ਹਾਂ ਹਿੱਲ ਗਿਆ। ਇਹ ਗੱਡੀ ਦੇ ਵਿੱਚ ਜਿਹੜਾ ਆ ਉਹ ਇੱਥੇ ਜਿਹੜਾ ਇਹਦਾ ਕੱਚ ਟੁੱਟਿਆ ਹੋਇਆ ਉਹਦੇ ਉੱਤੇ ਵੀ ਖੂਨ ਦੇ ਨਿਸ਼ਾਨ ਜਿਹੜੇ ਆ ਉਹ ਨਜ਼ਰ ਆ ਰਹੇ ਆ ਇਸ ਗੱਡੀ
ਦੇ ਵਿੱਚ ਪਿਛਲੇ ਪਾਸੇ ਤੋਂ ਵੀ ਦੇਖੀਏ ਤਾਂ ਜਿਹੜੀਆਂ ਅੱਗੋਂ ਗੋਲੀਆਂ ਲੱਗੀਆਂ ਨੇ ਉਹ ਪਿਛਲੇ ਜਿਹੜਾ ਇਹਦਾ ਗਲਾਸ ਸੀਗਾ ਉਹਦੇ ਵਿੱਚ ਵੀ ਜਿਹੜਾ ਆ ਉਹ ਨਜ਼ਰ ਆ ਰਹੀਆਂ ਨੇ ਕਿ ਗੱਡੀ ਦਾ ਸਿਰਫ ਇੱਕ ਹੀ ਟਾਇਰ ਜਿਹੜਾ ਸੀਗਾ ਉਹ ਬਚਿਆ। ਦੂਸਰੇ ਸਾਰੇ ਹੀ ਟਾਇਰ ਜਿਹੜੇ ਆ ਉਹ ਗੋਲੀਆਂ ਦੇ ਨਾਲ ਜਿਹੜੇ ਆ ਉਹ ਪੈਂਚਰ ਕੀਤੇ ਗਏ ਤੇ ਇਹ ਗੱਡੀ ਦਾ ਸਮਾਨ ਜਿਹਦੇ ਵਿੱਚ ਬਲੱਡ ਦੇ ਜਿਹੜੇ ਆ ਉਹ ਨਿਸ਼ਾਨ ਇਸ ਸੀਟ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਨਜ਼ਰ ਇਸ ਵੇਲੇ ਆ ਰਹੇ ਆ। ਜਿਹੜਾ ਬਲੱਡ ਸੀਗਾ ਉਹ ਵੀ ਇਹਦੇ ਵਿੱਚ ਜਿਹੜਾ ਚਾਬੀ ਤੇ ਹੋਰ ਜਿਹੜੇ ਜੈਕ ਤੇ ਹੋਰ ਚਾਬੀਆਂ ਜਿਹੜੀਆਂ ਉਹਨਾਂ ਦੇ ਉੱਪਰ ਵੀ ਖੂਨ ਦੇ ਨਿਸ਼ਾਨ ਜਿਹੜੇ ਆ ਉਹ ਲੱਗੇ ਹੋਏ ਜਿਹੜੇ ਆ ਉਹ ਨਜ਼ਰ ਆ ਰਹੇ ਆ ਤੇ ਸਾਰੀ ਸੀਟ ਖੂਨ ਦੇ ਨਾਲ ਜਿਹੜੀ ਆ ਉਹ ਲੱਥਪੱਥ ਜਿਹੜੀ ਆ ਉਹ ਇੱਥੇ ਨਜ਼ਰ ਆ ਰਹੀ ਆ ਤੇ ਇਧਰਲੀ ਸਾਈਡ ਤੋਂ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜਿਹੜੇ ਆ ਉਹ ਗੋਲੀਆਂ ਦੇ ਨਿਸ਼ਾਨ ਇੱਥੇ ਜਿਹੜੇ ਆ ਉਹ ਨਜ਼ਰ ਆ ਰਹੇ ਆ। ਇਸ ਥਾਰ ਦੇ ਵਿੱਚ ਜਿਸ ਦੇ ਵਿੱਚ ਸਵਾਰ ਹੋ ਕੇ ਸਿੱਧੂ ਮੂਸੇਵਾਲਾ ਜਿਹੜਾ ਆ ਉਹ ਕੱਲ੍ਹ ਜਾ ਰਿਹਾ ਸੀ ਜਦੋਂ ਇਹ ਹਮਲਾ ਜਿਹੜਾ ਆ ਉਹ ਹੁੰਦਾ ਆ ਤੇ ਅਚਾਨਕ ਇਹ ਹਮਲਾ ਜਿਹੜਾ ਆ ਉਹ ਹੋਇਆ ਤੇ ਸਾਰਾ ਹੀ ਕੁਛ ਜਿਹੜਾ ਆ ਕੁਝ ਹੀ ਪਲਾਂ ਦੇ ਵਿੱਚ ਜਿਹੜਾ ਆ ਉਹ ਤਹਿਸ ਨਹਿਸ ਹੋ ਗਿਆ ਤੇ ਮਾਪਿਆਂ ਦਾ ਇਕੱਲਾ ਇਕੱਲਾ ਪੁੱਤ ਜਿਸ ਨੇ ਕਿ ਇੱਕ ਆਮ ਘਰ ਤੋਂ ਉੱਠ ਕੇ ਜਿਹੜਾ ਆ ਉਹ ਨਾਮ ਜਿਹੜਾ ਆ ਉਹ ਚਮਕਾਇਆ ਪਰਿਵਾਰ ਦਾ ਵੀ ਤੇ ਪੰਜਾਬ ਦਾ ਵੀ। ਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਲਾਈਟ ਦੇ ਵਿੱਚ ਵੀ ਜਿਹੜੀ ਆ ਉਹ ਗੋਲੀ ਲੱਗੀ। ਇੱਧਰ ਸਾਈਡ ਦੇ ਉੱਤੇ ਵੀ ਉਸ ਗੋਲੀ ਦੇ ਲੱਗਣ ਤੋਂ ਬਾਅਦ ਦੇ ਵਿੱਚ ਹੋਰ ਵੀ ਜਗ੍ਹਾ ਦੇ ਉੱਤੇ ਜਿਹੜਾ ਆ ਉਹ ਅਟੈਕ ਜਿਹੜਾ ਆ ਉਹ ਹੋਇਆ ਤੇ ਸਾਰੀ ਗੱਡੀ ਜਿਹੜੀ ਆ ਇਹ ਥਾਰ ਗੱਡੀ ਮਹਿੰਦਰਾ ਥਾਰ PB 65 AV 9713 ਨੰਬਰ ਗੱਡੀ ਇਹ ਜਿਹੜੀ ਆ ਬਿਲਕੁਲ ਪੂਰੀ ਤਰ੍ਹਾਂ ਦੇ ਨਾਲ ਜਿੱਥੇ ਇਸ ਨੂੰ ਰੋਕਣ ਵਾਸਤੇ ਟਾਇਰਾਂ 'ਚ ਗੋਲੀਆਂ ਮਾਰੀਆਂ ਗਈਆਂ ਉੱਥੇ ਹੀ ਇਸ ਗੱਡੀ 'ਚ ਸਵਾਰ ਸਿੱਧੂ ਮੂਸੇਵਾਲੇ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਜਿਹੜਾ ਆ ਉਹ ਕਤਲ ਜਿਹੜਾ ਆ ਉਹ ਕਰ ਦਿੱਤਾ ਗਿਆ ਅਤੇ ਗੱਡੀ ਜਿਹੜੀ ਆ ਉਸ ਦੇ ਜਿਹੜਾ ਬੋਨਟ ਆ ਉਹਦੇ ਵਿੱਚ ਵੀ ਜਿਹੜਾ ਆ ਉਹ ਵੀ ਗੋਲੀਆਂ ਦੇ ਚੰਗੇ ਵੱਡੇ ਨਿਸ਼ਾਨ ਮੁੱਖ ਜਿਹੜੇ ਆ ਉਹ ਪਏ ਤੇ ਇਧਰਲੇ ਪਾਸੇ ਵੀ ਸ਼ੀਸ਼ੇ ਦੇ ਵਿੱਚ ਵੀ ਸਾਰੇ ਪਾਸੇ ਹੀ ਜਿਹੜਾ ਆ ਉਹ ਗੱਡੀ ਜਿਹੜੀ ਆ ਆਪ ਡਰਾਈਵ ਕਰ ਰਿਹਾ ਸੀ ਸਿੱਧੂ ਮੂਸੇਵਾਲਾ ਤੇ ਇਸ ਦੀ ਹਸ਼ਰ ਤੋਂ ਪਤਾ ਲੱਗ ਸਕਦਾ ਕਿ ਵਿੱਚ ਬੈਠੇ ਇਨਸਾਨ ਦਾ ਕੀ ਹਸ਼ਰ ਜਿਹੜਾ ਆ ਉਹ ਹੋਇਆ ਹੋਵੇਗਾ ਤੇ ਵਿੱਚ ਵੀ ਖੂਨ ਦੇ ਛਿੱਟੇ ਜਿਹੜੇ ਆ ਉਹ ਵੀ ਨਜ਼ਰ ਆ ਰਹੇ ਆ ਤੇ ਸਾਰੀ ਗੱਡੀ ਖੂਨ ਦੇ ਨਾਲ ਜਿਹੜੀ ਆ ਉਹ ਲੱਥਪੱਥ ਇਸ ਵੇਲੇ ਨਜ਼ਰ ਆ ਰਹੀ ਆ। ਸੋ ਇਹ ਗੱਡੀ ਇੱਥੇ ਥਾਣਾ ਸਿਟੀ 1 ਦੇ ਵਿੱਚ ਲਿਆਂਦੀ ਗਈ ਆ ਕਿਉਂਕਿ ਜਦੋਂ ਕੋਈ ਇਸ ਤਰ੍ਹਾਂ ਦੀ ਘਟਨਾ ਇੰਸੀਡੈਂਟ ਜਿਹੜਾ ਉਹ ਵਾਪਰਦਾ ਤਾਂ ਉਸ ਤੋਂ ਬਾਅਦ ਦੇ ਵਿੱਚ ਗੱਡੀ ਪੁਲਿਸ ਆਪਣੇ ਕਬਜ਼ੇ ਵਿੱਚ ਕਰ ਲੈਂਦੀ ਆ। ਇਸ ਗੱਡੀ ਦੀ ਵੀ ਜਿਹੜੀ ਫੋਰੈਂਸਿਕ ਟੀਮ ਨੇ ਆ ਕੇ ਜਿਹੜੀ ਆ ਉਹ ਜਾਂਚ ਕੀਤੀ ਆ ਸਾਰੀ ਜਿਹੜੀ ਗੋਲੀ ਲੱਗੀ ਆ ਉਹ ਕਿਹੜੀ ਲੱਗੀ ਆ ਕਿਵੇਂ ਲੱਗੀ ਆ ਕੀ ਖੋਲ ਜਿਹੜੇ ਆ ਉਹ ਕਿਵੇਂ ਦੇ ਸੀਗੇ। ਸੋ ਸਾਰਾ ਜਿਹੜਾ ਆ ਉਹ ਦੇਖਿਆ ਗਿਆ ਆ। ਇਹ ਗੱਡੀ ਜਿਹੜੀ ਆ ਉਹ ਮਹਿੰਦਰਾ ਥਾਰ ਜਿਹੜੀ ਕਿ ਇੱਥੇ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਗੋਲੀਆਂ ਦੇ ਨਿਸ਼ਾਨਾਂ ਦੇ ਨਾਲ ਜਿਹੜੀ ਆ ਵਿੰਨੀ ਪਈ ਆ ਇਹ ਗੱਡੀ ਤੇ ਇਸ ਦੇ ਵਿੱਚ ਹੀ ਸਵਾਰ ਹੋ ਕੇ ਆਪਣੇ ਘਰ ਤੋਂ ਸਿੱਧੂ ਮੂਸੇਵਾਲਾ ਜਿਹੜਾ ਆ ਉਹ ਜਾ ਰਿਹਾ ਸੀ ਜਦੋਂ ਉਸ ਦੇ ਪਿੰਡ ਜਵਾਰ ਕੇ ਪਹੁੰਚਣ ਤੇ ਅਟੈਕ ਹੋਇਆ। ਜਿੱਥੇ ਅਸੀਂ ਤੁਹਾਨੂੰ ਸਿੱਧੂ ਮੂਸੇਵਾਲੇ ਦੀ ਗੱਡੀ ਜਿਹੜੀ ਆ ਉਹ ਦਿਖਾਈ ਆ ਉਸ ਦੇ ਨਾਲ ਇਹ ਇੱਕ ਬਲੈਰੋ ਜਿਹੜੀ ਆ ਉਹ ਪੁਲਿਸ ਨੇ ਟਰੈਕ ਕੀਤੀ ਜਿਸ ਦਾ ਦਿੱਲੀ ਨੰਬਰ ਆ DL10 CT 0196 ਨੰਬਰ। ਇਹ ਬਲੈਰੋ ਜਿਹੜੀ ਆ ਇਹ ਅੱਗੇ ਲਗਾ ਕੇ ਜਿਹੜਾ ਆ ਉਹ ਸਿੱਧੂ ਮੂਸੇਵਾਲੇ ਨੂੰ ਜਿਹੜਾ ਆ ਉਹ ਰੋਕਿਆ ਗਿਆ। ਇਹ ਵੀ ਗੱਡੀ ਜਿਹੜੀ ਆ ਉਹ ਤੁਸੀਂ ਦੇਖ ਸਕਦੇ ਹੋ ਕਿ ਇਸ ਦੇ ਵਿੱਚ ਉਹ ਲੋਕ ਸਵਾਰ ਹੋ ਕੇ ਜਿਹੜੇ ਆਏ ਆ। ਇਹ ਨੰਬਰ ਪਲੇਟਸ ਜਿਹੜੀਆਂ ਅੰਦਰ ਪਈਆਂ ਇਹ ਸਾਰੀਆਂ ਫਰਜ਼ੀ ਨੰਬਰ ਪਲੇਟਸ ਸੀਗੀਆਂ। ਇਹ ਨੰਬਰ ਪਲੇਟਸ ਜਿਹੜੀਆਂ ਨੰਬਰ ਪਲੇਟਸ ਆ ਉਹ ਉਤਾਰੀਆਂ ਗਈਆਂ ਤੇ ਇਹ ਸਾਰੇ ਪਾਸੇ ਤੋਂ ਇਹਨੂੰ ਵੀ ਜਿਹੜਾ ਆ ਉਹ ਤੁਸੀਂ ਦੇਖ ਸਕਦੇ ਹੋ ਕਿ ਇਹਦੀ ਡਿੱਗੀ ਜਿਹੜੀ ਆ ਉਹ ਵੀ ਖੁੱਲੀ ਹੋਈ ਜਿਵੇਂ ਤੇ ਇਹ ਜਿਹੜੀ ਜਦੋਂ ਅੱਗੇ ਲਗਾਈ ਗਈ ਤਾਂ ਇਹਦੀ ਬਾਰੀ ਜਿਹੜੀ ਆ ਉਹ ਨਾਲ ਲੱਗਣ ਕਰਕੇ ਉਹ ਵੀ ਪੂਰੀ ਡੈਮੇਜ ਜਿਹੜੀ ਆ ਉਹ ਹੋਈ ਇਸ ਬਲੈਰੋ ਦੀ। ਸੋ ਇਹਦੀ ਵੀ ਹੁਣ ਸਾਰੀ ਜਿਹੜੀ ਆ ਉਹ ਇਨਵੈਸਟੀਗੇਸ਼ਨ ਕੀਤੀ ਜਾਏਗੀ ਕਿ ਗੱਡੀ ਕਿਹਦੀ ਆ ਕਿਸ ਨਾਂ ਦੇ ਉੱਤੇ ਬੋਲਦੀ ਆ ਕਿੱਥੋਂ ਲਈ ਆ ਜਾਂ ਕਿਸੇ ਕੋਲੋਂ ਖੋਈ ਗਈ ਆ ਗੱਡੀ ਤੇ ਇਹ ਕਿਵੇਂ ਜਿਹੜੀ ਆ ਉਹ ਗੱਡੀ ਇਹਨਾਂ ਤੱਕ ਪਹੁੰਚੀ ਆ। ਸੋ ਇਹ ਗੱਡੀ ਤੇ ਇਹ ਸਿੱਧੂ ਮੂਸੇਵਾਲੇ ਦੀ ਜਿਹੜੀ ਮਹਿੰਦਰਾ ਥਾਰ ਸੀਗੀ ਉਹ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਥਾਣਾ ਸਿਟੀ ਮਾਨਸਾ 1 ਦੇ ਵਿੱਚ ਜਿਹੜੀ ਆ ਉਹ ਇਸ ਵੇਲੇ ਨਜ਼ਰ ਆ ਰਹੀ ਆ ਤੇ ਸਾਰਾ ਬੋਨਟ ਵੀ ਇਹਦਾ ਜਿਹੜਾ ਆ ਉਹ ਓਪਨ ਹੋ ਗਿਆ ਆ। ਸੋ ਬਿਲਕੁਲ ਅਸੀਂ ਉਸ ਜਗ੍ਹਾ ਦੇ ਉੱਤੇ ਪਹੁੰਚੇ ਹਾਂ ਜਿੱਥੇ ਸਿੱਧੂ ਮੂਸੇਵਾਲਾ ਦੇ ਉੱਤੇ ਅਟੈਕ ਹੋਇਆ ਪਿੰਡ ਜਵਾਰ ਕੇ। ਇਹ ਤੁਸੀਂ ਜਿਹੜੀ ਆ ਇਹ ਵੀਡੀਓ ਦੇ ਵਿੱਚ ਵੀ ਜਿਹੜੀ ਆ ਉਹ ਕੰਧ
ਦੇਖੀ ਹੋਏਗੀ ਜਿਹੜੀ ਨਜ਼ਰ ਆਉਂਦੀ ਆ ਜਿੱਥੋਂ ਗੱਡੀਆਂ ਜਿਹੜੀਆਂ ਉਹ ਮੁੜਦੀਆਂ ਨੇ ਤੇ ਜਿਸ ਜਗ੍ਹਾ ਦੇ ਉੱਤੇ ਜਾ ਕੇ ਅਟੈਕ ਜਿਹੜਾ ਆ ਉਹ ਹੁੰਦਾ ਆ, ਇਹੀ ਉਹ ਸਾਰੀ ਜਗ੍ਹਾ ਜਿੱਥੇ ਆ ਕੇ ਜਿਹੜਾ ਆ ਉਹ ਸਿੱਧੂ ਮੂਸੇਵਾਲਾ ਦੇ ਉੱਤੇ ਜਿਹੜਾ ਆ ਉਹ ਗੋਲੀਆਂ ਦਾਗੀਆਂ ਜਾਂਦੀਆਂ ਆ, ਗੋਲੀਆਂ ਚਲਾਈਆਂ ਜਾਂਦੀਆਂ ਆ ਤੇ ਇੱਥੇ ਵੀ ਕੁਝ ਲੋਕ ਜਿਹੜੇ ਆ ਉਹ ਧਰਨਾ ਲਾ ਕੇ ਜਿਹੜਾ ਆ ਉਹ ਬੈਠੇ ਹੋਏ ਆ। ਇਨਸਾਫ ਦੀ ਮੰਗ ਜਿਹੜੀ ਆ ਉਹ ਕੀਤੀ ਜਾ ਰਹੀ ਆ ਕਿ ਇਹ ਸਾਰਾ ਕੁਝ ਜਿਹੜਾ ਆ ਕਿਵੇਂ ਕਿਉਂ ਤੇ ਕਿੱਦਾਂ ਜਿਹੜਾ ਆ ਉਹ ਹੋਇਆ। ਸੋ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਪੰਜਾਬ ਸਰਕਾਰ ਦੇ ਖਿਲਾਫ ਵੀ ਨਾਅਰੇਬਾਜ਼ੀ ਜਿਹੜੀ ਆ ਉਹ ਹੋ ਰਹੀ ਆ ਤੇ ਇਹ ਉਹ ਸਪੋਰਟ ਹੈ ਜਿਹੜੇ ਜਿੱਥੇ ਜਿਹੜਾ ਆ ਉਹ ਇਹ ਘਟਨਾ ਜਿਹੜੀ ਆ ਉਹ ਵਾਪਰਦੀ ਆ, ਜਿੱਥੇ ਗੋਲੀਆਂ ਜਿਹੜੀਆਂ ਆ ਉਹ ਚੱਲਦੀਆਂ ਨੇ ਤੇ ਇੱਥੇ ਹੀ ਜਿਹੜਾ ਆ ਉਹ ਅਟੈਕ ਜਿਹੜਾ ਆ ਉਹ ਹੋਇਆ ਉਹਨਾਂ ਦੇ ਉੱਤੇ। ਸੋ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਜਿਹੜਾ ਆ ਉਹ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਜਿਹੜੇ ਆ ਉਹ ਨੌਜਵਾਨਾਂ ਦੇ ਵੱਲੋਂ ਜਿਹੜੇ ਆ ਉਹ ਲਗਾਏ ਜਾ ਰਹੇ ਆ। ਸੋ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਨੌਜਵਾਨ ਜਿਹੜੇ ਆ ਉਹ ਵੀ ਬੈਠੇ ਹੋਏ ਆ, ਲੇਡੀਜ਼ ਜਿਹੜੀਆਂ ਉਹ ਵੀ ਬੈਠੇ ਹੋਏ ਨੇ। ਸੋ ਇੱਥੇ ਸਾਰਾ ਘਟਨਾਕ੍ਰਮ ਵਾਪਰਿਆ ਤੇ ਇੱਥੇ ਕੁਝ ਗੋਲੀਆਂ ਦੇ ਨਿਸ਼ਾਨ ਜਿਹੜੇ ਆ ਉਹ ਵੀ ਨਜ਼ਰ ਆਉਂਦੇ ਆ। ਕਹਿੰਦੇ ਕਿ ਜਿਹੜੀ ਆਵਾਜ਼ ਸੁਣੀ ਗਈ ਆ 40 ਰਾਊਂਡ ਫਾਇਰ ਜਿਹੜੇ ਆ ਉਹ ਕੀਤੇ ਗਏ ਆ ਤੇ ਇੱਥੇ ਗੋਲੀਆਂ ਜਿਹੜੀਆਂ ਆ ਉਹ ਕੰਧ ਦੇ ਵਿੱਚ ਵੀ ਜਿਹੜੀਆਂ ਆ ਉਹ ਵੱਜੀਆਂ ਹੋਈਆਂ ਇੱਥੇ ਸਾਫ਼ ਨਜ਼ਰ ਜਿਹੜੀਆਂ ਆ ਉਹ ਆ ਰਹੀਆਂ ਨੇ ਕਿ ਕੰਧ ਦੇ ਵਿੱਚ ਵੀ ਜਿਹੜੀਆਂ ਆ ਉਹ ਕਿਵੇਂ ਇੱਥੇ ਜਦੋਂ ਫਾਇਰ ਕੀਤੇ ਗਏ ਆ ਤਾਂ ਉਹ ਕੰਧ ਦੇ ਵਿੱਚ ਵੀ ਗੋਲੀਆਂ ਜਿਹੜੀਆਂ ਆ ਉਹ ਲੱਗੀਆਂ ਨੇ ਤੇ ਨਾਲ ਇਧਰਲੇ ਪਾਸੇ ਜਿਹੜਾ ਇੱਕ ਪਿੱਲਰ ਆ ਘਰ ਦਾ ਉਹਦੇ ਵਿੱਚ ਵੀ ਜਿਹੜੀ ਆ ਉਹ ਪੂਰੇ ਦਾ ਪੂਰਾ ਸੀਮਟ ਜਿਹੜਾ ਆ ਉਹ ਉਹਦੇ ਵਿੱਚੋਂ ਨਿਕਲ ਗਿਆ ਆ ਜਿੱਥੇ ਜਿਹੜੀ ਆ ਉਹ ਗੋਲੀ ਆ ਕੇ ਲੱਗੀ ਆ। ਸੋ ਇੱਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨਾ ਜ਼ਬਰਦਸਤ ਇਹ ਅਟੈਕ ਜਿਹੜਾ ਆ ਉਹ ਹੋਇਆ ਤੇ ਕਿਵੇਂ ਜਿਹੜਾ ਆ ਉਹ ਕੁਝ ਹਿੱਸਾ ਜਿਹੜਾ ਆ ਉਹ ਨਜ਼ਰ ਵੀ ਆ ਰਿਹਾ ਵਾ ਅੰਦਰ। ਸੋ ਇਸੇ ਜਗ੍ਹਾ ਦੇ ਉੱਤੇ ਇਸੇ ਸਪੌਟ ਦੇ ਉੱਤੇ ਜਿਹੜਾ ਆ ਉਹ ਅਟੈਕ ਜਿਹੜਾ ਆ ਉਹ ਹੋਇਆ। ਪਹਿਲਾਂ ਗੱਡੀ ਜਿਹੜੀ ਥਾਰ ਸੀਗੀ ਉਹਦੇ ਟਾਇਰਾਂ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ, ਉਸ ਤੋਂ ਬਾਅਦ ਦੇ ਵਿੱਚ ਜਦੋਂ ਗੱਡੀ ਰੁਕ ਗਈ ਤਾਂ ਫਿਰ ਜਿਹੜਾ ਆ ਉਹ ਸਾਹਮਣੇ ਤੋਂ ਅਟੈਕ ਜਿਹੜਾ ਆ ਉਹ ਕੀਤਾ ਗਿਆ। ਤੁਸੀਂ ਇੱਥੋਂ ਦੇ ਰਹਿਣ ਵਾਲੇ ਆ, ਤੁਸੀਂ ਇੱਥੇ ਦੇਖਿਆ ਜਦੋਂ ਜੋ ਕੁਝ ਹੋਇਆ ਸਾਰਾ ਜਦੋਂ ਜਿਸ ਵੇਲੇ ਬਾਈ ਜੀ ਫਾਇਰਿੰਗ ਹੋ ਕੇ ਹਟੀ ਆ ਅਸੀਂ ਬਾਅਦ ਚ ਆਏ, ਮੇਰਾ ਨਾਲ ਹੀ ਖੇਤ ਆ ਉੱਥੋਂ ਭੱਜ ਕੇ ਆਏ ਅਸੀਂ। ਉਦੋਂ ਤੱਕ ਆਵਾਜ਼ਾਂ ਮਤਲਬ ਕਿ ਹਾਂ ਉਹ ਦੋ ਤਿੰਨ ਗੱਡੀਆਂ ਸੀ ਉਧਰ ਹੀ ਲੈ ਗਏ ਬਰਨਾਲੇ ਵਾਲੀ ਸਾਈਡ। ਹਾਂਜੀ ਇਹ ਕਿੰਨੇ ਕੁ ਵਜੇ ਦੀ ਘਟਨਾ ਹੈ ਕੱਲ? ਇਹ 5:22 ਹੋਏ ਸੀਗੇ। ਹਾਂਜੀ ਜਦੋਂ ਆਵਾਜ਼ ਆਈ ਤਾਂ ਲੋਕ ਫਿਰ ਇਕੱਠੇ ਹੋ ਗਏ ਹੋਣੇ? ਨਹੀਂ ਲੋਕ ਸਹਿਮ ਗਏ, ਆਪਣੇ ਆਪਣੇ ਘਰਾਂ 'ਚ ਸਭ ਲੁਕ ਗਏ ਸੀ ਉਦੋਂ। ਇੱਥੋਂ ਫਿਰ ਜਦੋਂ ਸਿੱਧੂ ਮੂਸੇਵਾਲੇ ਤੇ ਉਹਦੇ ਸਾਥੀ ਜਿਹੜੇ ਉਹਨਾਂ ਨੂੰ ਕਿੰਨੀ ਦੇਰ ਬਾਅਦ ਗੱਡੀ ਦੇ ਵਿੱਚੋਂ ਕੱਢਿਆ ਗਿਆ? ਜਦੋਂ ਤੁਸੀਂ ਪਹੁੰਚੇ ਉਦੋਂ ਵਿੱਚ ਹੀ ਸੀ ਅਜੇ ਉਹ? ਹਾਂਜੀ ਜਦੋਂ ਪਹੁੰਚਿਆ ਵਿੱਚ ਹੀ ਸੀ, ਲੋਕਾਂ ਨੇ ਵੀਰ ਜੀ ਕੱਢਿਆ ਨਹੀਂ, ਲੋਕ ਵੀਡੀਓ ਬਣਾਉਣ ਤੇ ਲੱਗ ਗਏ। ਹਾਂਜੀ ਉਹ ਘੱਟੋ ਘੱਟ 15-20 ਮਿੰਟਾਂ ਬਾਅਦ ਸ਼ੀਸ਼ੇ ਭੰਨੇ ਨੇ, ਗੱਡੀ ਲੋਕ ਹੋ ਗਈ ਸੀ, ਸ਼ੀਸ਼ੇ ਤੋੜ ਕੇ ਪੱਥਰਾਂ ਨਾਲ ਫਿਰ ਬਾਅਦ 'ਚ ਕੱਢਿਆ ਉਹ। ਮਤਲਬ ਪਤਾ ਲੱਗ ਗਿਆ ਸੀ, ਪਛਾਣ ਆ ਗਈ ਸੀ ਕਿ ਕੌਣ ਹੈ ਗੱਡੀ ਦੇ ਵਿੱਚ? ਨਹੀਂ ਬਾਅਦ 'ਚ ਪਛਾਣ ਆਈ ਹੈ ਵੀ ਮੂਸੇ ਵਾਲਾ। ਅੱਛਾ ਜੀ। ਹਾਂਜੀ ਹਾਂ। ਗੋਲੀਆਂ ਲਗਭਗ ਕਿੰਨੀਆਂ ਕੁ ਚੱਲੀਆਂ ਹੋਣਗੀਆਂ ਤੁਹਾਡੇ ਹਿਸਾਬ ਨਾਲ ਇੱਥੇ? ਇਹ 15 ਮਿੰਟ ਫਾਇਰਿੰਗ ਚੱਲ ਗਈ। ਹਾਂਜੀ ਘੱਟੋ ਘੱਟ ਵੀ 50-60 ਗੋਲੀਆਂ ਚੱਲੀਆਂ। ਕਿਸੇ ਨੇ ਦੇਖਿਆ ਵੀ ਹੈ ਸਾਹਮਣੇ ਤੋਂ ਵੀ ਗੋਲੀਆਂ ਕਿਵੇਂ ਚੱਲੀਆਂ? ਕੁਝ ਲੋਕ ਤਾਂ ਵੀ ਕਹਿ ਰਹੇ ਕਿ ਬੋਨਟ ਦੇ ਉੱਤੇ ਚੜ੍ਹ ਕੇ ਵੀ ਗੋਲੀਆਂ ਚਲਾਈਆਂ ਗਈਆਂ ਵਾ ਜਾਂ ਇਸ ਤਰੀਕੇ? ਨਹੀਂ ਇਸ ਤਰ੍ਹਾਂ ਕੁਝ ਨਹੀਂ ਦੇਖਿਆ ਅਸੀਂ ਦੂਰ ਸੀ, ਮੈਂ ਦੂਰੋਂ ਆਇਆ ਭੱਜ ਕੇ। ਅੱਛਾ ਜੀ। ਹਾਂਜੀ ਬਾਅਦ ਦੇ ਵਿੱਚ ਉਹਨਾਂ ਨੂੰ ਐਂਬੂਲੈਂਸ ਬੁਲਾਈ ਗਈ, ਕੱਢਿਆ ਗਿਆ ਜਾਂ ਇੱਥੋਂ ਹੀ? ਵੀਰ ਜੀ ਇੱਥੇ ਲੋਕਲ ਕਿਸੇ ਨੇ ਗੱਡੀ ਨਾ ਦਿੱਤੀ, ਬਰਨਾਲੇ ਪਿੰਡ ਆ ਉੱਥੋਂ ਗੱਡੀ ਲਿਆਂਦੀ ਗਈ, ਉਦੋਂ ਬਾਅਦ 'ਚ ਐਂਬੂਲੈਂਸ ਆਈ ਹੈ। ਉਦੋਂ ਕੋਈ ਸਰੀਰ ਜਿਹੜਾ ਆ ਉਹ ਹਰਕਤ ਕਰਦਾ ਸੀ ਜਾਂ ਉਦੋਂ ਹੀ ਲੱਗਦਾ ਸੀ ਕਿ ਔਨ ਦੀ ਸਪੌਟ ਹੀ ਡੈਥ ਹੋ ਗਈ? ਡੈਡ ਸੀ ਉਹ ਤਾਂ ਵੀਰੇ। ਹਾਂਜੀ ਨਾਲ ਦੇ ਮੁੰਡੇ ਹੀ ਜਿਹੜੇ ਦੋ? ਉਹਨਾਂ 'ਚੋਂ ਇੱਕ ਠੀਕ ਸੀਗਾ, ਚੱਲ ਰਹੇ ਸੀ, ਉਹਦੇ ਵੀ ਕਾਫੀ ਗੋਲੀਆਂ ਸੀਗੀਆਂ ਤੇ ਉਹ ਦੂਸਰਾ ਸੀ ਜਿਹੜਾ ਉਹ ਖਤਮ ਸੀ ਉਹ ਵੀ। ਹਾਂਜੀ ਸਿੱਧੂ ਮੂਸੇਵਾਲਾ ਆਪ ਗੱਡੀ ਚਲਾ ਰਿਹਾ? ਹਾਂਜੀ ਆਪ ਡਰਾਈਵ ਕਰ ਰਿਹਾ ਸੀਗਾ। ਹਾਂਜੀ ਹਾਂ। ਇੱਥੇ ਰਿਸ਼ਤੇਦਾਰੀ ਉਹਨਾਂ ਦੀ ਕੋਈ ਇਸ ਪਿੰਡ? ਹਾਂ ਉਹਦੀ ਪਿੰਡ ਬਰਨਾਲੇ ਉਹਦੀ ਮਾਸੀ ਸੀ। ਹਾਂ ਉਹ ਉਹਦੀ ਮਾਸੀ ਕੋਲੇ ਜਾ ਰਿਹਾ ਸੀਗਾ ਮਿਲਣ ਵਾਸਤੇ। ਹਾਂਜੀ ਹਾਂ। ਉਹਨਾਂ ਦੀ ਸਿਹਤ ਢਿੱਲੀ ਹੋ ਗਈ ਸੀ ਤੇ ਉੱਥੇ ਮਿਲਣ ਵਾਸਤੇ ਜਾ ਰਹੇ ਸੀ? ਹਾਂਜੀ ਹਾਂ ਉਹ ਬਿਮਾਰ ਸੀ, ਉਹਨਾਂ ਨੇ ਕਾਫੀ ਟਾਈਮ ਤੋਂ ਨਾ ਉਹਦੀ ਮਾਸੀ ਦਾ ਮੁੰਡਾ ਦੱਸ ਰਿਹਾ ਸੀਗਾ ਸਾਨੂੰ ਵੀ ਉਹਦੀ ਮਾਸੀ ਬਿਮਾਰ ਆ, ਉਹਦਾ ਪਤਾ ਲੈਣ ਜਾ ਰਿਹਾ ਸੀ। ਹਾਂਜੀ ਹਾਂ ਬਿਲਕੁਲ ਇਹਨਾਂ ਨੇ ਦੱਸਿਆ ਕਿ ਕਿਵੇਂ ਇਹ ਦਰਦਨਾਕ ਘਟਨਾ ਜਿਹੜੀ ਆ ਉਹ ਇੱਥੋਂ ਵਾਪਰੀ ਤੇ ਫਿਰ ਜਿਹੜੀਆਂ ਗੱਡੀਆਂ ਉਹ ਵੀ ਨਹੀਂ ਕਿਸੇ ਨੇ ਦੇਖੀਆਂ ਕਿ ਕਿਹੜੀ ਗੱਡੀ ਨੇ ਪਿੱਛਾ ਕੀਤਾ, ਕਿਵੇਂ ਗੱਡੀਆਂ ਵੀਰ ਜੀ ਕਿਸੇ ਨੇ ਪਿੱਛਾ ਨਹੀਂ ਕੀਤਾ,
ਫਾਇਰਿੰਗ ਲੋਕ ਡਰ ਗਏ ਨੇ। ਹਾਂਜੀ ਹਾਂ, ਗੋਲੀ 15 ਮਿੰਟ ਚੱਲੀ ਗਈ ਹੈ ਲਗਾਤਾਰ। ਹਾਂਜੀ ਹਾਂ। ਤੁਸੀਂ ਵੀ ਇੱਥੋਂ ਦੇ ਰਹਿਣ ਵਾਲੇ ਜੀ? ਤੇ ਮਤਲਬ ਉਸ ਤੋਂ ਬਾਅਦ ਦੇ ਵਿੱਚ ਫਿਰ ਜਿਹੜੀ ਗੱਡੀ ਸੀਗੀ ਉਹਦੇ ਕਹਿੰਦੇ ਟਾਇਰਾਂ ਦੇ ਵਿੱਚ ਵੀ ਗੋਲੀਆਂ ਲੱਗੀਆਂ? ਹਾਂ, 2 ਟਾਇਰਾਂ 'ਚ ਫਾਇਰ ਮਾਰੇ ਨੇ, ਕੋਈ ਸ਼ੀਸ਼ਿਆਂ 'ਚ ਨੇ, ਕੁਛ ਕੰਧਾਂ 'ਚ ਨੇ, ਸਾਰੀ ਮਤਲਬ ਕਿ ਫਾਇਰਿੰਗ ਹੋਈ ਹੈ। ਤੁਸੀਂ ਵੀ ਇੱਥੋਂ ਦੇ ਰਹਿਣ ਵਾਲੇ ਜੀ? ਕਿ ਕੀ ਘਟਨਾ ਹੋਈ ਸੀ, ਤੁਹਾਨੂੰ ਕਿਵੇਂ ਪਤਾ ਲੱਗਾ ਜਾਂ ਇੱਥੇ ਮੌਕੇ ਤੇ ਆ ਗਏ? ਬਸ ਜਦੋਂ ਗੋਲੀਆਂ ਚੱਲੀਆਂ ਠਾਠਾ ਹੋਈ, ਸਾਰੇ ਪਿੰਡ 'ਚ ਪਤਾ ਲੱਗ ਗਿਆ ਵੀ ਆਹ ਕੀ ਗੱਲ ਬਣ ਗਈ। ਜਦੋਂ ਆਏ ਇੱਥੇ ਉਦੋਂ ਆ ਕੇ ਆਹ ਗੱਲ ਬਣੀ ਪਈ ਬਸ। ਜਿਨ੍ਹਾਂ ਨੇ ਗੋਲੀਆਂ ਚਲਾਈਆਂ ਆ ਉਹ ਉਸੇ ਵੇਲੇ ਗੋਲੀਆਂ ਚਲਾਉਣ ਤੋਂ ਬਾਅਦ ਜਮਾ 5 ਮਿੰਟਾਂ 'ਚ ਹੀ ਵਾਪਸ ਸਾਡੇ ਪਿੰਡ ਨੂੰ ਤਾਂ ਇਕੱਠਾ ਹੋਣ ਦਿੱਤੀ ਨਹੀਂ, ਤਾਂ ਕਰਕੇ ਉਹਦੀ ਭੱਜ ਗਏ। ਹਾਂ, ਅਸੀਂ ਤਾਂ ਜਦੋਂ ਆਏ ਉਦੋਂ ਦੇਖਿਆ ਗੱਡੀ, ਜਦੋਂ ਵਿੱਚੋਂ ਉਹ ਚੱਕਿਆ ਫੇਰ ਪਤਾ ਲੱਗਿਆ ਵੀ ਮੂਸੇ ਵਾਲਾ ਸਿੱਧੂ ਆ। ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਕੌਣ ਆ ਇਹ ਕੌਣ ਨਾ। ਉਹਦਾ 5 ਮਿੰਟਾਂ 'ਚ ਹੀ ਵਾਪਸ। ਹਸਪੀਟਲ ਉਹਨਾਂ ਨੂੰ ਲੈ ਕੇ ਜਾਇਆ ਗਿਆ, ਪਰ ਜਿਹੜੇ ਹਿਸਾਬ ਨਾਲ ਗੋਲੀਆਂ ਜਿਹੜੀਆਂ ਉਹਨਾਂ ਦੀ ਗੱਡੀ ਦੇ ਉੱਤੇ ਨਿਸ਼ਾਨ ਮਿਲਦੇ ਕਿ ਮੌਕੇ ਤੇ ਹੀ ਡੈਥ ਹੋ ਗਈ ਨਾ। ਮਾੜੇ ਮੋਟੀ ਸਾਹ ਸੀ, ਬਸ ਰਾਹ 'ਚ ਜਾਂਦੇ ਦੀ ਮਾੜਾ ਮੋਟੀ ਸਾਹ ਸੀਗਾ। ਹਾਂ, ਜਦੋਂ ਗੱਡੀ 'ਚ ਪਾਤਾ ਫਿਰ ਜਾਂਦਾ ਰਾਹ 'ਚ ਹੋ ਗਿਆ। ਇੱਥੇ ਕੋਈ ਆਸ-ਪਾਸ ਕੈਮਰਾ ਨਹੀਂ ਸੀ ਹੈਗਾ, ਕੋਈ ਸੀਸੀਟੀਵੀ ਫੁਟੇਜ ਕੋਈ ਮਿਲੀ ਹੋਵੇ? ਹੈਗਾ ਪਿੱਛੇ, ਥੋੜਾ ਜਿਹਾ ਪਿੱਛੇ ਸੀਗਾ ਕੈਮਰਾ। ਗੱਡੀਆਂ ਆਈਆਂ ਪਿੱਛੇ, ਉਧਰੋਂ ਆਈਆਂ ਉਹ ਤਾਂ ਦਿਖਦੀਆਂ ਨੇ, ਇੱਧਰ ਕੈਮਰਾ ਹੈ ਨਹੀਂ। ਜਦੋਂ ਉਧਰੋਂ ਗੱਡੀਆਂ ਆਈਆਂ ਉਹਨਾਂ ਦੀਆਂ ਉਹ ਦਿੰਦੀਆਂ ਨੇ। ਤੇ ਲੋਕ ਮਤਲਬ ਇਕੱਠੇ ਹੁੰਦਿਆਂ ਥੋੜਾ ਟਾਈਮ ਲੱਗ ਗਿਆ, ਪਹਿਲਾਂ ਤਾਂ ਲੋਕ ਡਰ ਗਏ ਹੋਣੇ ਕਿ ਕੀ ਹੋ ਗਿਆ। ਜਦੋਂ ਠਾਠਾ ਹੋਣ ਲੱਗ ਗਈ ਫਿਰ ਦੁਨੀਆ ਨੂੰ ਪਤਾ ਲੱਗਿਆ ਵੀ ਕੀ ਹੋ ਗਿਆ ਕੀ ਹੋ ਗਿਆ। ਬਸ ਇੱਕ ਦੂਜੇ 'ਚ ਗੱਲ ਬਹਿ ਗਈ, ਉਹਨੇ ਚਰਚਾ ਆ ਗਈ। ਹਾਂ, ਦੁਨੀਆ ਦੇ ਆਉਂਦਿਆਂ ਨੂੰ ਉਹ ਬੰਦੇ ਭੱਜ ਗਏ ਸੀ। ਉਸ ਤੋਂ ਬਾਅਦ ਦੇ ਵਿੱਚ ਪੁਲਿਸ ਕਿੰਨੀ ਦੇਰ ਬਾਅਦ ਇੱਥੇ ਪਹੁੰਚੀ ਹੈ ਜਦੋਂ ਇਹ ਘਟਨਾ ਵਾਪਰੀ? ਬਸ 20 ਮਿੰਟ ਬਾਅਦ ਪੁਲਿਸ ਆ ਗਈ ਸੀ। ਹਾਂ, 20 ਮਿੰਟਾਂ ਬਾਅਦ ਪੁਲਿਸ ਆ ਗਈ। ਜਦੋਂ ਉਹਨੂੰ ਅਸੀਂ ਚੱਕੀ ਜਾਂਦੇ ਸੀਗੇ, ਬਸ ਵਿੱਚ ਤਰੀ ਜਾਂਦੇ ਸੀ, ਉਦੋਂ ਪੁਲਿਸ ਆ ਗਈ ਸੀ। ਮਤਲਬ ਜਿਹੜੇ ਬੰਦਿਆਂ ਨੇ ਗੋਲੀਆਂ ਚਲਾਈਆਂ ਆ ਉਹਨਾਂ ਨੂੰ ਨਹੀਂ ਕਿਸੇ ਨੇ ਵੇਖਿਆ ਵੀ ਉਹਨਾਂ ਨੇ ਮੂੰਹ ਬੰਨੇ ਸੀ ਜਾਂ ਨਾ ਉਦੋਂ ਤਾਂ ਪਤਾ ਹੀ ਨਹੀਂ ਸੀ ਇਹ ਗੱਲ ਦਾ ਵੀ ਕੀ ਗੱਲ ਆ। ਉਹਦਾ ਪੜਾਕਿਆਂ ਤੋਂ ਪਤਾ ਲੱਗਿਆ ਵੀ ਪੜਾਕੇ ਕਿੱਥੇ ਪੈ ਰਹੇ ਨੇ। ਉਹਨੇ ਉਠਾਇਆ ਸਾਰਾ ਪਿੰਡ ਪੜਾਕਿਆਂ ਨੇ। ਲਗਭਗ ਕਿੰਨੀਆਂ ਕੁ ਗੋਲੀਆਂ ਚੱਲੀਆਂ ਹੋਣਗੀਆਂ? ਚੱਲੀਆਂ ਹੋਣਗੀਆਂ ਵੀ 20-25। 4 ਛਪੇਰੇ ਵਿੱਚ ਵੱਜੀਆਂ ਜਿਹੜੀਆਂ ਉਹਦੇ ਵੱਜੀਆਂ ਵਿਚਾਰੇ ਦੇ, ਬਸ 20-25 ਗੋਲੀਆਂ ਕੰਧਾਂ ਤੇ ਵੱਜੀਆਂ, 12 ਤੇ ਵੱਜੀਆਂ। ਕਿਵੇਂ ਦੇਖ ਰਹੇ ਹੋ ਇਸ ਤਰ੍ਹਾਂ ਦੀ ਘਟਨਾ? ਨੌਜਵਾਨ, ਇੱਕ ਮਾਪਿਆਂ ਦਾ ਪੁੱਤ, ਪੰਜਾਬ ਦਾ ਨਾਂ ਜਿਹਨੇ ਬੜਾ ਉੱਚਾ ਕੀਤਾ, ਕੱਲਾ ਕੱਲਾ ਮਾਪਿਆਂ ਦਾ ਪੁੱਤ, ਤੇ ਐਵੇਂ ਦੀ ਘਟਨਾ ਵਾਪਰ ਜਾਣੀ। ਕਿਵੇਂ ਸਥਿਤੀ ਨੂੰ ਦੇਖਦੇ ਹੋ ਪੰਜਾਬ ਦੇ ਵਿੱਚ, ਲਾ ਐਂਡ ਆਰਡਰ ਦੀ ਸਥਿਤੀ ਨੂੰ ਕਿਵੇਂ ਦੇਖਦੇ ਹੋ? ਨਵੀਂ ਸਰਕਾਰ ਬਣੀ ਆ, ਉਸ ਤੋਂ ਬਾਅਦ ਦੇ ਵਿੱਚ ਅਜਿਹੀਆਂ ਘਟਨਾਵਾਂ ਵਾਪਰੀਆਂ। ਬਹੁਤ ਮਾੜਾ ਕੰਮ ਕਰਿਆ ਜੀ ਸਾਡੇ ਮਾਨਸਾ ਜ਼ਿਲ੍ਹੇ ਦਾ, ਐਡਾ ਉੱਚਾ ਨਾਂ ਕਰਿਆ ਸੀ ਬੰਦੇ ਨੇ, ਬਹੁਤ ਮਾੜੀ ਤੇ ਕਰੀ ਜੀ। ਪਹਿਲਾਂ ਵੀ ਕਦੀ ਇੱਥੇ ਪਿੰਡ ਥਾਣੀ ਲੰਘਦਿਆਂ ਆਉਂਦਿਆਂ ਕਦੇ ਕਿਸੇ ਨੂੰ ਮਿਲ ਕੇ ਜਾਂਦੇ ਸੀ ਜਾਂ ਇੱਥੇ ਉਹਦੀ ਮਾਸੀ ਆ ਬਨਾਲੇ, ਜਾਂਦਾ ਆਉਂਦਾ ਸਾਰੇ ਕਿਤੇ ਜਾਂਦਾ ਸੀ। ਮਾਨਸਾ ਜਮਾਰ ਕੇ ਕਿਤੇ ਆਮ ਹੀ ਫਿਰਦਾ ਸੀ। ਹਾਂ, ਜਾਂਦਾ ਆਉਂਦਾ। ਪਹਿਲਾਂ ਕੋਈ ਗੱਲਬਾਤ ਇਹੀ ਨਹੀਂ ਸੀ ਵੀ ਲੜਾਈ ਲੁੜੀ। ਤੁਸੀਂ ਕਿਵੇਂ ਦੇਖਦੇ ਹੋ ਵੀਰ ਜੀ ਜਿਹੜੀ ਇਹ ਘਟਨਾ ਵਾਪਰੀ ਆ ਕਿ ਦਿਨ ਦਿਹਾੜੇ ਜਿਹੜਾ ਆ ਇਸ ਤਰ੍ਹਾਂ ਕਤਲ ਜਿਹੜਾ ਹੋ ਜਾਣਾ, ਇੱਕ ਗੁੰਡਾ ਰਾਜ ਜਿਹੜਾ ਆ ਉਹ ਸਾਹਮਣੇ ਆ ਰਿਹਾ ਹੈ ਕਿ ਇਸ ਤਰ੍ਹਾਂ ਲਗਾਤਾਰ ਘਟਨਾਵਾਂ ਜਿਹੜੀਆਂ ਵਾਪਰੀਆਂ? ਬਹੁਤ ਮਾੜੀ ਗੱਲ ਹੈ ਜੀ, ਸਰਕਾਰਾਂ ਦਾ ਬਹੁਤ ਵੱਡੀ ਗਲਤੀ ਹੈ, ਬਹੁਤ ਮਾੜਾ ਕੰਮ ਹੋਇਆ। ਤੁਸੀਂ ਇੱਥੇ ਜਦੋਂ ਉਹਨਾਂ ਨੂੰ ਚੁੱਕ ਕੇ ਲੈ ਕੇ ਗਏ ਤਾਂ ਉਦੋਂ ਜਿਹੜਾ ਆ ਉਹ ਇੱਥੋਂ ਪਿੰਡ ਚੋਂ ਹੀ ਸਾਰਿਆਂ ਨੇ ਮਦਦ ਕੀਤੀ ਨਾਲ? ਹਾਂਜੀ ਹਾਂ, ਸਾਰੇ ਆਪਣੇ ਪਿੰਡ ਦੇ ਮੁੰਡੇ ਸੀ ਜਿਨ੍ਹਾਂ ਨੇ ਚੱਕਿਆ। ਹਾਂ, ਇਹ ਵੀ ਫੋਟੋ ਇੱਕ ਸਾਹਮਣੇ ਆਈ ਸੀ ਕਿ ਉਹਨਾਂ ਦੇ ਨੱਕ ਚੋਂ ਮਾਸ ਜਾਂ ਇਦਾਂ ਦਾ ਕੁਝ ਬਾਹਰ? ਹਾਂ, ਗੱਤਲਾ ਜਿਹਾ ਬਾਹਰ ਆਇਆ ਜੀ, ਜਿਵੇਂ ਚਰਬੀ ਹੁੰਦੀ ਹੈਗੀ, ਚਰਬੀ ਮੂੰਹ ਥਾਈਂਦੀ ਆਈ। ਹਾਂ, ਗੋਲੀ ਜਿਹੜੀ ਉਹ ਮੱਥੇ 'ਚ ਵੀ ਲੱਗੀ? ਮੱਥੇ 'ਚ ਵੀ ਲੱਗੀ ਸੀ, ਇੱਥੇ ਵੀ ਲੱਗੀਆਂ ਸੀ, ਆਈ 'ਚ ਵੀ ਲੱਗੀਆਂ ਸੀ, ਕੂਣੀ 'ਚ ਵੀ ਲੱਗੀ ਹੈ। ਮੂੰਹ ਥਾਈਂ ਦੀ ਚਰਬੀ ਆਈ, ਖੂਨ ਆਇਆ। ਦੂਸਰੇ ਮੁੰਡੇ ਜਿਹੜੇ ਸੀ ਨਾਲ ਉਹ ਠੀਕ ਸੀਗੇ? ਇੱਕ ਮੁੰਡਾ ਜਿਹੜਾ ਮਾਂਗਰ ਬੈਠਾ ਸੀ, ਉਹ ਜਦੋਂ ਇਹਨੂੰ ਚੰਬੜਨ ਲੱਗਿਆ ਵੀ ਨਾ ਵੱਜੇ, ਉਹਦੇ ਬਾਂਹ 'ਚ ਗੋਲੀ ਵੱਜੀ। ਜਿਹੜਾ ਪਿੱਛੇ ਸੀਗਾ ਉਹ ਪਿੱਛੇ ਲੁਕ ਗਿਆ ਸੀ। ਜਿਹੜਾ ਮਾਂਗਰਲੀ ਸੀਟ ਤੇ ਉਹਦਾ ਪਿੱਛੇ ਲੁਕ ਗਿਆ ਸੀ। ਜਿਹੜਾ ਇਹਦੀ ਮਾਂਗਰਲੀ ਸੀਟ ਤੇ ਬੈਠਾ ਸੀ ਉਹ ਇਹਦੇ ਗਲ ਨੂੰ ਚਮਟਦਾ ਸੀ ਵੀ ਇਹ ਬਾਈ ਦੀ ਨਾ ਵੱਜੇ, ਫਿਰ ਉਹਦੇ ਵੱਜ ਗਈ। ਦਰਦਨਾਕ ਘਟਨਾ ਜਿਹੜੀ ਆ ਉਹ ਇੱਥੇ ਇਸ ਪਿੰਡ ਜਵਾਰਕੇ ਤੋਂ ਜਦੋਂ ਬਰਨਾਲੇ ਵੱਲ ਨੂੰ ਜਿਹੜਾ ਆ ਉਹ ਜਾ ਰਹੇ ਸੀਗੇ ਤਾਂ ਇਹ ਦਰਦਨਾਕ ਘਟਨਾ ਜਿਹੜੀ ਵਾਪਰੀ, ਜਿਹਦੇ ਨਾਲ ਪੂਰੇ ਵਿਸ਼ਵ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਚਾਹੁਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਜਿਹੜਾ ਆ ਉਹ ਬੜਾ ਰੋਸ ਆ ਕਿ ਇਹ ਦਿਨ ਦਿਹਾੜੇ ਇਸ ਤਰ੍ਹਾਂ ਦੀ ਘਟਨਾ ਵਾਪਰੀ। ਜਿੱਥੇ ਬਾਹਰਲੇ ਮੁਲਕਾਂ ਦੇ ਵਿੱਚ ਧਰਨੇ ਲੱਗ ਰਹੇ, ਉੱਥੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਵੀ ਇਸ ਪਿੰਡ ਦੇ ਵਿੱਚ ਵੀ ਕੁਝ ਜਿਹੜੇ ਨੌਜਵਾਨ ਨੇ ਉਹਨਾਂ ਦੇ ਵੱਲੋਂ ਵੀ ਇੱਥੇ ਜਿਹੜਾ ਆ ਉਹ ਸਰਕਾਰ ਦੇ ਖਿਲਾਫ, ਪੁਲਿਸ ਦੇ ਖਿਲਾਫ, ਪ੍ਰਸ਼ਾਸਨ ਦੇ ਖਿਲਾਫ ਜਿਹੜੀ ਆ ਉਹ ਨਾਅਰੇਬਾਜ਼ੀ ਜਿਹੜੀ ਆ ਉਹ ਕੀਤੀ ਜਾ ਰਹੀ ਆ। ਸੋ ਇੱਥੇ ਗੱਲਬਾਤ ਵੀ ਜਿਹੜੀ ਉਹ ਕਰ ਲੈਂਦੇ ਆ। ਵੀਰ ਜੀ, ਜਿਹੜੀ ਘਟਨਾ ਵਾਪਰੀ ਆ, ਬਹੁਤ ਮਾੜੀ ਘਟਨਾ ਜਿਹੜੀ ਆ ਉਹ ਵਾਪਰੀ ਆ, ਕਿਵੇਂ ਦਾ ਇਨਸਾਫ ਤੁਸੀਂ ਚਾਹੁੰਦੇ ਹੋ ਇਸ ਵੇਲੇ ਕੜਕਦੀ ਧੁੱਪ ਦੇ ਵਿੱਚ ਇੱਥੇ ਧਰਨਾ ਲਾ ਕੇ ਬੈਠੇ ਹੋ?
ਇਨਸਾਫ ਸਰ ਸਾਨੂੰ ਚਾਹੀਦਾ ਕਿ ਸਿੱਧੂ ਦੇ ਸਹੀ ਕਾਤਲ ਫੜੇ ਜਾਣ, ਉਹਨਾਂ ਨੂੰ ਸਜ਼ਾ ਹੋਵੇ। ਤੁਹਾਡਾ ਪਿੰਡ ਇਹੀ ਹੈ? ਹਾਂਜੀ, ਸਾਡਾ ਪਿੰਡ 'ਚ ਕਿਵੇਂ ਘਟਨਾ ਵਾਪਰੀ ਇੱਥੇ, ਕੋਈ ਦੱਸ ਸਕਦੇ ਉਹਦੇ ਬਾਰੇ? ਘਟਨਾ ਵਾਪਰੀ ਹੈ ਜੀ, 2 ਗੱਡੀਆਂ ਆਈਆਂ, ਠੀਕ ਹੈ ਜੀ। ਇੱਕ ਗੱਡੀ ਨੇ ਲਵੇ ਲਾ ਕੇ ਟਾਇਰ ਪੈਂਚਰ ਕੀਤੇ ਆ ਸਿੱਧੂ ਦੀ ਗੱਡੀ ਦੇ। ਉਸ ਤੋਂ ਬਾਅਦ ਦੂਸਰੀ ਗੱਡੀ ਅੱਗੇ ਲਾ ਕੇ ਉਹਨਾਂ ਨੇ, ਕਾਫੀ ਜਣਿਆਂ ਨੇ, ਉਹਨਾਂ ਕੋਲ ਵੈਪਨ ਸੀਗੇ, ਗੰਨਾਂ ਸੀਗੀਆਂ, ਉਹਨਾਂ ਨੇ ਘੱਟੋ ਘੱਟ 40-45 ਫਾਇਰ ਹੋਏ। ਹਾਂਜੀ। ਤੁਸੀਂ ਇੱਥੇ ਲਾਗੇ ਚਾਗੇ ਸੀ ਉਦੋਂ ਮੌਕੇ ਤੇ, ਜਾਂ ਪਿੰਡ ਦੇ ਵਾਸੀ ਵੀ ਇੱਥੇ ਸੀਗੇ ਜਾਂ ਘਰਾਂ ਦੇ ਸੀਗੇ? ਉਹ ਘਰਾਂ ਦੇ ਸੀਗੇ, ਬਾਕੀ ਮੌਕੇ ਦੇ ਉੱਪਰ ਹੀ ਆ ਗਏ ਸੀ ਜਦੋਂ ਫਾਇਰ ਹੋਏ ਨਾ। ਫਾਇਰ ਉਹਦੇ ਮੌਕੇ ਦੇ ਉੱਪਰ ਹੀ ਸਾਰੇ ਆ ਗਏ ਸੀ। ਇੱਕ ਮੁੰਡਾ ਵੀਡੀਓ ਬਣਾਉਣ ਲੱਗਾ, ਉਹਦੇ ਬੰਨੀ ਵੀ ਫਾਇਰ ਹੋਏ ਨੇ 6-7। ਹਾਂਜੀ। ਤੇ ਜਿਹੜੇ ਹਮਲਾ ਕਰਨ ਵਾਲੇ ਸੀ ਉਹ ਕਿੱਧਰ ਨੂੰ ਦੌੜੇ, ਇੱਧਰ ਨੂੰ? ਹਾਂਜੀ, ਉਹ ਬਲਾਡਾ ਰੋਡ ਗਏ। ਹਾਂ, ਬਲਾਡੇ ਵਾਲੀ ਸੜਕ ਵੱਜਦੀ ਹੈ ਜੀ। ਜਦੋਂ ਇੱਥੇ ਅਟੈਕ ਹੋਇਆ ਤਾਂ ਬਾਅਦ ਦੇ ਵਿੱਚ ਲੋਕ ਬੜੇ ਸਹਿਮ ਗਏ ਸੀਗੇ, ਹੌਲੀ ਹੌਲੀ ਗਏ ਹੋਣੇ ਕੋਲ ਗੱਡੀ ਤੇ ਵੀ ਕੌਣ ਹੈ ਗੱਡੀ 'ਚ? ਨਹੀਂ ਜੀ, ਪਤਾ ਹੀ ਨਹੀਂ ਸੀਗਾ ਕਿਸੇ ਨੂੰ ਵੀ ਸਿੱਧੂ ਹੈ ਜੀ। ਉਹ ਭੱਜ ਕੇ ਉਹ ਗੱਡੀ ਦੇ ਫਾਇਰ ਹੋਏ ਤੇ ਭੱਜ ਕੇ ਸਾਰੇ ਬੰਦਿਆਂ ਨੇ ਇਕੱਠ ਹੋਇਆ, ਦੇਖਿਆ ਤੇ ਬਾਅਦ 'ਚ ਪਤਾ ਲੱਗਿਆ ਵੀ ਸਿੱਧੂ ਹੈ ਮੂਸੇਵਾਲਾ। ਹਾਂਜੀ। ਹੁਣ ਕਿਵੇਂ ਦੀ ਤੁਸੀਂ ਇਨਸਾਫ ਦੀ ਮੰਗ ਕਰਦੇ ਹੋ? ਅਸੀਂ ਇਨਸਾਫ ਦੀ ਮੰਗ ਕਰਦੇ ਵੀ ਦੇਖੋ, ਆਹ ਤੀਜਾ ਹਾਦਸਾ ਹੋ ਗਿਆ ਪੰਜਾਬ ਦੇ ਵਿੱਚ। ਸਰਕਾਰ ਨਵੀਂ ਬਣੀ ਹੈ, ਚਲੋ ਆਪਣੀ ਉਮੀਦ ਸੀਗੀ ਸਰਕਾਰ ਤੱਕ ਵੀ ਵਧੀਆ ਕੰਮ ਹੋਣਗੇ, ਨਸ਼ਾ ਬੰਦ ਹੋਊਗਾ, ਗੈਂਗਵਾਰ ਬੰਦ ਹੋਊਗਾ, ਸਾਡੀ ਸੁਰੱਖਿਆ ਹੋਊ। ਸਾਡੀ ਸੁਰੱਖਿਆ ਕਾਹਦੀ ਹੈ ਜੀ? ਦੇਖੋ, ਸਾਡੇ ਪਿੰਡ ਦੇ ਵਿੱਚ ਸ਼ਰੇਆਮ ਇੰਨੀ ਪਬਲਿਕ ਦੇ ਵਿੱਚ ਫਾਇਰ ਹੋਏ ਨੇ ਆ ਕੇ, ਠੀਕ ਆ। ਉਹਨਾਂ ਦੀ ਕਿਸੇ ਨੇ ਕੋਈ ਚੈਕਿੰਗ ਨਹੀਂ ਹੋਈ ਗੱਡੀ ਦੀ, ਕੋਈ ਗੱਡੀ ਭਰਿਆ ਲੋਡ ਅਸਲਾ ਅਗਰੀ ਦਾ ਉਹਨਾਂ ਕੋਲੇ ਸੀਗਾ। ਤੁਸੀਂ ਦੇਖ ਸਕਦੇ ਹੋ, ਕਿਸੇ ਬੱਚੇ ਨੂੰ, ਕਿਸੇ ਬੁੜੀ ਨੂੰ, ਕਿਸੇ ਨੂੰ ਵੀ ਲੱਗ ਸਕਦੀ ਹੈ। ਮੰਦਿਰ ਹੈ, ਇੱਥੇ ਮੱਥਾ ਟੇਕਦਾ, ਇੱਥੇ ਆਉਂਦੇ ਜਾਂਦੇ ਰਹਿੰਦੇ ਨੇ, ਬੁੜੀਆਂ ਆ ਗਈਆਂ, ਬੱਚੇ ਆ ਗਏ, ਤੁਰੀ ਫਿਰਦੇ ਰਹਿੰਦੇ ਨੇ ਜੀ ਕਾਫੀ ਲੋਕ। ਇਉਂ ਵੀ ਲੱਗਦਾ ਹੈ ਕਿ ਜਿਵੇਂ ਕਿਸੇ ਨੇ ਪਹਿਲਾਂ ਸਾਰੀ ਜਾਣਕਾਰੀ ਦਿੱਤੀ ਆ ਕਿ ਇਹਨਾਂ ਨੇ ਕਿੱਧਰ ਨੂੰ ਜਾਣਾ ਆ, ਕਿਉਂਕਿ ਵੈਸੇ ਤਾਂ ਪਿੰਡੋਂ ਕੋਈ ਬੰਦਾ ਤੁਰਿਆ ਪਤਾ ਨਹੀਂ ਲੱਗਦਾ ਕਿ ਕਿੱਧਰ। ਦੇਖੋ ਤੁਸੀਂ, ਉਹਨਾਂ ਕੋਲੇ ਗੱਡੀ ਵੀ ਬੁਲਟ ਪ੍ਰੂਫ ਆ, ਗੱਡੀ ਉਦੋਂ ਬੁਲਟ ਪ੍ਰੂਫ ਗੱਡੀ ਵੀ ਨਹੀਂ ਲੈ ਕੇ, ਇਹ ਵੀ ਗੱਲ ਦਾ ਪਤਾ ਸੀਗਾ। ਤੇ ਉਹਨਾਂ ਨੂੰ ਇਹ ਵੀ ਪਤਾ ਸੀ ਵੀ ਬੰਦੇ 3 ਹੀ ਨੇ ਗੱਡੀ ਦੇ ਵਿੱਚ। ਹਾਂਜੀ, ਵੈਪਨ ਸੀਗਾ ਕੋਲੇ, ਪਰ ਵੈਪਨ ਕੱਢਣ ਦਾ ਕੋਈ ਮੌਕਾ ਹੀ ਨਹੀਂ ਉਹਨਾਂ ਨੂੰ ਮਿਲਿਆ। ਕਹਿ ਰਿਹਾ ਕਿ ਸਿੱਧੂ ਨੇ ਵੀ ਅੱਗੋਂ ਜਵਾਬੀ ਕਾਰਵਾਈ ਕੀਤੀ, ਗੋਲੀ ਚਲਾਈ। ਨਹੀਂ, ਉਹਨਾਂ ਨੇ ਕੋਈ ਫਾਇਰ ਨਹੀਂ ਹੋਇਆ। ਉਹ ਤਾਂ ਉਹਨਾਂ ਦੇ ਬੁੱਕਲ ਦੇ ਵਿੱਚ ਹੀ ਉਹਨਾਂ ਦਾ ਪਿਸਟਲ ਉਵੇਂ ਹੀ ਜਿਵੇਂ ਪੈਕ ਹੋਇਆ ਸੀ ਉਵੇਂ ਹੀ ਰੱਖਿਆ ਹੋਇਆ ਸੀ। ਬਹੁਤ ਮਿਹਰਬਾਨੀ। ਸੋ ਇਹ ਵੀਰ ਜਿਹੜੇ ਇੱਥੇ ਸਰਕਾਰ ਦੇ ਖਿਲਾਫ, ਪੁਲਿਸ ਪ੍ਰਸ਼ਾਸਨ ਦੇ ਖਿਲਾਫ ਜਿਹੜਾ ਆ ਉਹ ਧਰਨਾ ਲਾ ਕੇ ਬੈਠੇ ਹੋਏ ਆ, ਨਾਅਰੇਬਾਜ਼ੀ ਹੋ ਰਹੀ ਹੈ ਤੇ ਇੱਧਰ ਸਾਰੇ ਲੋਕ ਇਕੱਤਰ ਹੋਏ ਆ, ਇੱਧਰ ਵੀ ਦੂਸਰੇ ਪਾਸੇ ਵੀ। ਤੇ ਇਹ ਉਹ ਜਗ੍ਹਾ ਜਿੱਥੇ ਐਗਜ਼ੈਕਟਲੀ ਇਹ ਘਟਨਾ ਜਿਹੜੀ ਆ ਉਹ ਵਾਪਰਦੀ ਆ। ਟਾਇਰਾਂ ਦੇ ਵਿੱਚ ਗੋਲੀਆਂ ਮਾਰੀਆਂ ਜਾਂਦੀਆਂ ਵਾ ਤੇ ਫਿਰ ਸਾਹਮਣੇ ਤੋਂ ਅਟੈਕ ਜਿਹੜਾ ਆ ਉਹ ਕੀਤਾ ਜਾਂਦਾ, ਸਾਈਡ ਤੋਂ ਅਟੈਕ ਕੀਤਾ ਜਾਂਦਾ ਆ। ਮੌਕਾ ਮਤਲਬ ਕਿ ਇੱਕ ਵੀ ਨਹੀਂ ਮਿਲਣਾ ਚਾਹੀਦਾ। ਇਸ ਹਿਸਾਬ ਨਾਲ ਅਟੈਕ ਜਿਹੜਾ ਆ ਉਹ ਕੀਤਾ ਗਿਆ ਕਿ ਕਿਤੇ ਵੀ ਜਿਹੜਾ ਆ ਉਹ ਮੌਕਾ ਨਾ ਮਿਲ ਜਾਏ, ਬਚ ਨਾ ਜਾਵੇ ਕਿ ਦੁਬਾਰਾ ਜਿਹੜਾ ਆ ਉਹ ਬੰਦਾ ਸਤਰਕ ਹੋ ਜਾਂਦਾ ਆ। ਸੋ ਸ਼ਾਰਪ ਸ਼ੂਟਰ ਹਾਇਰ ਕੀਤੇ ਜਾਂਦੇ ਆ ਐਸੇ ਕੰਮਾਂ ਵਾਸਤੇ, ਜਾਂ ਬਹੁਤ ਪ੍ਰੋਫੈਸ਼ਨਲੀ ਲੋਕ ਜਿਹੜੇ ਆ ਉਹਨਾਂ ਨੂੰ ਹਾਇਰ ਕਰਕੇ ਇਹ ਕੰਮ, ਜੇਕਰ ਗੈਂਗਸਟਰਾਂ ਦਾ ਵੀ ਹੈਗਾ ਵਾ ਜਾਂ ਕਿਸੇ ਹੋਰ ਦਾ ਵੀ ਹੈਗਾ ਆ, ਤਾਂ ਉਹਨੇ ਬੜਾ ਹੀ ਰੈਕੀ ਕਰਕੇ ਸਾਰਾ ਜਿਹੜਾ ਆ ਉਹ ਪਤਾ ਕਰਕੇ ਕਿ ਕਿਉਂ, ਕਿੱਧਰ ਨੂੰ ਜਾ ਰਿਹਾ ਵਾ, ਕਿੰਨੇ ਵਜੇ ਜਾਣਾ ਹੈ, ਕਿਹੜੀ ਗੱਡੀ 'ਚ ਜਾਣਾ, ਕਿੰਨੇ ਜਾਣਿਆਂ ਨੇ ਜਾਣਾ, ਇਹ ਸਾਰਾ ਕੁਝ ਜਿਹੜਾ ਆ ਉਹ ਪਤਾ ਕਰਕੇ ਤੇ ਅਟੈਕ ਇਸ ਜਗ੍ਹਾ ਦੇ ਉੱਤੇ, ਇਸ ਮੋੜ ਦੇ ਉੱਤੇ ਜਿਹੜਾ ਆ ਉਹ ਹੋਣ ਤੋਂ ਬਾਅਦ ਦੇ ਵਿੱਚ ਸਿੱਧੂ ਮੂਸੇਵਾਲਾ ਨੇ ਜਿਹੜਾ ਆ ਉਹ ਉਦੋਂ ਕਹਿੰਦੇ ਕਿ ਥੋੜ੍ਹਾ ਬਹੁਤਾ ਜਿਹੜਾ ਸਾਹ ਚੱਲਦਾ ਸੀਗਾ, ਪਰ ਜਦੋਂ ਗੋਲੀ ਸਿਰ ਦੇ ਵਿੱਚ ਲੱਗੀ, ਛਾਤੀ 'ਚ ਲੱਗੀ, ਤਾਂ ਕੁਝ ਚਰਬੀ ਜਿਹੜੀ ਆ ਮੂੰਹ ਤੇ ਨੱਕ ਦੇ ਵਿੱਚੋਂ ਵੀ ਬਾਹਰ ਜਿਹੜੀ ਆਈ। ਜਿਹੜੀ ਤਸਵੀਰ ਵੀ ਅਸੀਂ ਦੇਖ ਰਹੇ ਹਾਂ ਉਹਦੇ ਵਿੱਚ ਵੀ ਉਹ ਚੀਜ਼ ਸਾਹਮਣੇ ਜਿਹੜੀ ਆ ਉਹ ਆਉਂਦੀ ਆ। ਤੇ ਇੱਥੇ ਪਹੁੰਚ ਕੇ ਅਸੀਂ ਸਾਰੀ ਘਟਨਾ ਘਰ ਦੇ ਬਾਹਰ ਵੀ ਜਾ ਕੇ ਲੋਕਾਂ ਨਾਲ ਗੱਲਬਾਤ ਕੀਤੀ, ਜਿਹੜੇ ਲੀਡਰ ਸਾਹਿਬਾਨ ਪਹੁੰਚੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਇੱਥੇ ਆ ਕੇ ਵੀ ਲੋਕਾਂ ਨਾਲ ਜਿਹੜੀ ਆ ਉਹ ਗੱਲਬਾਤ ਤੁਹਾਡੇ ਤੱਕ ਪਹੁੰਚਾਈ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।